ਸਵਾਗਤ ਜੀ ਤੁਹਾਡਾ ਇੱਕ ਵਾਰ ਫਿਰ ਤੋਂ ਪ੍ਰੋਗਰਾਮ ਪ੍ਰਾਈਮ ਫੋਕਸ ਦੇ ਵਿੱਚ। ਮੈਂ ਗੁਰਪ੍ਰੀਤ ਸਿੰਘ ਸੰਧਾਵਾਲੀਆ ਤੁਹਾਡੇ ਨਾਲ, ਤੇ ਸਾਡੇ ਇਸ ਚੈਨਲ 'ਤੇ ਵੀ ਸਵਾਗਤ ਹੈ ਜੀ। ਪ੍ਰਾਈਮ ਏਸ਼ੀਆ ਟੀਵੀ ਤੁਸੀਂ ਦੇਖਦੇ ਹੋ ਹਰ ਰੋਜ਼, ਤੇ ਕੋਸ਼ਿਸ਼ ਸਾਡੀ ਇਹ ਹੁੰਦੀ ਹੈ ਕਿ ਵੀ ਜਿਹੜੀਆਂ ਗੱਲਾਂ ਵੀ ਜਾਣਨੀਆਂ ਜ਼ਰੂਰੀ ਆ ਆਪਾਂ ਤੁਹਾਡੇ ਲਈ ਕਰ ਲਈਏ। ਤੇ ਅੱਜ ਉਹ ਦਿਨ ਆ ਜਦੋਂ ਇੱਕ ਦਿਨ ਹੀ ਰਹਿ ਗਿਆ ਬਸ, ਕੱਲ੍ਹ ਨੂੰ ਤੇ ਇਸ ਵੇਲੇ ਨੂੰ ਰੌਲਾ ਰੱਪਾ ਵਾਹਵਾ ਵੱਧ ਜਾਣਾ ਵੀ ਹਾਂਜੀ ਹੁਣ ਕਿਹਦੀ ਸਰਕਾਰ ਬਣਨੀ ਹੈ ਤੇ ਕਿਹਦੀ ਨਹੀਂ ਬਣਨੀ। ਸੋ ਕੱਲ੍ਹ ਦੇ ਜਿਹੜੇ ਨਤੀਜੇ ਨੇ ਜੀ ਉਹ ਵੀ ਤੁਸੀਂ ਲਾਈਵ ਕਵਰੇਜ ਦੇਖੋਗੇ। ਨਤੀਜਿਆਂ ਦੀ ਜਿਹੜੀ ਕਹਿ ਲਓ ਕਿ ਵੀ ਆਉਣ ਵਾਲਾ ਕੰਮ ਆ ਜਾਂ ਗਿਣਤੀ ਸ਼ੁਰੂ ਹੋਣੀ 8 ਵਜੇ, ਪਰ ਉਹ ਤੋਂ ਠੀਕ 2 ਘੰਟੇ ਪਹਿਲਾਂ ਤੋਂ ਹੀ ਪ੍ਰਾਈਮ ਏਸ਼ੀਆ ਟੀਵੀ ਦੇ ਉੱਪਰ ਜਿਹੜੀ ਵੱਡੀ ਕਵਰੇਜ ਹੈ ਉਹ ਤੁਸੀਂ ਲਾਈਵ ਦੇਖੋਗੇ, ਸੋ ਮਿਸ ਨਾ ਕਰ ਦੇਣਾ। ਬਾਕੀ ਅੱਜ ਹੁਣ ਤੱਕ ਦੀਆਂ ਖਬਰਾਂ ਦੇ ਉੱਪਰ ਆਪਾਂ ਗੱਲਾਂ ਬਾਤਾਂ ਕਰਾਂਗੇ ਨਾਲ ਵੀਰ ਪਰਮਵੀਰ ਬਾਠ ਹੋਰੀ। ਹੋਰ ਬਾਠ ਸਾਹਿਬ ਸਤਿ ਸ਼੍ਰੀ ਅਕਾਲ ਜੀ, ਚੜ੍ਹਦੀ ਕਲਾ। ਸਤਿ ਸ਼੍ਰੀ ਅਕਾਲ ਮਹਾਰਾਜ। ਸਿਹਤਾਂ ਕਿੱਦਾਂ? ਸਿਹਤਾਂ ਆਨੰਦ ਆ। ਮੈਨੂੰ ਸੀ ਵੀ ਟਾਈਮ ਐਤਕੀ ਨਾ ਵੇਲੇ ਸਿਰ ਬਾਰ-ਬਾਰ ਅੱਜ ਦੱਸਣਾ ਵੀ ਭਲਕ ਨੂੰ ਇਸ ਵੇਲੇ ਤੋਂ 1.5 ਘੰਟਾ ਪਹਿਲਾਂ ਜਾਣੀ ਭਾਰਤੀ ਸਮੇਂ ਦੇ ਮੁਤਾਬਕ ਸਵੇਰੇ 6 ਵਜੇ ਸਾਰੀ ਪ੍ਰਾਈਮ ਏਸ਼ੀਆ ਟੀਵੀ ਦੀ ਟੀਮ ਜਿਹੜੀ ਹੈ ਉਹ ਅਸੀਂ ਬਾਰੀਆਂ ਬੰਨ੍ਹ ਲੈਣੀਆਂ। ਕਿਹੜਾ ਅੱਗੇ ਕਿਹੜਾ ਪਿੱਛੇ, ਕਿਹੜੀ ਪਾਰਟੀ ਪਿੱਛੇ ਜਾਂਦੀ ਕਿਹੜੀ ਅੱਗੇ ਜਾਂਦੀ, ਕਿਹੜਾ ਉਮੀਦਵਾਰ 13ਵੇਂ ਰਾਊਂਡ ਦੇ ਵਿੱਚ ਗਿਣਤੀ ਛੱਡ ਕੇ ਚਲ ਗਿਆ, ਕਿਹੜਾ 10ਵੇਂ ਰਾਊਂਡ ਤੋਂ ਬਾਅਦ ਕਹਿੰਦਾ ਕਿ ਭਾਈ ਪਤਾ ਨਹੀਂ ਕੀ ਗੱਲ ਐਤਕੀ ਸਮਝ ਨਹੀਂ ਲੱਗੀ। ਉਦੋਂ ਤੱਕ ਦੱਸਾਂਗੇ ਜਦੋਂ ਤੱਕ ਆਖਰੀ ਸੀਟ ਤੇ ਆਖਰੀ ਵੋਟ ਤੱਕ ਗਿਣੀ ਨਹੀਂ ਜਾਂਦੀ। ਇਹ ਵੀ ਕੋਸ਼ਿਸ਼ ਰਹੂਗੀ ਸਾਡੀ ਵੀ ਕੁਛ ਕੋਨਾ ਵੀ ਜਿਹੜੇ ਹਲਵਾਈ ਭਾਈਚਾਰੇ ਦੇ ਆਪਣੇ ਬੰਦੇ ਆ ਉਹਨਾਂ ਨਾਲ ਵੀ ਕੋਈ ਗੱਲਬਾਤ ਹੋਵੇ ਵੀ ਅਗਲਾ ਆਖੇ ਜੀ ਵੀ ਪਤਾ ਨਹੀਂ ਜੀ ਸਾਈ ਦੇ ਗਏ ਅਸੀਂ ਬਣਾ ਕੇ ਰੱਖੇ, ਹੁਣ ਪਤਾ ਨਹੀਂ ਫੋਨ ਨਹੀਂ ਚੁੱਕਣ ਡਿਆ ਜੀ ਲੱਡੂ, ਹੁਣ ਕਰੀਏ ਕੀ ਦੱਸੋ ਅਸੀਂ। ਤੇ ਅਸੀਂ ਧਾਰ ਕੇ ਇੱਧਰ ਉੱਧਰ ਕਿਤੇ ਗੱਲ ਚਲਾਈ ਆ ਵੀ ਜਿਨ੍ਹਾਂ ਦੀ ਗੱਲ ਬਣ ਗਈ ਉਹ ਜਾਣੇ ਉਹੋ ਹੀ ਲੈ ਜਾਣ, ਹੁਣ ਸਾਡੇ ਤੇ ਬਣੇ ਕਿਸੇ ਕੰਮ ਹੈ ਨਹੀਂ। ਨਹੀਂ, ਅਸੀਂ ਉਹਨਾਂ ਨੂੰ ਬੇਨਤੀ ਕਰਦੇ ਕਿ ਸਾਈ ਤੁਸੀਂ ਸਾਰਿਆਂ ਤੋਂ ਫੜ ਲੈ, ਘੱਟੋ ਘੱਟ ਖਰਚਾ ਨਿਕਲ ਜਾਂਦਾ ਵੇ। ਆਹ ਨਹੀਂ ਐਤਕੀ ਵੈਸੇ ਰੌਲਾ ਤਾਂ ਹੈਗਾ ਵੀ ਹੁਣ ਹੌਲੀ ਹੌਲੀ ਐਗਜ਼ਿਟ ਪੋਲ ਆਉਣ ਤੋਂ ਬਾਅਦ ਕੁਝ ਥਾਵਾਂ 'ਤੇ ਲੱਡੂਆਂ ਵਾਲਾ ਕੰਮ ਚੱਲਿਆ, ਆਰਡਰ ਆਏ ਨੇ, ਤੇ ਇੱਕ ਦੋ ਥਾਵਾਂ 'ਤੇ ਇਹ ਵੀ ਕੰਮ ਚੱਲਿਆ ਵੀ ਹੁਣ ਕਿਉਂਕਿ ਜਦੋਂ ਕੋਈ ਨਹੀਂ ਆਰਡਰ ਦੇਣ ਆਉਂਦਾ ਅਗਲਾ ਕਹਿੰਦਾ ਵੀਰ ਤੂੰ ਬਣਵਾ ਤੇ ਲਾ, ਜੇ ਨਾ ਹੀ ਗੱਲ ਬਣੀ ਤੇ ਕੋਈ ਗੱਲ ਨਹੀਂ ਸਾਈ ਮੋੜ ਦਿਆਂਗੇ, ਹੈ ਨਾ। ਸੰਧਾਲੀਆ ਸਾਹਿਬ ਇਹ ਵੀ ਹੋਣਾ ਕੱਲ੍ਹ ਨੂੰ, ਕਿਉਂਕਿ 7:30 ਦਾ ਸਮਾਂ ਕੱਲ੍ਹ ਨੂੰ ਹੋ ਸਕਦਾ ਕਿ ਹੁਣ ਤੋਂ ਅੱਧਾ ਘੰਟਾ ਪਹਿਲਾਂ ਜਾਂ ਇਸ ਵੇਲੇ ਕੋਈ ਉਮੀਦਵਾਰ ਸਾਹਿਬ ਚਿੱਟਾ ਕੁੜਤਾ ਪਾ ਕੇ ਘਰੋਂ ਨਿਕਲਣ। ਕਈ ਵਾਰੀ ਬਿੱਲੀ ਮੋਰ ਦੀ ਨਹੀਂ ਵੀ ਲੰਘੀ ਹੁੰਦੀ ਤਾਂ ਵੀ ਲੈ ਯਾਰ ਬਿੱਲੀ ਤਾਂ ਨਹੀਂ ਲੰਘ ਗਈ। ਕਈ ਵਾਰੀ ਸਾਰੇ ਕਹਿੰਦੇ ਉਹ ਪਿੱਛੋਂ ਨਾ ਬਾਜ਼ ਮਾਰਿਓ ਮੈਂ ਤੁਰਨ ਲੱਗਾ, ਉਹਨੇ ਪਾਪਾ ਤੁਹਾਡਾ ਤੁਰਨ ਲੱਗਾ ਹੁਣ ਪਿੱਛੋਂ ਨਾ ਕੋਈ ਬਾਜ਼ ਮਾਰ ਲਿਓ, ਹੁਣ ਫੜਾ ਦਿਓ ਜਿਹੜੀ ਚੀਜ਼ ਫੜਾਉਣੀ ਆ। ਤੇ ਉਧਰਲੇ ਪਾਸੇ ਕੈਂਡੀਡੇਟ ਸਾਹਿਬ ਅੰਦਰ ਹੁੰਦੇ ਆ, ਇਹਦੇ ਪਾਸੇ ਸਾਰੇ ਟੱਬਰ ਦੀਆਂ ਟੀਵੀ ਦੇ ਉੱਤੇ ਨਜ਼ਰਾਂ ਟਿਕੀਆਂ ਹੁੰਦੀਆਂ ਕਿ ਭਾਈ ਰਾਊਂਡ ਤੋਂ ਬਾਅਦ ਕੀ ਹੋਇਆ, ਕਦੇ ਕੋਈ ਲੀਡਰ ਅੱਗੇ ਤੇ ਕਦੇ ਪਿੱਛੇ, ਕਈ ਕੁਛ ਹੋਣਾ ਐਤਕੀ। ਨਹੀਂ ਹੋਣਾ, ਇਹ ਵੀ ਗੱਲ ਹੋਣੀ ਹੈ ਬਾਠ ਸਾਹਿਬ ਕਿ ਜਿਹਦੀ ਤੇ ਗੱਲ ਬਣ ਗਈ ਜੀ ਉਹਨੂੰ ਤੇ ਸ਼ਾਮ ਤੱਕ ਨਹੀਂ ਚੇਤਾ ਹੋਣਾ ਵੀ ਕਿੰਨੇ ਛਿੱਕ ਮਾਰੀ ਆ, ਕਿੰਨੇ ਬੌਕਰ ਖੜੀ ਕੀਤੀ ਆ, ਕੋਈ ਕਿਹੜਾ ਖਾਲੀ ਭਾਂਡਾ ਲੈ ਕੇ ਮਿਲਿਆ, ਕਿਹੜਾ ਬਾਲਣ ਲੈ ਕੇ ਲੰਘਿਆ, ਹੈ ਨਾ। ਤੇ ਜਿਹਦੀ ਗੱਲ ਨਾ ਬਣੀ ਉਹ ਹੋ ਸਕਦਾ ਸਵੇਰੇ ਨਾ ਕਾਲੀ ਧਿਆਨ ਜਾਵੇ, ਬਾਅਦ ਦੇ ਵਿੱਚ ਹੋ ਸਕਦਾ ਪਰਿਵਾਰ ਚੋਂ ਦੱਸੇ ਮੈਂ ਤੇ ਤੁਹਾਨੂੰ ਆਵਾਜ਼ ਨਹੀਂ ਮਾਰੀ, ਉਹ ਉਦੋਂ ਹੀ ਬਲੱਛਣ ਹੋ ਗਿਆ ਸੀ ਇੱਥੇ ਤੇ ਮਗਰ ਛਿੱਕਾਂ ਵੱਜਣ ਲੱਗ ਪਈਆਂ ਮੈਨੂੰ। ਤੇ ਫਿਰ ਮੈਂ ਵਾਹਵਾ ਸਾਰਾ ਦਿਨ ਰੱਬ ਦਾ ਨਾਂ ਲਿਆ ਵੀ ਚਲੋ ਮਹਾਰਾਜ ਸੁੱਖ ਰੱਖੇ, ਪਰ ਆ ਹੁਣ ਕੀ ਕਰੀਏ। ਸੰਧਾਲੀਆ ਸਾਹਿਬ ਦੇਖੋ ਗੱਲ ਇਹ ਹੈ ਕਿ ਕੱਲ੍ਹ ਨੂੰ ਜਿਹੜਾ ਤਾਂ ਬੰਦਾ ਜਾਣੀ ਵੋਟਾਂ ਘੱਟ ਪਈਆਂ ਸਾਰੇ ਤੰਦਰੁਸਤ ਰਹਿਣ, ਸਿਹਤਯਾਬ ਰਹਿਣ, ਉਹ ਕਈ ਵਾਰੀ ਹੁੰਦਾ ਕਿ ਪੈਰ ਹੀ ਨਹੀਂ ਮੁੜ ਕੇ ਤੁਰਦੇ ਹੁੰਦੇ ਕਾਊਂਟਿੰਗ ਸੈਂਟਰ ਦੇ ਵਿੱਚੋਂ, ਗਿਣਤੀ ਕੇਂਦਰ ਦੇ ਵਿੱਚੋਂ। ਉਹਨਾਂ ਨੂੰ ਵੀ ਕਈ ਵਾਰੀ ਹੁੰਦਾ ਚੱਕ ਕੇ ਲਿਜਾਣਾ ਪੈਂਦਾ ਕਿ ਲੈ ਚਲੋ ਹੁਣ ਗਲੂਕੋਜ਼ ਲਵਾ ਦਿਓ ਜੀ। ਤੇ ਜਿਹੜੇ ਜਿੱਤ ਗਏ ਉਹਨਾਂ ਨੂੰ ਵੀ ਚੱਕਣ ਵਾਲੇ ਐਤਕੀ ਕਈ ਹੋਣੇ, ਚੱਕ ਲਓ ਫਲਾਨਾ ਜਿੱਤ ਗਿਆ, ਚੱਕ ਕੇ ਲੈ ਆਓ ਬਸ ਜਿਹੜਾ ਜਿੱਤ ਗਿਆ। ਸੋ ਮਤਲਬ ਵੱਡੇ ਹਸਪਤਾਲਾਂ 'ਚ ਤਾਂ ਚਲੋ ਅਰੇਂਜਮੈਂਟ ਹੁੰਦਾ, ਜਿਹੜੇ ਵਿਚਾਰੇ ਛੋਟੇ ਡਾਕਟਰ ਹੁੰਦੇ ਆ ਜੀ ਕਿਸੇ ਵੇਲੇ ਹੁੰਦਾ ਵੀ ਉਹ ਇੱਕੋ ਝੋਲਾ ਹੀ ਹੁੰਦਾ ਜਿਹੜਾ ਸਾਰਾ ਦਿਨ ਝੋਲਾ ਉਹ ਮੋਟਰਸਾਈਕਲ ਦੇ ਨਾਲ ਇੱਕ ਹੱਥ 'ਚ ਫੜ ਕੇ ਫਲਾਨੇ ਵਾਲੀ ਉਹ ਮਾਤਾ ਢਿੱਲੀ ਉਹਨੂੰ ਤਾਕਤ ਦਾ ਟੀਕਾ ਲਾਉਣਾ ਹੈ, ਫਲਾਨੇ ਦੇ ਬਜ਼ੁਰਗ ਨੂੰ ਇੱਕ ਗਲੂਕੋਜ਼ ਲਾਉਣਾ ਹੈ, ਉਹ ਨਿੱਕਾ ਢਿੱਲਾ ਕਹਿੰਦੇ ਰਾਤ ਦਾ ਕੋਈ ਨਹੀਂ, ਉਹ ਰੁਕਦਾ ਨਹੀਂ ਉਹਦੇ ਅੰਦਰ ਕੁਛ, ਉਹਨੂੰ ਕੋਈ ਦਵਾਈ ਦੇਣੀ। ਉਹ ਡਾਕਟਰ ਸਾਹਿਬ ਜ਼ਰੂਰ ਅੱਜ ਹੀ ਬੇਨਤੀ ਸਾਡੀ ਆ ਵੀ ਜਿਹੜੇ ਕੋਈ ਤਾਕਤ ਦੇ 3-4 ਟੀਕੇ ਉਹ ਵੱਖਰੀ ਜੇਬ 'ਚ ਪਾ ਲੈਣ। ਇਹ ਕੁਛ ਪਤਾ ਨਹੀਂ ਹੁੰਦਾ ਵੀ ਉੱਧਰੋਂ ਫੋਨ ਆਵੇ ਵੀ ਡਾਕਟਰ ਸਾਹਿਬ ਹੁਣੇ ਤਾਕਤ ਦੀ ਬਹੁਤ ਲੋੜ ਆ, ਵੀ ਉਹ ਇਹ ਨਾ ਹੋਵੇ ਮੁੜ ਕੇ ਝੋਲੇ 'ਚੋਂ ਲੱਭਦਿਆਂ ਟਾਈਮ ਲੱਗੇ ਜੇਬ 'ਚੋਂ ਕੱਢੇ ਦਾ ਟੀਕਾ ਠਾ। ਨਹੀਂ ਸੰਧਾਲੀਆ ਸਾਹਿਬ ਇਹ ਗੱਲ ਤੁਹਾਡੀ ਠੀਕ ਆ। ਬਾਕੀ ਪੱਠੇ ਪੁੱਠੇ ਅੱਜ ਲੈ ਆਓ। ਜਿਨ੍ਹਾਂ ਬੀਬੀਆਂ ਨੇ ਸਾਗ ਧਰਨਾ ਆਖਰੀ ਇਹਨਾਂ ਦਿਨਾਂ ਦੇ ਵਿੱਚ ਆਖਰੀ ਸਾਗ ਹੀ ਹੁੰਦਾ, ਬੀਬੀਆਂ ਸਲਾਹ ਕਰਦੀਆਂ ਹੁੰਦੀਆਂ ਹੈਗਾ ਤਾਂ ਹੁਣ ਪੱਤਾ ਹੀ ਆ, ਮਾੜਾ ਹੀ ਪੱਤਾ ਆ, ਚਲੋ ਆਖਰੀ ਆ ਰਹੀ ਆ, 2 ਚੀਰਨੀਆਂ ਹੀ ਹੋਣੀਆਂ ਆ, ਲੈ ਆਉਂਦੇ ਆ, ਵਿੱਚੋਂ ਹੀ ਕੌਲੀ ਤੂੰ ਲੈ ਆਈ, ਆ ਜਾ ਪਹਿਲਾਂ ਇਕੱਠੀਆਂ ਲੈ ਆਉਂਦੇ ਆ, ਮੁੜ ਕੇ ਫਿਰ ਉਹ ਸਾਗ ਛਿੱਲ ਲਵਾਂਗੇ, ਇੱਕੋ ਥਾਂ ਹੀ ਬਣਾ ਲੈਂਦੇ ਆ, ਕਿਉਂਕਿ ਹੁਣ ਹੈ ਤਾਂ ਹੈ ਨਹੀਂ ਉਹੀ ਗੱਲ, ਪਰ ਹੁੰਦਾ ਜਾਂਦੀ ਵਾਰ ਦਾ ਹੀ ਆ। ਜਿਨ੍ਹਾਂ ਬੀਬੀਆਂ ਨੇ ਸਾਗ ਬਣਾਉਣ ਦੀ ਸੋਚੀ ਆ ਅੱਜ ਹੀ ਤੋੜ ਲਿਆਉਣ। ਜੇ ਕੋਈ ਬੰਦਾ ਛੁੱਟੀ ਕਰ ਸਕਦਾ, ਸਵਾਦ ਲੈਣਾ ਕਿ ਭਾਈ ਕੌਣ ਅੱਗੇ ਕੌਣ ਪਿੱਛੇ, ਅੱਜ ਹੀ ਅਰਜ਼ੀ ਦੇ ਦੇਣੀ ਹੈ, ਕਿਉਂਕਿ ਕੱਲ੍ਹ ਨੂੰ ਨਹੀਂ ਫਿਰ 12-1-2 ਵਜੇ ਤੱਕ ਹਿਸਾਬ ਕਿਤਾਬ ਲੱਗਣਾ। ਹਾਂ ਨਹੀਂ ਪੂਰੀ ਦਗੜਿਆ। ਤੇ ਹੁਣ ਦੇਖੋ ਇਹ ਜਿਹੜਾ ਚਾਅ ਆ ਇਸ ਤੋਂ ਪਹਿਲਾਂ ਮਤਲਬ ਇਹਨਾਂ ਇਲੈਕਸ਼ਨਾਂ ਤੋਂ ਪਹਿਲਾਂ ਜਿਹੜੇ ਨਤੀਜੇ ਆਉਂਦੇ ਸੀ ਉਦੋਂ
ਮੋਸਟਲੀ ਲੀਡਰਾਂ 'ਚ ਹੁੰਦਾ ਸੀ, ਲੋਕਾਂ 'ਚ ਨਹੀਂ ਹੁੰਦਾ, ਕਿਉਂਕਿ ਉਦੋਂ ਪਹਿਲਾਂ ਹੀ ਹਵਾ ਜੀ ਚੱਲਣ ਲੱਗ ਪੈਂਦੀ ਵੀ ਲੈ ਯਾਰ ਫਲਾਨੇ ਦੀ ਗੱਲ ਬਣ ਜਾਣੀ, ਅਤੇ ਉਧਰੋਂ ਯਾਰ ਤੈਨੂੰ ਆਖਿਆ ਹੈ ਨਾ ਉਹ ਗੱਲ ਕਰਤੀ ਤੂੰ। ਐਤਕੀ ਐਗਜ਼ਿਟ ਪੋਲ ਕੁਛ ਕਹਿੰਦੇ ਆ, ਸੱਟਾ ਬਾਜ਼ਾਰ ਕੁਛ ਕਹਿੰਦਾ, ਹਵਾ ਵੀ ਚਲੋ ਮਾੜੀ ਮੋਟ ਕੁਛ ਹੋਰ ਕਹਿੰਦੀ ਆ, ਪਰ ਉਹਦੇ ਬਾਵਜੂਦ ਵੀ ਜਿਹੜਾ ਇਹ ਲੋਕਾਂ ਨੂੰ ਆ ਨਾ ਨਹੀਂ ਇੱਕ ਦੀ ਗੱਲ ਨਹੀਂ ਉਹ ਬਣਨੀ ਐਤਕੀ, ਉਹਦਾ ਕਰਕੇ ਹਰੇਕ ਦਾ ਧਿਆਨ ਉਸ ਪਾਸੇ ਲੱਗਾ ਵੀ ਯਾਰ ਪਤਾ ਤੇ ਲੱਗੇ ਵੀ ਮਸ਼ੀਨ 'ਚ ਹੋਇਆ ਕੀ। ਨਹੀਂ, ਇਹ ਗੱਲ ਤੁਹਾਡੀ ਠੀਕ ਹੈ। ਭਗਵੰਤ ਮਾਨ ਹੋਰੀ ਸਾਹਮਣੇ ਆਏ ਸੀ ਤਾਂ ਚਿਹਰੇ ਤੇ ਬਾਵਾ ਨੂਰ ਜਿਹਾ ਜਾਪਦਾ ਸੀ, ਐਤਕੀ ਐਨ ਹੌਲੇ ਫੁੱਲ ਜਿਹਾ ਜਾਪਦੇ, ਕਹਿੰਦੇ ਦੇਖੋ ਜੀ ਲੋਕਾਂ ਨੇ ਜਿੱਥੇ ਵੋਟਾਂ ਪਾਈਆਂ ਕੰਮ ਤਾਂ ਉੱਦਾਂ ਹੀ ਚੱਲਣਾ। ਪਰ ਇਹ ਵੀ ਪਤਾ ਲੱਗਾ ਆਮ ਆਦਮੀ ਪਾਰਟੀ ਦੇ ਕਈ ਲੀਡਰਾਂ ਨੂੰ ਤੇ ਸਮਰਥਕ ਜਿਹੜੇ ਕੱਲ੍ਹ ਤੱਕ ਨੇਤਾ ਜੀ ਕਹਿੰਦੇ ਸੀ, ਜਦੋਂ ਟਿਕਟ ਮਿਲ ਗਈ MLA ਸਾਹਿਬ ਕਹਿੰਦੇ ਸੀ, ਹੁਣ ਹੌਲੀ ਦੇਣੀ ਮੰਤਰੀ ਸਾਹਿਬ ਵੀ ਕਹਿਣ ਲੱਗ ਪਏ ਆ। ਛੇੜਨਾ ਤੇ ਹੈ ਹੀ ਆ। ਵੇਖੋ ਅਸੀਂ ਨਹੀਂ ਆਉਂਦੇ, ਫਿਰ ਤੁਸੀਂ ਕਹਿਣਾ ਵੀ ਮਾੜੀਆਂ ਗੱਲਾਂ ਕਰਦੇ ਜੀ, ਅਸੀਂ ਮਾੜੀ ਗੱਲ ਨਹੀਂ ਕਰਦੇ, ਪਰ ਅਸੀਂ ਸਿਰਫ ਇਹ ਜ਼ਰੂਰ ਕਹਿੰਦੇ ਹਾਂ ਵੀ ਪਿਛਲੀ ਏਰਾਂ ਵੀ ਬੜਿਆਂ ਦੀਆਂ ਉਹ ਕਹਿੰਦੇ ਸੀ ਸ਼ੇਰਵਾਨੀਆਂ ਜੀਆਂ ਤੇ ਸਫਾਰੀ ਸੂਟ ਜੇ ਮੁੜ ਕੇ ਕਹਿੰਦੇ ਵਰਤੇ ਨਹੀਂ ਗਏ, ਤੇ ਇਹ ਨਾ ਹੋਵੇ ਐਤਕੀ ਵੀ ਕਾਲੀ ਕਰਦੇ ਕਰਦੇ ਕਿਤੇ ਉਸ ਪਾਸੇ ਰਹੋ ਵੀ ਯਾਰ ਹੋਇਆ ਕੀ, ਯਾਰ ਬਿੱਲਿਆ ਕੀ ਚੱਕਰੀ ਹੋ। ਕਹਿੰਦਾ ਜਨਾਬ ਹੁਣ ਤੁਸੀਂ ਉਥੋਂ ਦਰਜੀ ਦੀ ਦੁਕਾਨ ਤੋਂ ਨਹੀਂ ਨਿਕਲਦੇ ਸੀ, ਸਾਨੂੰ ਤੇ ਅਸੀਂ ਦੱਸਣ ਡਿਆ ਵੀ ਇੱਧਰ ਕੁਝ ਹੋਰ ਹੋ ਗਿਆ ਜੀ, ਹੈ ਨਾ। ਇਸ ਕਰਕੇ ਪਹਿਲਾਂ ਕੰਮ ਨਿਬੇੜ ਕੇ ਜਦੋਂ ਕਾਗਜ਼ ਹੱਥ 'ਚ ਆ ਜੇ, ਉੱਤੇ 3-4 ਵਾਰ ਪੜ੍ਹਨਾ ਹੋ ਸਕਦਾ, ਲਾਗਲੇ ਕੋਲੋਂ ਪੜ੍ਹਾ ਲੈਣਾ ਵੀ ਵੀਰ ਨਾਂ ਠੀਕ ਲਿਖਿਆ, ਸਾਰਾ ਹਲਕਾ ਕਿੰਨੀਆਂ ਵੋਟਾਂ ਨਾਲ ਜਿੱਤੇ, ਫਾਈਨਲ ਘੁੱਗੀ ਹਰੇ ਪੈਨ ਵਾਲੀ ਠੀਕ ਆ, ਸਰਟੀਫਿਕੇਟ ਸਾਂਭ ਕੇ ਫਿਰ ਜਿਹੜੇ ਵੀ ਕੋਈ ਥਾਂ ਦੇ ਉੱਪਰ ਮੱਥਾ ਟੇਕਣਾ ਸ਼ੁਕਰਾਨਾ ਕਰਕੇ ਉਦੋਂ ਬਾਅਦ ਦਰਜੀ ਵਾਲੇ ਪਾਸੇ ਜਾਣਾ। ਇਹ ਨਾ ਵੀ ਪਹਿਲਾਂ ਉਧਰ ਤੁਸੀਂ ਮੇਚਾ ਦੇਈ ਜਾਓ, ਇੱਧਰ ਕੁਝ ਮੇਚ ਹੀ ਨਾ ਆਵੇ ਬਾਅਦ 'ਚ। ਨਹੀਂ, ਔਖਾ ਹੋ ਜਾਂਦਾ, ਬਾਕੀ ਬਾਹਰ ਮੇਚ ਲੈਂਦੇ ਫਿਰ ਅਗਲੇ ਉਦੋਂ ਤੱਕ। ਸੰਧਾਲੀਆ ਸਾਹਿਬ, ਇੱਕ ਗੱਲ ਤਾਂ ਹੈਗੀ ਆ, ਅਸੀਂ ਇਹ ਜ਼ਰੂਰ ਬੇਨਤੀ ਕਰਦੇ ਹਾਂ ਕਿ ਜਿਹੜੇ ਲੀਡਰਾਂ ਦੇ ਨਾਲ ਰਹੇ 3-4 ਮਹੀਨੇ, ਉਹਨਾਂ ਪਰਿਵਾਰਾਂ ਦੀਆਂ ਬੀਬੀਆਂ ਨੂੰ ਖਾਸ ਤੌਰ ਦੇ ਉੱਤੇ ਬੇਨਤੀ ਆ ਕਿ ਤੁਸੀਂ ਸਵੇਰੇ ਅੱਧਾ ਪੌਣਾ ਘੰਟਾ ਐਡਵਾਂਸ ਉੱਠਣਾ ਹੀ, ਪਹਿਲਾਂ ਉੱਠ ਕੇ ਚਾਹ ਧਰਨੀ ਹੈ, ਜੇ ਹੋ ਸਕੇ ਦੁੱਧ 'ਚ ਹੀ ਪੱਤੀ ਪਾ ਲਿਓ, ਨਾਲ ਇੱਕ ਅੱਧੀ ਜੇ ਕੋਈ ਪਿੰਨੀ ਹੈਗੀ ਆ ਸਿਆਲਾਂ ਵਾਲੀ ਜਾਂ ਬਿਸਕੁਟ ਖਵਾ ਜ਼ਰੂਰ ਦੇਣੇ ਆ, ਕਿਉਂਕਿ ਮੁੜ ਕੇ ਪਤਾ ਨਹੀਂ ਕੀ ਪਤਾ ਕੁਝ ਲੰਘਣਾ ਅੰਦਰ ਕਿ ਨਿਕਲਣਾ। ਐਵੇਂ ਕਿਸੇ ਵੇਲੇ ਨਿਰਣੇ ਕਾਲਜੇ ਨਾ ਇਹੋ ਜਿਹੀ ਖਬਰ ਨਹੀਂ ਸੁਣਾਉਣੀ ਚਾਹੀਦੀ। ਅੱਛਾ, ਇੱਕ ਚੀਜ਼ ਹੋ ਰਿਹਾ ਅਜੇ ਹਵਾ 'ਚ ਆ, ਅਸੀਂ ਨਹੀਂ ਕਹਿੰਦੇ ਹੈਗੀ ਕਿ ਨਹੀਂ ਹੈਗੀ, ਕਿਉਂਕਿ ਪਹਿਲਾਂ ਕਿਹੜਾ ਕੋਈ ਮੰਨਦਾ ਹੁੰਦਾ ਜੀ। ਬੜੇ ਲੋਕਾਂ ਨੇ ਰੌਲਾ ਪਾ ਕਹਿੰਦੇ 75 ਕਿ 25, ਉਹ ਕਹਿੰਦੇ ਨਹੀਂ 80 ਕਿ 20, ਫਿਰ ਕਹਿੰਦੇ ਨਹੀਂ 25 ਤੇ 75। ਉਹ 25-75 ਕਰਨ ਵਾਲੇ ਬੰਦੇ ਕਹਿੰਦੇ ਵੀ ਵਿੱਚ ਹੁਣ ਟੋਣ ਲੱਗ ਪਿਆ ਬੰਦੇ ਵੀ ਚਲੋ ਜਿੱਧਰ ਗੱਲ ਬਣਦੀ ਹੋਈ, ਹੁਣ ਸਾਹਿਬਾਂ ਨੂੰ ਤੇ ਫਿਰ ਪਤਾ ਕਰਨਾ ਹੀ ਪੈਣਾ ਵੀ 75 ਕਿੱਧਰ ਰੱਖਣੇ ਤੇ 25 ਕਿੱਧਰ ਰੱਖਣੇ ਆ। ਪਰ ਵਿੱਚ ਇਹ ਵੀ ਚਰਚਾ ਵੀ ਉਹਨਾਂ 'ਚੋਂ ਬੰਦੇ ਖੁਸ਼ ਵੀ ਆ। ਉਹ ਕਹਿੰਦੇ ਯਾਰ ਪਹਿਲਾਂ ਜਦੋਂ 75 ਤੇ 25 ਕਰਨਾ ਪੈਂਦਾ ਹੁੰਦਾ ਫਿਰ ਵਾਹਵਾ ਸਾਰਾ 75-25 ਕਰਨਾ ਪੈਂਦਾ ਹੁੰਦਾ ਇਹ। ਐਤਕੀ ਜੇ ਬੰਦੇ ਨਵੇਂ ਆ ਗਏ ਉਹਨਾਂ ਥੋੜ੍ਹੇ ਜਿਹੇ ਨਾਲ ਹੀ 75-25 ਨਾਲ ਸਰ ਜਾਣਾ। ਨਹੀਂ, ਇਹ ਚਰਚਾ ਆ, ਅਸੀਂ ਨਹੀਂ ਕਹਿੰਦੇ ਵੀ ਇਹ ਸਹੀ ਆ, ਪਰ ਜੇ ਪੰਜਾਬ ਅਜੇ ਵੀ ਉਹ ਥੋੜ੍ਹੇ ਜਿਹੇ ਵਾਲੇ ਪਾਸੇ ਚੱਲ ਪਿਆ, ਉਹ ਬੰਦੇ ਸੋਚਦੇ ਆ, ਇੱਧਰੋਂ ਬੰਦੇ ਮੰਨ ਗਏ ਵੀ ਚੱਲ ਯਾਰ ਬਹੁਤਾ ਨਹੀਂ ਤੇ ਥੋੜ੍ਹਾ ਸਹੀ, ਫਿਰ ਬਦਲਾਅ ਬਦਲੂ ਵਾਲੀ ਗੱਲ ਕੋਈ ਨਹੀਂ ਹੈਗੀ। ਨਹੀਂ, ਫਿਰ ਕੋਈ ਨਹੀਂ ਹੋ ਸਕਦਾ। ਆਮ ਕਈ ਬੰਦਿਆਂ ਦੀ ਬਹੁਤ ਚੱਲਦੀ ਹੁੰਦੀ ਹੈ, ਤੇ ਕਈ ਵਾਰੀ ਘਰੋਂ ਬੰਦਿਆਂ ਤੇ ਬਹੁਤ ਚੱਲਦੀ ਹੁੰਦੀ ਆ ਕਈਆਂ ਤੇ, ਹੈ ਨਾ, ਆਪਾਂ ਨਾਂ ਨਹੀਂ ਲੈਂਦੇ ਕਿਸੇ ਦਾ। ਉਹ ਹੋ ਸਕਦਾ ਕਿ ਸਵੇਰੇ ਜਦੋਂ ਉੱਠ ਕੇ ਜਾਣ, ਉਹ ਵੀ ਕਹਿ ਐਵੇਂ ਸਸਤੇ 'ਚ ਨਾ ਵਿਕ ਜਾਈ ਜੇ ਜਿੱਤ ਗਿਆ ਤੇ ਕਿਤੇ, ਆਹੋ ਮੁੱਲ ਵੀ ਪਾ ਲੈਂਦਾ ਹੁੰਦਾ, ਗਾਹਾਂ ਨਿਆਣੇ ਨੂੰ ਵੀ ਇਲੈਕਸ਼ਨ ਲੜਾਉਣੀ ਆ, ਖਰਚੇ ਪਤਾ ਕਿੰਨੇ ਹੋਏ ਆ, ਮੈਂ ਦੇਖੀ ਜਾਂ ਨਹੀਂ ਹਿਸਾਬ ਕਿਤਾਬ ਜਿਹਾ ਸਾਰਾ। ਅੱਜ ਹਿਸਾਬ ਨਾਲ ਮਾੜੀ ਜਿਹਾ ਧਿਆਨ ਨਾਲ, ਨਹੀਂ ਤਾਂ ਕਹਿ ਦੇ ਹੁੰਦਾ ਘਰੇ ਸਲਾਹ ਕਰਕੇ ਦੱਸੂ। ਹਾਂ, ਉਹ ਵੀ ਹੈ ਬੰਦੇ ਕਿਹੜੇ ਆਏ ਸੀ ਰਾਤੀ, ਇਹ ਕੀ ਕਹਿੰਦੇ ਸੀ, ਗੱਲਾਂ ਕਾਹਦੀਆਂ ਕਰਦੇ ਸੀ, ਉਹ ਕੁਛ ਨਹੀਂ ਤੈਨੂੰ ਨਹੀਂ ਪਤਾ, ਸੌਂ ਜਾ ਤੂੰ। ਨਹੀਂ, ਪਤਾ ਤੇ ਲੱਗੇ ਵੀ ਐਵੇਂ ਨਾ ਨੁਕਰ ਨਾ ਕਰਿਓ, ਕੋਈ ਬਹੁਤ ਹੈ ਵੀ ਆ ਜਿਹੜੇ ਸੱਚ ਪੁੱਤ ਬਣਨ ਦੀ ਲੋੜ ਨਹੀਂ ਹੈਗੀ। ਨਹੀਂ, ਅਸੀਂ ਨਹੀਂ ਕਹਿੰਦੇ ਕਿ ਇਦਾਂ ਆ, ਇਹ ਅਸੀਂ ਤਾਂ ਬਿਲਕੁਲ ਨਹੀਂ ਕਹਿਣ ਡਏ ਨਾ, ਸਾਨੂੰ ਲੋੜ ਕੋਈ ਨਹੀਂ। ਮੁਸ਼ਕਲ ਇਹ ਆ ਵੀ ਅਸੀਂ 2-3 ਦਿਨ ਪਹਿਲਾਂ ਇਦਾਂ ਕਹਿਣ ਲੱਗ ਪੈਂਦੇ ਹੁੰਦੇ ਆ, ਜਦੋਂ ਫਿਰ ਸਾਰਿਆਂ ਦੇ ਸਾਹਮਣੇ ਆ ਜਾਂਦੀ ਹੁੰਦੀ ਗੱਲ, ਫਿਰ ਸਾਰੀ ਦੁਨੀਆ ਕਹਿੰਦੀ, ਫਿਰ ਅਸੀਂ ਨਹੀਂ ਕਹਿੰਦੇ। ਬਾਕੀ ਕਾਂਗਰਸ ਪਾਰਟੀ ਨੇ ਐਤਕੀ ਦੇਖੋ, ਜਦੋਂ ਪਿਛਲੀ ਵਾਰੀ ਤੁਸੀਂ ਕਣਕ ਵੱਢੀ, ਕਿਉਂਕਿ ਇਹਨਾਂ ਦਾ ਇੱਕ ਮੈਂ ਤੁਹਾਡੇ ਸੁਭਾਅ ਦਾ ਦੇਖਿਆ ਇੱਕ ਵੀ ਇਹ ਕਹਿੰਦੇ ਕੰਬਾਈਨ ਭਰੇ ਲੈ ਜਾਓ, ਮੈਂ ਆਪੇ ਵੱਢਣੀ ਆ ਕਣਕ, ਫਿਰ ਜਿਉਂ ਗੋਡੇ ਥੱਲੇ ਲਾ ਕੇ ਵੱਢਣ ਲੱਗਦੇ ਆ, ਭਰੀਆਂ ਵੀ ਆਪ ਹੀ ਪਾਉਂਦੇ ਆ। ਪਿਛਲੀ ਵਾਰੀ ਤੁਸੀਂ ਗਿੱਲੀ ਕਰ ਲਈ ਸੀ ਕਣਕ, ਇੱਦਾਂ ਕਰਦਿਆਂ ਨੇ। ਐਤਕੀ ਫਿਰ ਤੁਸੀਂ ਥੋੜ੍ਹੀ ਜਿਹੀ ਉਹ ਉੱਥੋਂ ਸਿੱਖਿਆ ਵੀ ਨਹੀਂ, ਇੱਦਾਂ ਨਹੀਂ ਭਾਈ, ਕੰਬਾਈਨ ਫਰਾ ਲਓ, ਅੱਧੇ ਕਿਤੇ ਖਾਣ ਜੋਗੇ ਦਾਣੇ ਤਾਂ ਨਾ ਸਲਾਬੇ ਜਾਣ। ਐਤਕੀ ਕਾਂਗਰਸੀਆਂ ਦੇ ਵੀ ਜਿਹੜੇ ਗੋਆ ਦੇ ਵਿੱਚ ਦਾਣੇ ਪਿਛਲੀ ਵਾਰੀ ਸਲਾਬੇ ਗਏ ਸੀ, ਉਹ ਤੋਂ ਸਿੱਖਦੇ ਹੋਏ ਅਗਲਿਆਂ ਨੇ ਪੰਜਾਬ ਦੇ ਵਿੱਚ ਭਾਵੇਂ ਐਗਜ਼ਿਟ ਪੋਲ ਦੇ ਵਿੱਚ ਉਹਨਾਂ ਦੀ ਬੋਰੀ ਊਣੀਓ ਹੀ ਲੱਗਦੀ ਹੈ, ਪਰ ਫਿਰ ਵੀ ਅਜੇ ਮਾਕਨ ਤੇ ਪਵਨ ਖੇੜਾ 2 ਸੈਂਟਰ ਤੋਂ ਉਹਨਾਂ ਨੇ ਲੀਡਰ ਪੰਜਾਬ 'ਚ ਭੇਜ ਦਿੱਤੇ। ਡੀਟੀ ਉਹਨਾਂ ਦੀ ਇਹ ਲੱਗੀ ਆ, ਉਹ ਬੀਬੀ ਪ੍ਰਿਯੰਕਾ ਗਾਂਧੀ ਨੇ ਕਹਿੰਦੇ ਕਹਿ ਕੇ ਭੇਜਿਆ ਕਿ ਤੁਸੀਂ ਹਰ ਇੱਕ ਆਪਣੇ ਉਮੀਦਵਾਰ 'ਤੇ ਨਿਗਾਹ ਰੱਖਣੀ ਹੈ। ਤੇ ਬੀਬੀ ਜੀ ਨੇ ਨਿਗਾਹ ਕਹਿੰਦੇ ਰਾਜਸਥਾਨ ਤੇ ਛੱਤੀਸਗੜ੍ਹ ਦੇ ਕੁਝ ਇੱਕ ਹੋਟਲਾਂ ਦੇ ਉੱਤੇ ਰੱਖੀ ਹੈ ਕਿ ਜਿਹੜਾ ਲੱਗਦਾ ਹੋਇਆ ਕਿ ਭਾਈ ਜਿੱਤ ਚੱਲਿਆ, ਨਾਲ ਹੀ ਉਹ ਰਾਜਸਥਾਨ ਤੇ ਛੱਤੀਸਗੜ੍ਹ ਵਾਲੇ ਪਾਸੇ ਨੂੰ ਤੋੜ ਲੈਣਾ, ਇਹਦੇ ਤੋਂ ਪਹਿਲਾਂ ਕਿ ਹੋਰ ਉਹਨੂੰ ਕੋਈ ਤੋੜ ਲਵੇ। ਸੋ ਤੋੜਨਾ ਪਹਿਲਾਂ,
ਟੁੱਟਣ ਤੋਂ ਬਚਾਉਣ ਲਈ। ਨਹੀਂ ਇਹ ਉਦਾਂ ਹੀ ਹੈ ਜਿੱਦਾਂ ਜੇ ਕਣਕ ਦੀ ਉਦਾਹਰਨ ਦਿੱਤੀ ਆ ਤੇ ਜਿੱਦਾਂ ਕਣਕ ਗਾਉਣ ਲੱਗਿਆ ਨਹੀਂ, ਮਤਲਬ ਹੁਣ ਤੇ ਵੈਸੇ ਕੰਮ ਘਟ ਗਿਆ ਜੀ, ਪਰ ਫਿਰ ਵੀ ਚਲੋ ਜਿੱਥੇ ਭਰੀਆਂ ਵਾਲੇ ਗਾਉਣ ਵਾਲਾ ਕੰਮ ਹੈ ਵੀ ਜੇ ਢੇਰੀ ਨਹੀਂ ਲੱਗਣ ਦੇਣੀ ਤੇ ਉਹ ਆਪਣੇ ਕੋਲੇ ਨਹੀਂ ਹੈਗਾ ਵੀ ਆਪਣੇ ਆਪ ਹੀ ਚੁੱਕ ਕੇ ਟਰਾਲੀ 'ਚ ਪੈਂਦੀ ਜਾਵੇ। ਤੇ ਪਹਿਲਾਂ ਕਿ ਵੀ ਕਹਿੰਦਾ ਪੀਪਾ ਜਦੋਂ ਭਰ ਗਿਆ ਨਾ ਚੁੱਕ ਕੇ ਟਰਾਲੀ ਨਾਲ ਹੀ ਥੱਲੇ ਨਹੀਂ ਆਪਾਂ ਕਰਨਾ। ਉਹਨਾਂ ਦੀ ਡਿਊਟੀ ਇਹ ਲੱਗੀ ਵੀ ਤੂੰ ਨਿਗਾਹ ਰੱਖਣੀ ਵੀ ਜਦੋਂ ਪੀਪਾ ਭਰਿਆ ਦਾਣਿਆਂ ਦਾ ਚੁੱਕ ਕੇ ਟਰਾਲੀ 'ਚ ਦੂਜਾ ਬਦਲ ਦੇਣਾ। ਸੋ ਹੁਣ ਅਗਲੇ ਬੰਦੇ ਕਹਿੰਦੇ ਵੀ ਟਰਾਲੀ ਅਸੀਂ ਰਾਜਸਥਾਨ ਡੱਕੀ ਤੇ ਇੱਕ ਛੱਤੀਸਗੜ੍ਹ ਡੱਕੀ ਹੈ ਜੀ, ਪੀਪਾ ਇਧਰੋਂ ਜਿਹੜਾ ਭਰਦਾ ਹੈਗਾ। ਹਾਲਾਂਕਿ ਐਤਕੀ ਐਗਜ਼ਿਟ ਪੋਲ ਕਹਿੰਦਾ ਵੀ ਝਾੜ ਘੱਟ ਹੈ ਕਣਕ ਦਾ ਪਰ ਅਸੀਂ ਨਹੀਂ ਕਹਿੰਦੇ। ਇਹ ਤਾਂ ਹੁਣ ਜਦੋਂ ਵੱਢਾਂਗੇ ਜਦੋਂ ਗਾਵਾਂਗੇ ਉਦੋਂ ਬਾਅਦ ਪਤਾ ਲੱਗਣਾ ਵੀ ਹਾਂ ਕੀ ਨਿਬੜੀ। ਦੇਖੋ ਸੰਧਾਲੀਆ ਸਾਹਿਬ, ਝਾੜ ਘੱਟ ਹੋ ਜਾਂ ਵੱਧ ਹੋਵੇ, ਜਦੋਂ ਕਿਸਾਨ ਕੋ ਮੰਡੀ 'ਚ ਵੇਚ ਜਾਂਦਾ ਪਿੰਡਾਂ ਕਿਤੇ ਦੇਖੋ ਬੜੀ ਨਿਗਲੀ ਵੀ ਐਤਕੀ ਕਣਕ ਐਤਕੀ ਬੱਲੇ ਬੱਲੇ ਕੋਈ ਦੱਸਦਾ ਹੁੰਦਾ ਵੀ ਥੋੜੀ ਹੋਈ ਹੈ ਉਹ ਵੀ ਇੱਦਾਂ ਕਹੀ ਜਾਂਦੇ ਆ। ਨਹੀਂ ਉਹਦੇ ਵੈਸੇ ਇੱਕ ਗੱਲ ਹੈ, ਦੂਰੋਂ ਕਈਆਂ ਬੰਦੇ ਨੂੰ ਪਤਾ ਲੱਗ ਜਾਂਦਾ, ਕਹਿੰਦਾ ਇਹਦੇ ਭਰੀ ਗਲ 'ਚ ਪਈ ਤੁਰੀ ਜਾਂਦੀ, ਉੱਥੋਂ ਹੀ ਪਤਾ ਲੱਗਦਾ ਵੀ ਕਿੰਨੀ ਨਿਕਲੀ ਹੈ। ਚਲੋ ਇਹ ਗੱਲ ਠੀਕ ਆ ਹੁਣ ਵੀ ਇਸ ਵਕਤ ਟੁੱਟਣ ਤੋਂ ਬਚਾਉਣ ਦੇ ਲਈ ਕਾਂਗਰਸ ਪਾਰਟੀ ਜ਼ੋਰ ਲਾਉਣ ਲੱਗ ਪਈ ਤੇ ਇਹੋ ਜਿਹੀ ਚਰਚਾ ਆਮ ਆਦਮੀ ਪਾਰਟੀ ਵਾਲੇ ਪਾਸੋਂ ਵੀ ਸੁਣਨ ਨੂੰ ਮਿਲੀ ਹੈ ਵੀ ਇਹਦੋਂ ਪਹਿਲਾਂ ਤੱਕ ਤਾਂ ਉਹਨਾਂ ਨੂੰ ਇਹ ਲੱਗਦਾ ਸੀ ਵੀ ਚੱਲ ਕਿਹੜਾ ਕੁਛ ਨਿਕਲ ਲਿਆ ਈ, ਪਰ ਜਦੋਂ ਹੁਣ ਐਗਜ਼ਿਟ ਪੋਲ ਤੇ ਸੱਟੇ ਬਾਜ਼ਾਰ ਵਾਲਿਆਂ ਨੇ ਆਖਿਆ ਵੀ ਨਹੀਂ ਗੁਰੂਓ ਤੁਸੀਂ ਤੇ ਗੇੜਾ ਹੀ ਨੇ ਮਾਰਿਆ, ਕਣਕ ਚੰਗੀ ਹੈ ਐਤਕੀ, ਉਹ ਵੀ ਹੁਣ ਇੱਧਰ ਉੱਧਰ ਗੇੜੇ ਤੇ ਗੇੜਾ ਵੀ ਕਹਿੰਦੇ ਵੇਖਿਓ ਕਿਤੇ ਨਿਗਾਹ ਨੁਗਾਹ ਰੱਖੋ, ਕੋਈ ਹੋਰ ਕੁਛ ਨਹੀਂ ਤੇ ਕੋਈ ਕਿਸੇ ਵੇਲੇ ਦਾ ਇਹੋ ਜਿਹੀ ਪੱਕੀ ਕਣਕ ਦੀ ਇੱਕੋ ਪ੍ਰੋਬਲਮ ਆਉਂਦੀ ਆ ਵੀ ਜਦੋਂ ਨੂੰ ਤੁਸੀਂ ਤਿਆਰੀ ਕਰਨੀ ਵੀ ਆਪਾਂ ਵੱਢਣੀ ਆ, ਉਧਰੋਂ ਕਿਸੇ ਨਾ ਕਿਸੇ ਗੁਆਂਢੀ ਨੇ ਫਿਰ ਵੱਟ ਗਿੱਲੀ ਕਰਕੇ ਤੇ ਸੀਰ ਪਾ ਦੇਣੀ ਹੁੰਦੀ, ਫਿਰ ਉਹ ਯਾਰ ਤੇਰਾ ਭਲਾ ਜਾਂ ਪਤਾ ਨਹੀਂ ਕਿਹੜਾ ਭਰ ਗਏ ਰਾਤ, ਉਹ ਭਰਨੋਂ ਬਚਾਉਣੀ ਐ ਐਤਕੀ। ਨਹੀਂ ਬਹੁਤ ਜ਼ਰੂਰੀ ਹੈ। ਦੇਖੋ ਆਮ ਆਦਮੀ ਪਾਰਟੀ ਵਾਲਿਆਂ ਦਾ ਕਹਿੰਦੇ ਪੱਛਮੀ ਬੰਗਾਲ 'ਚ ਵੀ ਹੈਗਾ ਕੰਟੈਕਟ 'ਚ ਆ, ਦਿੱਲੀ 'ਚ ਤਾਂ ਉਹ ਜਾ ਨਹੀਂ ਸਕਦੇ ਕਿ ਜੇ ਕਿਤੇ ਇਦਾਂ ਦਾ ਰੌਲਾ ਪੈ ਗਿਆ ਕਿ ਤ੍ਰਿਸ਼ੰਕੂ ਵਿਧਾਨ ਸਭਾ ਹੋਈ, ਜੇ ਕਿਤੇ ਟੁੱਟ ਭੱਜ ਦਾ ਰੌਲਾ ਹੋਇਆ ਤੇ ਆਪਣੇ ਬੰਦੇ ਉਧਰਲੇ ਪਾਸੇ ਨੂੰ ਤੋਰ ਸਕਦੇ ਆ। ਕਿ ਸਾਰੇ ਪਹਿਲਾਂ ਹੀ ਐਨ ਕਾਇਮ ਬੈਠੇ ਅੱਖ ਰੱਖ ਕੇ। ਪੰਜਾਬ ਦੇ ਨਾਲ ਆਪਾਂ ਭੂਰਾ ਗੋਆ ਦੀ ਗੱਲ ਕਰ ਲਈਏ, ਗੋਆ ਦੇ ਵਿੱਚ ਪੀ ਚਿਦੰਬਰਮ ਹੋਰਾਂ ਦੀ ਡਿਊਟੀ ਲੱਗੀ ਹੈ। ਦੇਖੋ ਵਿੱਤ ਮੰਤਰੀ ਰਹੇ ਨੇ, ਉਹਨਾਂ ਨੂੰ ਪਤਾ ਹੈ ਕਿ ਭਾਈ ਪੈਸਾ ਕੀ ਕੁਛ ਕਰਾ ਸਕਦਾ ਹੈ, ਇਸ ਕਰਕੇ ਉਹ 3 ਦਿਨ ਪਹਿਲਾਂ ਹੀ ਗੋਆ ਚਲੇ ਗਏ ਤੇ ਉੱਥੇ ਰੌਲਾ ਪੈ ਗਿਆ ਜੀ, ਚੱਕ ਲੈ ਕਾਂਗਰਸ ਪਾਰਟੀ ਨੇ ਆਪਣੇ ਉਮੀਦਵਾਰ ਚੱਕ ਲੈ, 37 ਬੰਦੇ ਆ, 40 ਸੀਟਾਂ ਇੱਕ ਹੋਟਲ 'ਚ ਰੱਖ ਲੈ। ਚਿਦੰਬਰਮ ਸਾਨੂੰ ਪੁੱਛਿਆ, ਕਹਿੰਦੇ ਨਾ ਸਾਡੀ ਪਾਰਟੀ ਦੇ ਇੱਕ ਲੀਡਰ ਦਾ ਜਨਮ ਦਿਨ ਹੈ, ਉੱਥੇ ਗਏ ਆ ਤੇ ਜਨਮ ਦਿਨ ਦੀ ਪਾਰਟੀ ਅੱਧੇ ਘੰਟੇ ਦੀ ਵੀ ਹੋ ਸਕਦੀ, 2 ਘੰਟੇ ਦੀ ਵੀ ਹੋ ਸਕਦੀ ਆ, 2-3 ਦਿਨ ਦੀ ਵੀ ਹੋ ਸਕਦੀ ਆ। ਜਾਨੀ ਪੀ ਚਿਦੰਬਰਮ ਹੋਰਾਂ ਨੇ ਬਿਲਕੁਲ ਨਹੀਂ ਕਿਹਾ ਕਿ ਅਸੀਂ ਕੋਈ ਬੰਦਾ ਬਾਹਰ ਅੰਦਰ ਕੀਤਾ ਹੈ। ਉਹ ਕਹਿੰਦੇ ਦੇਖੋ ਬੰਦੇ ਹੋਟਲ ਜ਼ਰੂਰ ਨੇ ਪਰ ਜਨਮ ਦਿਨ ਹੈ, ਕਿਹਦਾ ਹੈ, ਕਿੰਨੀ ਨੂੰ ਹੈ, ਇਹ ਨਹੀਂ ਪਤਾ। ਕਾਂਗਰਸ ਨੇ ਗੋਆ 'ਚ ਵੀ ਬੰਦੇ ਸਾਹਮਣੇ ਸ਼ੁਰੂ ਕਰਦੇ, ਕਹਿੰਦੇ ਐਤਕੀ ਨਹੀਂ ਟੁੱਟਦਾ ਕੋਈ, ਪਿਛਲੇ ਜਿਹੜੇ ਭਾਂਡੇ ਕੱਚੇ ਸੀ। ਨਹੀਂ ਸੀਗਾ ਪਿਛਲੀ ਵਾਰ ਵੀ ਕੰਮ ਕਹਿੰਦੇ ਹੋਟਲ ਵਾਲਾ ਹੀ, ਪਰ ਉਦੋਂ ਕਹਿੰਦੇ ਇੱਕੋ ਬੰਦਾ ਹੋਟਲ 'ਚ ਸੀਗਾ, ਬਾਕੀ ਬੰਦੇ ਬਾਹਰ ਸੀ, ਇਸ ਕਰਕੇ ਉਹ ਕਹਿੰਦੇ ਵੀ ਨਹੀਂ ਐਤਕੀ ਸਾਰੇ ਬੰਦੇ ਹੋਟਲ 'ਚ ਰੱਖੋ, ਹੈ ਨਾ ਜੀ। ਇਹ ਹੁਣ ਕੌਣ ਜਿਹੜਾ ਬੰਦਾ ਹੋਟਲ ਸੀ ਉਹਦਾ ਪੀਪੇ ਤੇ ਨਿਗਾਹ ਰੱਖਣ ਨੂੰ ਮੇਰਾ ਰੱਖਿਆ ਹੁੰਦਾ, ਉਹਦੇ ਘਰੇ ਧੌਣ 'ਚ ਮਾਰ ਦਿੰਦੇ, ਯਾਰ ਪੀਪਾ ਭਰ ਕੇ ਦੇਖ ਲਓ। ਆਹੋ ਇਹ ਹੁਣ ਤੁਸੀਂ ਆਪ ਕੱਢ ਕੇ ਦੇਖ ਲਿਓ ਵੀ ਉਦੋਂ ਕਿਹੜਾ ਬੰਦਾ ਹੋਟਲ 'ਚ ਸੀਗਾ ਤੇ ਉਹਦੇ ਹੋਟਲ 'ਚ ਰਹਿਣ ਦੇ ਚੱਕਰ 'ਚ ਕੀ ਕੁਝ ਹੋ ਗਿਆ ਸੀ। ਅੱਛਾ ਇੱਕ ਚੀਜ਼ ਹੈ ਕਿ ਵੀ ਭਗਵੰਤ ਮਾਨ ਹੋਰਾਂ ਨੇ ਇੱਕ ਗੱਲ ਕਹੀ ਹੈ ਜੀ, ਹੁਣ ਪਤਾ ਨਹੀਂ ਵੀ ਇੰਨੀ ਨਿਮਰਤਾ ਕਿੱਦਾਂ ਆ ਗਈ ਜਾਂ ਕੀ ਕਾਰਨ, ਜਾਂ ਫਿਰ ਵਿਚਾਰੇ ਅਜੇ ਵੀ ਨਾ ਜਿੱਦਾਂ ਬੰਦੇ ਨੂੰ ਆਖੀ ਜਾਂਦਾ ਨਹੀਂ ਤੂੰ ਜਿੱਤ ਗਿਆ ਹੀ, ਅੱਛਾ ਉਹ ਨਹੀਂ ਆਪਾਂ ਲੈ ਗਏ ਨੰਬਰ, ਅੱਛਾ ਚੁੰਡੀ ਵੱਢੋ ਮੜੀ ਯਾਰ, ਮੈਨੂੰ ਯਕੀਨ ਜਿਹਾ ਨਹੀਂ ਆਉਂਦਾ। ਸੋ ਉਸ ਹਿਸਾਬ ਨਾਲ ਇਸ ਵਕਤ ਭਗਵੰਤ ਮਾਨ ਹੋਣੀ ਜਿੱਦਾਂ ਜ਼ਿਕਰ ਕਰਦੇ ਹੁਣ ਆਪਣਾ ਭਾਈਚਾਰਾ ਪੁੱਛਦਾ ਵੀ ਮਾਨ ਸਾਹਿਬ ਐਤਕੀ ਤੇ ਫਿਰ ਲੈ ਗਏ ਨੰਬਰ ਜੀ ਐਗਜ਼ਿਟ ਪੋਲ, ਨਹੀਂ ਉਹ ਤਾਂ ਕੋਈ ਗੱਲ ਨਹੀਂ ਗੀ। ਵੇਖੋ ਅਸੀਂ ਤਾਂ ਅਪੀਲ ਹੀ ਕੀਤੀ ਸੀ ਲੋਕਾਂ ਨੂੰ ਬਦਲਾਅ ਲਈ, ਲੱਗਦਾ ਵੀ ਉਹਨਾਂ ਨੇ ਮੰਨ ਲਈ ਹੈ। ਉਹ ਕਹਿੰਦੇ ਵੀ ਤੁਸੀਂ ਫਿਰ ਵਿਰੋਧੀਆਂ ਨੂੰ ਕਿੱਦਾਂ ਦੇਖਦੇ? ਅਸੀਂ ਵਿਰੋਧੀਆਂ ਨੂੰ ਕੀ ਕਹਿ ਸਕਦੇ ਜੀ, ਵਿਰੋਧੀ ਠੀਕ ਆ, ਉਹਨਾਂ ਨੇ ਮਾੜੀ ਰਾਜਨੀਤੀ ਕੀਤੀ, ਸਾਨੂੰ ਗਾਲਾਂ ਕੱਢੀਆਂ, ਅਸੀਂ ਤਾਂ ਇਹੋ ਆਖਿਆ ਵੀ ਅਸੀਂ ਪੰਜਾਬ 'ਚ ਆਹ ਲਿਆਵਾਂਗੇ, ਲੋਕਾਂ ਸ਼ਾਇਦ ਮੰਨ ਲਈ ਹੈ। ਮਤਲਬ ਉਹ ਚੂੰਡੀ ਵੱਢਣ ਵਾਲਾ ਕੰਮ ਸਾਫ਼ ਨਜ਼ਰ ਆਉਂਦਾ ਹੈ ਵੀ ਪਤਾ ਨਹੀਂ ਬੰਦੇ ਨੂੰ ਅਜੇ ਵੀ ਲੱਗਦਾ ਵੀ ਯਾਰ ਪਤਾ ਨਹੀਂ ਕਿਤੇ ਉਹ ਗੱਲ ਨਾ ਹੋਵੇ। ਨਹੀਂ ਸੰਧਾਲੀਆ ਸਾਹਿਬ ਦੇਖੋ ਭਗਵੰਤ ਮਾਨ ਹੋਰਾਂ ਨੇ ਨਾ ਐਤਕੀ ਨੀਤੀ ਆਪਣੀ ਬਦਲੀ। ਆਪਾਂ ਕਈ ਵਾਰ ਕਿਹਾ ਕਿ ਪੱਗ ਦਾ ਸਟਾਈਲ ਬਦਲਿਆ, ਬੋਲਣ ਦਾ ਸਟਾਈਲ ਬਦਲਿਆ, ਹਾਸ ਰਸ ਘਟਾਇਆ। ਪਿਛਲੀ ਵਾਰ ਜਦੋਂ 2017 ਦੇ ਵਿੱਚ ਵੋਟਾਂ ਦੀ ਗਿਣਤੀ ਹੋਣੀ ਸੀ ਤਾਂ EVM ਮਸ਼ੀਨਾਂ ਖੁੱਲ੍ਹਣ ਤੱਕ ਆਮ ਆਦਮੀ ਪਾਰਟੀ ਦੇ ਸਮਰਥਕ ਸਰਕਾਰ ਬਣਾ ਕੇ ਬੈਠੇ ਸੀ, ਲੱਡੂ ਕਹਿ ਕੇ ਬੈਠੇ ਸੀ, ਢੋਲ ਵਾਲੇ ਨੂੰ ਸਾਈ ਦੇ ਕੇ ਬੈਠੇ ਸੀ ਕਿ ਭਾਈ ਅੱਜ ਤਾਂ ਕੰਮ ਨਿਬੜ ਹੀ ਗਿਆ। ਤੇ ਭਗਵੰਤ ਮਾਨ ਹੋਰਾਂ ਨੂੰ ਦਿਨ ਚੇਤੇ ਆ, ਇਸ ਕਰਕੇ ਉਹ ਪਹਿਲਾਂ ਹੀ ਕੋਈ ਬਹੁਤ ਜ਼ਿਆਦਾ ਖੁਸ਼ੀ ਦਾ ਇਜ਼ਹਾਰ ਕਰ ਨਹੀਂ ਰਹੇ। ਇੱਕ ਧਿਰ ਜਿਹੜੀ ਕਿ ਕਸੂਤੀ ਫਸ ਗਈ ਉਹ ਅਫਸਰਸ਼ਾਹੀ ਹੈ। ਪਹਿਲਾਂ ਹੁੰਦਾ ਸੀ ਕਾਂਗਰਸ ਦੀ ਸਰਕਾਰ ਹੈ, ਠੀਕ ਹੈ, ਵੋਟਾਂ ਪਈਆਂ 'ਚ ਲੱਗਦਾ ਅਕਾਲੀ ਭਾਰੂ ਆ ਤੇ ਅਫਸਰਾਂ ਨੇ 2-4 ਗੇੜੇ ਉਧਰਲੇ ਪਾਸੇ ਮਾਰ ਲੈਣੇ, ਦੱਸੋ ਜੀ ਤੁਹਾਡਾ ਹੀ ਐਤਕੀ ਲੱਗਦਾ, ਤੁਸੀਂ ਕੋਈ ਗੱਲ ਨਹੀਂ, ਤੁਸੀਂ ਧਿਆਨ ਰੱਖਿਓ, ਅਸੀਂ ਧਿਆਨ ਰੱਖਾਂਗੇ। ਗੱਲ ਕਿਹੜੀ ਆ? ਜੇ ਅਕਾਲੀਆਂ ਦੀ ਨੇ ਤਾਂ ਕਾਂਗਰਸੀਆਂ ਵਾਲੇ ਪਾਸੇ ਗੇੜੇ ਮਾਰਦੇ ਹੋ, ਦੇਖੋ ਜੀ ਪੁਰਾਣਾ ਸਬੰਧ ਹੈ, ਉਦੋਂ ਵੀ ਤੁਹਾਡੀ ਸਰਕਾਰ ਸੀ, ਆਪਾਂ ਕਿੰਨੇ ਕੰਮ ਰਲ ਮਿਲ ਕੇ ਕੀਤੇ। ਐਤਕੀ ਕਹਿੰਦੇ ਆ ਕਿ ਜਿਨ੍ਹਾਂ ਨੂੰ ਅੰਦਰ ਖਾਤੇ ਇਦਾਂ ਦੀ ਗੱਲ ਹੋਣ ਲੱਗ ਪਈ ਕਿ ਐਤਕੀ ਤਾਂ ਹੋ ਸਕਦਾ ਕਿ ਤੀਸਰੀ ਧਿਰ ਆ ਜਾਏ, ਇੱਕ ਦੂਜੇ ਨੂੰ ਟੈਲੀਫੋਨ ਕਰਕੇ ਪੁੱਛਦੇ ਯਾਰ ਉਹਦੇ ਕੁਝ ਆਈ ਹੈ, ਗਾਲੀ ਨਾ ਪੈ ਜਾਵੇ ਬੰਦਾ। ਵੈਸੇ ਗੱਲ ਹੀ ਆ ਨਾ, ਕਿਉਂਕਿ ਪਹਿਲਿਆਂ ਦਾ ਹਿਸਾਬ ਕਿਤਾਬ ਹੁੰਦਾ ਕਿ ਉਹ ਠੀਕ ਨੇ, ਐਡਜਸਟ ਕਰ ਲੈਂਦੇ ਆ। ਹੁਣ ਨਵੇਂ ਬੰਦੇ ਨੇ
ਤੇ ਇਹਦੇ ਨਾਲ ਕਹਿੰਦੇ ਰਵਾਇਤੀ ਪਾਰਟੀਆਂ ਦੇ ਕਈ ਲੀਡਰਾਂ ਨੂੰ ਵੀ ਥੋੜਾ ਜਿਹਾ ਹੋਰ ਤਰ੍ਹਾਂ ਹੋਇਆ ਕਿ ਭਾਈ ਜੇ ਕਿਤੇ ਉਹਨਾਂ ਦੀ ਸਰਕਾਰ ਆ ਗਈ, ਜੇ ਕੋਈ ਜਾਂਚ ਪੜਤਾਲ ਆ ਗਈ, ਕਿਤੇ ਉੱਥੋਂ ਜਿਹਾ ਨਾ ਆ ਜਾਵੇ। ਨਹੀਂ, ਇਹ ਲੱਗ ਰਿਹਾ ਵੈਸੇ ਹੈਰਾਨਗੀ ਵਾਲੀ ਸਾਰਿਆਂ ਨੂੰ ਗੱਲ ਹੋਈ। ਹੁਣ ਦੇਖੋ ਢੀਂਡਸਾ ਸਾਹਿਬ ਸੀਨੀਅਰ ਲੀਡਰ ਨੇ, ਮੇਰੇ ਖਿਆਲ ਨਾਲ ਸਭ ਤੋਂ ਪਹਿਲਾਂ ਜਦੋਂ ਕਹਿਣ ਲੱਗੇ ਸੀ ਉਹ ਕਹਿੰਦੇ ਵੀ ਅਕਾਲੀ ਦਲ ਤੇ ਗਿਆ, ਤੁਸੀਂ ਦੇਖਿਓ ਬਦਲਾਅ ਆਉਣਾ, ਬੀਜੇਪੀ ਆਏਗੀ। ਹੁਣ ਜਾਂ ਤਾਂ ਉਹ ਜਿੱਦਾਂ ਉੱਪਰੋਂ ਉਹਨਾਂ ਨੂੰ ਦਿੱਲੀੋਂ ਚਿੱਠੀ ਦਿੱਤੀ ਸੀ ਵੀ ਉਹ ਇਹ ਕਹਿੰਦਾ ਵੀ ਉਹ ਪੋਸਟ ਕਾਰਡ ਜੇ ਤੇ ਲਿਖ ਕੇ 4 ਲੈਣਾ ਹੁੰਦੀਆਂ, ਜਦੋਂ ਆਮ ਤੌਰ ਤੇ ਰੇਡੀਓ ਸਟੇਸ਼ਨ ਵਾਲਿਆਂ ਨੂੰ ਚਿੱਠੀ ਆਉਂਦੀ ਹੁੰਦੀ ਵੀ ਮੈਂ ਫਲਾਨੇ ਸ਼ਹਿਰ ਤੋਂ ਆਪਣੀ ਪਸੰਦ ਦਾ ਗਾਣਾ ਸੁਣਾ ਦੇਣਾ, ਫਰਮਾਇਸ਼ ਹੈ ਨਾ, ਫਰਮਾਇਸ਼ੀ ਗੀਤ ਦੇ ਵਿੱਚ। ਉਸੇ ਤਰ੍ਹਾਂ ਹੀ ਮਤਲਬ ਉਹ ਆਂਦੇ ਵੀ ਮਤਲਬ ਉਹ ਜਿਵੇਂ ਮਰਜ਼ੀ ਆਪਣੀ ਪਸੰਦ ਦਾ ਕੁਝ ਨਹੀਂ ਬੋਲਣਾ, ਜਿਵੇਂ ਜਿਵੇਂ ਉੱਪਰੋਂ ਆਰਡਰ ਆਇਆ ਉੱਦਾਂ ਦਾ ਬੋਲ ਦੇਣਾ। ਹੁਣ ਤੱਕ ਤੇ ਉਹ ਕਹਿੰਦੇ ਰਹੇ ਇੱਦਾਂ ਹੀ ਵੀ ਨਾ ਜੀ ਨਾ ਇਹ ਤਾਂ ਖਤਮ। ਪਹਿਲੀ ਵਾਰ ਉਹਨਾਂ ਮੰਨਿਆ, ਉਹ ਕਹਿੰਦੇ ਵੀ ਦੇਖੋ ਜੇ ਤੇ ਐਗਜ਼ਿਟ ਪੋਲਾਂ ਤੇ ਰਹੀਏ ਤੇ ਫਿਰ ਤੇ ਮੈਂ ਨਹੀਂ ਕਹਿੰਦਾ ਵੀ ਇਹ ਸੱਚੇ ਆ ਤੇ ਮੈਂ ਇਹ ਵੀ ਨਹੀਂ ਕਹਿੰਦਾ ਵੀ ਝੂਠੇ ਆ। ਹੁਣ ਤੱਕ ਦੇ ਲਿਹਾਜ਼ ਨਾਲ ਕਹਿੰਦੇ ਵੀ ਅਸੀਂ ਅੱਛਾ ਕੀਤਾ ਜੀ, ਸਰਕਾਰ ਤੇ ਚਲੋ ਨਹੀਂ ਬਣਦੀ ਜਾਪਦੀ, ਪਰ ਸਾਨੂੰ ਆਸ ਹੈ ਵੀ ਅੱਗੇ ਨਾਲੋਂ ਸਾਨੂੰ ਹੁੰਗਾਰਾ ਵਧੀਆ ਮਿਲਿਆ। ਵਾਹ ਜੀ ਵਾਹ। ਹੁਣ ਇੱਦਾਂ ਦੀ ਰਲਦੀ ਮਿਲਦੀ ਜੀ ਗੱਲ ਹਰਜੀਤ ਸਿੰਘ ਗਰੇਵਾਲ ਉਹਨੇ ਮੰਨੀ। ਉਹ ਕਹਿੰਦੇ ਹਾਂ ਠੀਕ ਆ ਵੀ ਸਰਕਾਰ ਤੇ ਦੂਰ ਲੱਗਦੀ ਏ, ਪਰ ਅੱਗੇ ਨਾਲੋਂ ਸਾਨੂੰ ਹੁੰਗਾਰਾ ਬੜਾ ਮਿਲਿਆ। ਉਹ ਕਹਿੰਦੇ ਵੀ ਕਿੰਨਾ ਕੁ ਹੁੰਗਾਰਾ ਮਿਲਿਆ? ਕਹਿੰਦੇ ਕਾਫੀ ਪਰਸੈਂਟ। ਤੁਸੀਂ ਜਦੋਂ ਵੋਟਾਂ ਦੀ ਪਰਸੈਂਟੇਜ ਕੱਢਣੀ ਆ ਨਾ, ਅਸੀਂ ਆਪਣੇ ਭਾਈ ਵਾਲਿਆਂ ਨੂੰ ਲਾਂਭੇ ਰੱਖ ਦਿੰਦੇ ਆ। ਜੇ ਤੁਸੀਂ ਸਿਰਫ ਤੇ ਸਿਰਫ ਬੀਜੇਪੀ ਨੂੰ ਦੇਖੋ ਤੇ ਬੀਜੇਪੀ ਤੁਹਾਨੂੰ ਨਿਕਲ ਕੇ ਨਜ਼ਰ ਆਏਗੀ ਵੀ ਯਾਰ ਕਮਾਲ ਹੋ ਗਈ ਵੀ ਹੁਣ ਤੱਕ ਬੀਜੇਪੀ ਦੇ ਇੰਨੀ ਪਰਸੈਂਟੇਜ ਵੋਟ ਹੁੰਦੀ ਸੀ, ਹੁਣ ਬੀਜੇਪੀ ਨੂੰ ਇੰਨੀ ਪਰਸੈਂਟੇਜ ਵੋਟ ਪਈ। ਮਤਲਬ ਮੈਨੂੰ ਵੈਸੇ ਉਹਨਾਂ ਦੀ ਗੱਲ ਠੀਕ ਲੱਗੀ ਆਪਣੀ ਥਾਂ 'ਤੇ, ਕਿਉਂਕਿ ਪਹਿਲਾਂ ਭਾਈਵਾਲਾਂ ਵਾਲਾ ਕੰਮ ਹੁੰਦਾ ਸੀ ਤੇ ਉਹਦੇ ਵਿੱਚ ਵੀ ਜਦੋਂ 22-23 ਸੀਟਾਂ ਹੁੰਦੀਆਂ ਸੀ ਤਾਂ ਉੱਥੇ ਕੀ ਹਿਸਾਬ ਕਿਤਾਬ ਲਾਉਣਾ। ਹੁਣ ਜੇ ਅਗਲਿਆਂ ਦੀਆਂ 17 ਤੋਂ ਉੱਪਰ ਸੀਟਾਂ ਲੜੀਆਂ ਨੇ, ਭਾਵੇਂ 1000 ਪਵੇ 2000 ਵੋਟ ਪਵੇ, ਕਿਤੇ ਕੁਛ ਨਾ ਕੁਛ ਪਵੇ, ਪਰਸੈਂਟੇਜ ਤੇ ਵਧੂਗੀ। ਨਹੀਂ ਵਧੂਗੀ ਜੀ। ਦੇਖੋ ਭਾਰਤੀ ਜਨਤਾ ਪਾਰਟੀ ਵਾਲੇ ਵੇਲੇ ਸਿਰ ਐਡਜਸਟ ਹੋ ਜਾਂਦੇ ਆ, ਕਿਉਂਕਿ ਪਹਿਲਾਂ ਸੀਗਾ ਕਿ ਕੱਲਿਆਂ ਲੜ ਕੇ ਸਰਕਾਰ ਬਣਾਉਣੀ ਹੈ, ਕਿਉਂਕਿ ਪ੍ਰੋਸੈਸ ਹੁੰਦਾ ਨਾ, ਪ੍ਰਕਿਰਿਆ ਹੁੰਦੀ ਹੈ। ਜਦੋਂ ਜੇ ਗੱਠਜੋੜ ਨਹੀਂ ਸੀ, ਉਹ ਕਹਿੰਦੇ ਕੱਲਿਆਂ 117 ਸੀਟਾਂ ਲੈਣੀਆਂ, ਸਰਕਾਰ ਵੱਟ ਤੇ। ਫਿਰ ਕਹਿੰਦੇ ਸੀ ਆ ਬਹੁਤ ਹੀ ਚੰਗਾ ਹੋ ਗਿਆ, ਕੈਪਟਨ ਸਾਹਿਬ ਨਾਲ ਜੁੜ ਗਿਆ, ਸਰਕਾਰ ਵੱਟ ਤੇ। ਫਿਰ ਕਹਿੰਦੇ ਹੁਣ ਤਾਂ ਕਮਾਲ ਹੀ ਹੋ ਗਈ, ਢੀਂਡਸਾ ਸਾਹਿਬ ਵੀ ਨਾਲ ਜੁੜ ਗਿਆ, ਗੱਠਜੋੜ ਬੜਾ ਤਕੜਾ ਹੋ ਗਿਆ, ਸਰਕਾਰ ਵੱਟ ਤੇ। ਇਹ ਹੁਣ ਉਹ ਮੰਨਦੇ ਆ, ਉਹ ਕਹਿੰਦੇ ਹੈਗੀ ਸਰਕਾਰ ਵੱਟ ਤੇ, ਵੱਟ ਬਾਅਦ ਵਲਗਾ ਬਗਾਨੀ ਨਿਕਲ ਆਈ। ਜਦੋਂ ਇਧਰੋਂ ਮਾਰਿਆ ਨਾ ਜਰੀਬ ਨਾਲ, ਪਟਵਾਰੀ ਸਾਹਿਬ ਕਹਿੰਦੇ ਨਹੀਂ ਇਹ ਵੱਟ ਤੇ ਉਹ ਪੈਲੀ ਚ ਯਾਰ। ਨਹੀਂ ਉਹ ਕਈ ਵਾਰੀ ਹੁੰਦਾ ਨਾ, ਬੀਬੀਆਂ ਦੇ ਦਿੰਦੇ ਉਹ ਤੇਰਾ ਮਾਮਾ ਤੁਰਿਆ ਆਉਂਦਾ ਲੱਗਦਾ, ਮਾਮਾ ਅੱਛਾ ਨਹੀਂ ਡਾਕੀਆ ਨਿਕਲੇ, ਜਨ ਡਾਕੀ ਨੇ ਤਾਂ ਹੁਣ ਆਉਣਾ, ਜਿਹਨੇ ਚਿੱਠੀਆਂ ਵੰਡਣੀਆਂ। ਹੁਣ ਲੱਗਦਾ ਮਾਮੇ ਵਰਗਾ, ਤਾਂ ਕਿ ਜੇ ਉਹੀ ਸਾਈਕਲ ਮਾਮੇ ਕੋਲ ਤਾਂ ਉਹੀ ਉਹ ਪੋਸਟਮੈਨ ਦੇ ਕੋਲ ਆ, ਤਾਂ ਫਿਰ ਪੋਸਟਮੈਨ ਨੇ ਆਉਣੋਂ ਥੋੜ੍ਹੇ ਹਟ ਜਾਣਾ। ਹੁਣ ਸੰਧਾਲੀਆ ਸਾਹਿਬ ਤੁਸੀਂ ਦੇਖੋ, ਉਹਨਾਂ ਨੇ ਫਿਰ ਟੋਨ ਇੱਕ ਬਦਲੀ ਸੀ ਕਿ ਦੇਖੋ ਕਿ ਐਤਕੀ ਕਿਸੇ ਦੀ ਸਰਕਾਰ ਨਹੀਂ ਬਣੇਗੀ ਜਦੋਂ ਵੋਟਾਂ ਪੈ ਗਈਆਂ। ਹੁਣ ਕਹਿੰਦੇ ਸੀ ਕਿ ਭਾਈ ਇਹ ਸਾਡਾ ਪ੍ਰਦਰਸ਼ਨ ਅੱਛਾ ਰਹੇਗਾ, ਵੋਟਾਂ ਵਾਲੇ ਦਿਨ ਕੀ ਕਹਿਣਾ ਉਹਦਾ ਇੰਤਜ਼ਾਰ ਕਰਨਾ ਪਊਗਾ। ਪਰ ਮੈਂ ਸਦਕੇ ਜਾਣਾ, ਸੁਖਦੇਵ ਸਿੰਘ ਢੀਂਡਸਾ ਸਾਹਿਬ ਜਿਹੜੇ ਕਿ ਕੁਝ ਹਫ਼ਤੇ ਦੇ ਲਈ ਰਾਜ ਸਭਾ ਦੇ ਮੈਂਬਰ ਅਜੇ ਹੈਗੇ ਆ, ਕਿਉਂਕਿ ਸੀਟ ਫਿਰ ਖਾਲੀ ਹੋ ਜਾਣੀ ਹੈ। ਸੁਖਦੇਵ ਸਿੰਘ ਢੀਂਡਸਾ ਸਾਹਿਬ ਕਮਾਲ ਦੇ ਬੰਦੇ ਨੇ। ਪਹਿਲਾਂ ਤਾਂ ਉਹ ਕਹਿੰਦੇ ਸੀ ਮੈਂ ਢਿੱਲਾ ਬਹੁਤ ਹਾਂ, ਮੈਂ ਰਾਜਨੀਤੀ ਦੇ ਵਿੱਚ ਹੁਣ ਸਰਗਰਮੀ ਨਹੀਂ ਕਰ ਸਕਦਾ। ਫਿਰ ਚੰਗੇ ਥਾਂ ਤੋਂ ਦਵਾਈ ਖਾਧੀ, ਠੀਕ ਹੋ ਗਏ। ਫਿਰ ਕਹਿੰਦੇ ਸੀ ਜੀ ਅਕਾਲੀ ਦਲ ਦਾ ਬਦਲ ਹੀ ਆਇਆ। ਫਿਰ ਉਹਦੇ ਤੋਂ ਬਾਅਦ ਜਦੋਂ ਕਿਸਾਨ ਅੰਦੋਲਨ ਚੱਲਿਆ, ਫਿਰ ਕਹਿੰਦੇ ਜੀ ਗਲਤ ਕੀਤਾ। ਫਿਰ ਇੱਕਦਮ ਫਲੈਕਸੀਬਿਲਿਟੀ ਆ ਗਈ। ਦੇਖੋ ਇਸ ਉਮਰ ਦੇ ਵਿੱਚ ਇੰਨੀ ਲਚਕੀਲਾਪਣ ਜਿਹੜਾ ਔਖਾ ਹੁੰਦਾ ਹੀ, ਨਹੀਂ ਤਾਂ ਕਹਿੰਦੇ ਹੁੰਦੇ ਆ ਨਹੀਂ ਜੀ ਔਖਾ ਹੋ ਗਿਆ ਜੀ, ਹੁਣ ਤਾਂ ਤੁਰਨ ਵਾਲੀ ਗੱਲ ਹੀ ਆ, ਬਹੁਤ ਦੂਰ ਦਾ ਸਫ਼ਰ ਨਹੀਂ ਹੁੰਦਾ। ਭਾਜਪਾ ਨਾਲ ਗੱਠਜੋੜ ਵੀ ਕਰ ਲਿਆ। ਫਿਰ ਕਹਿੰਦੇ ਅਸੀਂ ਬਹੁਤ ਸੀਟਾਂ ਲੜਾਂਗੇ। ਫਿਰ ਪਿੱਛੇ ਦਾ ਬਿਆਨ ਆ ਗਿਆ 15 ਸੀਟਾਂ ਤਾਂ ਅਸੀਂ ਤਾਂ ਲੜੀਆਂ, ਬੰਦੇ ਤਾਂ ਉਹਦਾ 50 ਸੀਟਾਂ ਤੇ ਸਾਡੇ ਕੋਲ ਬਹੁਤ ਮਜ਼ਬੂਤ ਸੀ। ਹੁਣ ਜਦੋਂ ਅਗਲੇ 4, 5 ਜਾਂ 6 ਸੀਟਾਂ ਸਾਰਿਆਂ ਨੂੰ ਹੀ ਦਿੰਦੇ ਆ, ਹੁਣ ਪ੍ਰਦਰਸ਼ਨ ਚੰਗੇ ਦੇ ਉੱਤੇ ਆ ਗਏ। ਜਾਣੀ ਇੱਦਾਂ ਦੀ ਐਡਜਸਟਮੈਂਟ ਜੇ ਕਿਤੇ ਪੰਜਾਬ ਦੇ ਲੋਕ ਕਰਨੀ ਸਿੱਖ ਜਾਣ, ਮੰਨ ਲਓ ਤੁਸੀਂ ਕਿਤੇ ਕਹਿਤਾ ਕਿ ਭਾਈ ਆਪਣੇ ਮਾਮੇ ਦਾ ਬੜੇ ਤਕੜੇ ਬਈ, ਬੜਾ ਉਹਦੇ ਲਾਣਾ ਵੀ ਤਕੜਾ, ਜ਼ਮੀਨ ਵੀ ਬਹੁਤ, ਕੰਬਾਈਨਾਂ 3, ਤਾਂ ਜੇ ਕਿਸੇ ਨੂੰ ਪਤਾ ਲੱਗ ਜਾਵੇ ਕਿ ਨਹੀਂ ਭਾਈ ਕੰਮ ਹੌਲਾ ਹੈ, ਤਾਂ ਫਿਰ ਅਗਲੇ ਬੰਦੇ ਉਹ ਬੰਦਾ ਤਾਂ ਲੁਕਦਾ ਫਿਰਦਾ ਹੁੰਦਾ। ਸਾਡੇ ਲੀਡਰ ਲੁਕਦੇ ਥੋੜ੍ਹੀ ਆ। ਨਹੀਂ ਇਹ ਤਾਂ ਗੱਲ ਹੈਗੀ ਆ। ਪਰ ਇਹ ਸਾਰੇ ਕੁਛ 'ਚ ਜਿਹੜੀ ਇੱਕ ਕਵਾਇਦ ਕੈਪਟਨ ਅਮਰਿੰਦਰ ਸਿੰਘ ਵਾਲੇ ਪਾਸੋਂ ਚੱਲੀ, ਪਹਿਲਾਂ ਦਿੱਲੀ ਗਏ, ਉੱਥੇ ਜਾ ਕੇ ਅਮਿਤ ਸ਼ਾਹ ਹੋਰਾਂ ਨੂੰ ਮਿਲੇ। ਹੁਣ ਉੱਥੇ ਕੀ ਗੱਲਾਂ ਬਾਤਾਂ ਹੋਈਆਂ ਕਿਹੜਾ ਤਾਂ ਬਾਹਰ ਆ ਕੇ ਦੱਸਦੇ ਆ ਜੀ। ਉਹ ਵੈਸੇ ਹੀ ਸ਼ਿਸ਼ਟਾਚਾਰ ਵਾਲੀ ਮਿਲਣੀ ਕਹਿੰਦੇ। ਹੁਣ ਕਹਿੰਦੇ ਵੀ ਉਹਨਾਂ ਵਾਲੇ ਫਾਰਮ ਤੇ ਗਜਿੰਦਰ ਸ਼ੇਖਾਵਤ ਹੁਰੀ ਆ ਗਏ। ਹੁਣ ਗਜਿੰਦਰ ਸਿੰਘ ਸ਼ੇਖਾਵਤ ਹੁਰੀ ਕਦੋਂ ਦੇ ਇੰਚਾਰਜ ਨੇ ਬੀਜੇਪੀ 'ਚ? ਮੇਰੇ ਖਿਆਲ ਨਾਲ ਜਿੰਨੇ ਮਹੀਨੇ ਉਹਨਾਂ ਨੇ ਸਮਾਂ ਗੁਜ਼ਾਰਿਆ ਇੱਥੇ, ਹੋਰ ਕਿਸੇ ਇੰਚਾਰਜ ਨੇ ਗੁਜ਼ਾਰਿਆ ਨਹੀਂ ਹੋਣਾ। ਹੁਣ ਉਹਨਾਂ ਦੇ ਨਾਲ ਜਿਹੜੀਆਂ ਬਹਿ ਕੇ ਗੱਲਾਂ ਬਾਤਾਂ ਹੋਈਆਂ ਨੇ, ਉਹਨਾਂ ਦੇ ਨਾਲ ਦੇ ਸਾਥੀ ਜਿਹੜੀ ਉਹਨਾਂ ਦੀ ਆਪਣੀ ਵੱਖਰੀ ਪਾਰਟੀ ਕੈਪਟਨ ਸਾਹਿਬ ਦੀ, ਉਹਨਾਂ ਵਾਲੇ ਪਾਸਿਓਂ ਬਿਆਨ ਆਇਆ। ਉਹ ਕਹਿੰਦੇ ਜੀ ਐਵੇਂ ਐਗਜ਼ਿਟ ਪੋਲ ਤੇ ਗੱਲਾਂ ਗੁੱਲਾਂ ਹੀ ਨੇ, ਤੁਸੀਂ ਆਪ ਦੇਖੋ ਵੀ ਜੇ ਸਭ ਤੋਂ ਵੱਧ ਸਰਗਰਮੀਆਂ ਦੇ ਕੈਪਟਨ ਸਾਹਿਬ ਕਰ ਰਿਹਾ, ਬੀਜੇਪੀ ਕਰ ਰਹੀ, ਵੀ ਸਿਆਣੇ ਬੰਦੇ ਨੇ, ਉਹਨਾਂ ਨੂੰ ਸਾਰੀ ਗੱਲ ਦਾ ਪਤਾ। ਐਵੇਂ ਥੋੜ੍ਹਾ ਕਿਤੇ ਸਰਗਰਮੀ ਦੀ ਹੋਰ ਕਿਸੇ ਪਾਰਟੀ ਨੇ ਨਹੀਂ ਸਰਗਰਮੀ ਕਰ ਲਈ।
ਜਿਨ੍ਹਾਂ ਨੂੰ ਆਸ ਹੁੰਦੀ ਉਹੀ ਸਰਗਰਮੀ ਕਰਦੇ ਆ, ਤੇ ਉਹ ਰਣਨੀਤੀ ਸਾਡੀ ਬਣ ਗਈ ਆ। ਤੁਸੀਂ ਦੇਖਿਓ ਬਸ 11 ਨੂੰ ਕਹਿੰਦੇ ਵੀ ਕੈਪਟਨ ਸਾਹਿਬ ਦਾ ਜਨਮ ਦਿਨ ਹੈ, ਉਸ ਦਿਨ ਅਸੀਂ ਦੇਣਾ ਸਰਪ੍ਰਾਈਜ਼। ਨਹੀਂ, ਇਹ ਗੱਲ ਤੁਹਾਡੀ ਠੀਕ ਹੈ। ਮੈਂ ਕਿਹਾ ਕਿਤੇ ਉਹਨਾਂ ਨੇ ਇਦਾਂ ਨਹੀਂ ਕਹਿਤਾ ਕਿ ਜਿੰਨੀਆਂ ਸੀਟਾਂ ਦੇ ਕੈਪਟਨ ਸਾਹਿਬ ਨੇ ਪ੍ਰਚਾਰ ਕੀਤਾ ਸਾਰੀਆਂ ਜਿੱਤ ਜਾਣੀਆਂ। ਨਹੀਂ ਨਹੀਂ, ਵੈਸੇ ਮੈਂ ਨਹੀਂ ਉਹਨਾਂ ਆਪਣੇ ਹਿਸਾਬ ਨਾਲ ਗੱਲ ਕੀਤੀ, ਪਰ ਵੈਸੇ ਉਹ ਇੱਕ ਬਿਆਨ ਦੇਣਾ ਚਾਹੀਦਾ ਸੀ, ਸ਼ਾਇਦ ਉਸ ਦਿਨ ਦੇਣ ਜਦੋਂ ਰਿਜ਼ਲਟ ਆ ਜਾਵੇ ਫਾਈਨਲੀ। ਕਿਉਂਕਿ ਦੇਖੋ ਕਾਰਨ ਇਹ ਵੀ ਉਹਨਾਂ ਨੇ ਆਪਣੇ ਜਦੋਂ ਉਹਨਾਂ ਦਾ ਵੋਟਾਂ ਤੋਂ ਪਹਿਲਾਂ ਜਿਹੜਾ ਉਹ ਕੱਟਾ ਦਾਨ ਕੀਤਾ ਸੀਗਾ ਇੱਕ, ਉਹਦੇ ਤੇ ਬੜੀ ਲੋਕਾਂ ਦੀ ਚਰਚਾ। ਉਹ ਕਹਿੰਦੇ ਯਾਰ ਜੇ ਕਿਤੇ ਕੱਟੇ ਦੀ ਵੋਟ ਵੀ ਹੁੰਦੀ ਨਾ ਕਿਤੇ ਇੱਕ ਵੱਧ ਜਾਣੀ, ਇੱਕ ਵੱਧ ਜਾਣੀ। ਬਾਕੀ ਸੰਧਾਲੀਆ ਸਾਹਿਬ ਇੱਕ ਗੱਲ ਤਾਂ ਹੈਗੀ ਆ, ਦੇਖੋ ਨਿਆਣੇ ਜਿਹੜੇ ਵਿਦਿਆਰਥੀ ਸਾਡੇ ਆ ਯੂਕਰੇਨ ਦੇ ਵਿੱਚ ਅਜੇ ਵੀ ਫਸੇ ਆ, ਉਮੀਦ ਹੈ ਕਿ ਕੁਝ ਘੰਟਿਆਂ ਤੱਕ ਆ ਜਾਣਗੇ, ਜਾਂ ਹੋ ਸਕਦਾ ਸਾਡੇ ਪ੍ਰੋਗਰਾਮ ਕਰਦੇ ਕਰਦੇ ਵੀ ਬਹੁਤ ਸਾਰੇ ਬੱਚੇ ਜਿਹੜੇ ਉਹ ਬਾਹਰ ਆ ਜਾਣ। ਲੜਾਈ ਲੱਗੀ ਆ, ਦੁਨੀਆ ਦੇ ਵਿੱਚ ਸਮੱਸਿਆ ਪੈਦਾ ਹੋਈ ਹੈ। ਮੈਂ ਹੈਰਾਨ ਸੀ ਕਿ ਕਹਾਣੀ ਕਿੱਧਰ ਨੂੰ ਜਾਂਦੀ ਹੈ। ਇੱਕ ਪਾਸੇ ਕਾਂਗਰਸ ਪਾਰਟੀ ਦੇ ਮੈਂਬਰ ਪਾਰਲੀਮੈਂਟ ਨੇ ਗੁਰਜੀਤ ਸਿੰਘ ਔਜਲਾ, ਉਹ ਪੰਜਾਬ 'ਚ ਸੀਗੇ ਤਾਂ ਉਹਨਾਂ ਨੇ ਡੀਜੀਪੀ ਨੂੰ ਚਿੱਠੀ ਲਿਖੀ, ਪੰਜਾਬ ਪੁਲਿਸ ਦੇ ਮੁਖੀ ਨੂੰ, ਕਿ ਨਸ਼ਾ ਬੜਾ ਹੈ ਤੇ ਮੈਂ ਨਸ਼ਾ ਵਿਰੋਧੀ ਦਿਵਸ ਦੇ ਮੌਕੇ ਦੇ ਉੱਤੇ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦੇਣਾ ਜੇ ਤੁਸੀਂ ਆਹ ਕੰਮ ਨਾ ਬੰਦ ਕੀਤਾ। ਕਰਾਓ, ਤੁਹਾਡੀ ਡਿਊਟੀ, ਅਸੀਂ ਦੱਸਦੇ ਹਾਂ, ਫਿਰ ਵੀ ਉੱਪਰਲੇ ਬੰਦੇ ਨਹੀਂ ਫੜੇ ਜਾਂਦੇ। ਪੋਲੈਂਡ ਚਲੇ ਗਏ ਯੂਕਰੇਨ ਵਾਲੇ ਬੱਚਿਆਂ ਦੀ ਜਿਹੜੀ ਹੈ ਮਦਦ ਕਰਨ ਦੇ ਲਈ। ਉੱਥੋਂ ਜਾ ਕੇ ਹੁਣ ਪੰਜਾਬ 'ਚ ਸਰਕਾਰ ਬਣਨੀ ਹੈ, ਫਿਰ ਟਵੀਟ ਕੀਤਾ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਵੀ, ਭਗਵੰਤ ਮਾਨ ਹੋਰਾਂ ਨੂੰ ਵੀ, ਕੈਪਟਨ ਸਾਹਿਬ ਨੂੰ ਵੀ, ਢੀਂਡਸਾ ਸਾਹਿਬ ਨੂੰ ਵੀ, ਭਾਜਪਾ ਦੇ ਬੰਦਿਆਂ ਨੂੰ ਵੀ, ਸਾਰੇ ਜਣਿਆਂ ਨੂੰ, ਵੱਡੇ ਲੀਡਰਾਂ ਨੂੰ ਕਿਹਾ ਮੇਰੀ ਚਿੱਠੀ ਆ, ਮੈਂ ਡੀਜੀਪੀ ਨੂੰ ਲਿਖੀ ਸੀ, ਹੁਣ ਮੈਂ ਤੁਹਾਨੂੰ ਲਿਖ ਰਿਹਾ। ਤੇ ਲਿਖਿਆ ਇਹ ਕਿ ਭਾਈ ਜਿਹਦੀ ਮਰਜ਼ੀ ਸਰਕਾਰ ਬਣੇ, ਉਹ ਕਹਿੰਦੇ ਸਾਡੀ ਪਾਰਟੀ ਦੀ ਬਣ ਜਾਏ ਜਾਂ ਹੋਰ ਦੀ, ਨਸ਼ਾ ਵਿਰੋਧੀ ਦਿਵਸ ਤੱਕ ਨਸ਼ਾ ਬੰਦ ਕਰਾ ਦਿਓ, ਨਹੀਂ ਤਾਂ ਮੈਂ ਪ੍ਰਦਰਸ਼ਨ ਕਰਨਾ, ਮੈਨੂੰ ਨਹੀਂ ਪਤਾ ਸਰਕਾਰ ਕਿਹਦੀ ਬਣਨੀ ਹੈ। ਇੱਕ ਪਾਸੇ ਤਾਂ ਕਾਂਗਰਸ ਪਾਰਟੀ ਜਿਹੜੀ ਸੱਤਾਧਾਰੀ ਹੈ, ਉਹਦਾ ਲਗਾਤਾਰ ਦੂਸਰੀ ਵਾਰੀ ਚੁਣਿਆ ਹੋਇਆ ਮੈਂਬਰ ਪਾਰਲੀਮੈਂਟ ਇਹ ਗੱਲ ਕਹਿ ਰਿਹਾ ਕਿ ਨਸ਼ਾ ਅਜੇ ਵੀ ਹੈ, ਕਹਿੰਦੇ ਮੇਰੇ ਪਿੰਡ ਮਾੜੀ ਜਿਹੀ ਨਜ਼ਰ ਰੱਖੀ ਹੈ ਪੁਲਿਸ ਨੇ, ਬਾਕੀ ਸਾਰੇ ਪਾਸੇ ਉਦਾਂ ਹੀ ਚੱਲਦਾ, ਲਾਹਣ ਤੋਂ ਲੈ ਕੇ ਉੱਪਰ ਤੱਕ ਚਿੱਟੇ ਤੱਕ ਕੰਮ। ਤੇ ਦੂਸਰੇ ਪਾਸੇ ਪਿੰਡਾਂ ਦੇ ਵਿੱਚ ਕਮੇਟੀਆਂ ਬਣ ਰਹੀਆਂ, ਪਿੰਡਾਂ ਵਾਲੀਆਂ ਪੰਚਾਇਤਾਂ ਮਤੇ ਪਾ ਰਹੀਆਂ ਕਿ ਭਾਈ ਸਾਡੇ ਆਹ ਬੰਦੇ ਵੇਚਦੇ ਆ। ਐਨ ਉਸ ਵੇਲੇ ਮੈਂ ਫਿਰ ਕਹਿੰਦਾ ਤਿੰਨ ਚੀਜ਼ਾਂ ਨੇ, ਬੱਚੇ ਸਾਡੇ ਯੂਕਰੇਨ 'ਚ ਫਸੇ ਆ, ਮੈਂਬਰ ਪਾਰਲੀਮੈਂਟ ਸੱਤਾਧਾਰੀ ਧਿਰ ਦਾ ਕਹਿੰਦਾ ਕਿ ਨਸ਼ਾ ਬੰਦ ਨਹੀਂ ਹੋ ਰਿਹਾ, ਮੈਨੂੰ ਪ੍ਰਦਰਸ਼ਨ ਕਰਨਾ ਪਊ। ਸੱਤਾਧਾਰੀ ਧਿਰ ਦਾ ਇੱਕ ਐਮਐਲਏ ਦਾ ਉਮੀਦਵਾਰ ਦਾਅਵੇਦਾਰ ਜਿਹੜਾ ਹੈ, ਉਹ ਵੀ ਕਹਿ ਰਿਹਾ ਕਿ ਭਾਈ ਗੁਰਜੀਤ ਸਿੰਘ ਔਜਲਾ ਦੀ ਗੱਲ ਠੀਕ ਹੈ। ਐਨ ਉਸ ਮੌਕੇ ਤੇ ਜਦੋਂ ਕਿ ਪਿੰਡਾਂ ਦੀਆਂ ਪੰਚਾਇਤਾਂ ਮਤੇ ਪਾ ਰਹੀਆਂ, ਮੁੱਖ ਮੰਤਰੀ ਸਾਹਿਬ ਬੱਕਰੀ ਦਾ ਦੁੱਧ ਚੋਈ ਜਾਂਦੇ। ਵੈਸੇ ਮੈਂ ਗੱਲ ਕਰ ਰਿਹਾ, ਲੈ ਸੀ ਕੋਈ ਗੱਲ ਕਮਾਲ ਕਰਦੇ। ਦੇਖੋ ਨਹੀਂ ਸੀ ਉਹਨਾਂ ਨੇ ਚੋਣੀ ਬੱਕਰੀ, ਮੈਨੂੰ ਲੱਗਦਾ ਸੀ ਵੀ ਉਹਨਾਂ ਦਾ ਮਨ ਹੈ ਨਹੀਂ ਸੀ। ਉਹ ਤੇ ਭਦੌੜ ਵਾਲੇ ਪਾਸੇ ਦੇਖੋ ਧੰਨਵਾਦ ਦੌਰੇ ਤੇ ਗਏ ਸੀ ਜੀ, ਉਹ ਕਹਿੰਦੇ ਬੜਾ ਧੰਨਵਾਦ ਆ, ਕਹਿੰਦੇ ਮੈਂ ਬਸ ਇਹ ਕਲੀਅਰ ਕਰਨਾ ਆ ਵੀ ਜੇ ਮੈਂ ਬਾਅਦ ਚ ਆਉਂਦਾ ਤੇ ਤੁਹਾਨੂੰ ਐਂ ਲੱਗਣਾ ਸੀ ਵੀ ਯਾਰ ਬੰਦਾ ਹੈ ਨਾ, ਮੈਂ ਪਹਿਲਾਂ ਤਾਂ ਆਇਆ ਵੀ ਤੁਹਾਨੂੰ ਮੈਂ ਦੱਸ ਦਿਆਂ ਵੀ ਮੈਂ ਭਦੌੜ ਛੱਡ ਕੇ ਕਿਤੇ ਨਹੀਂ ਚੱਲਿਆ, ਮੈਂ ਇੱਥੇ ਹੀ ਆ, ਤੁਹਾਡੇ 'ਚ ਹੀ ਆ। ਫਿਰ ਜਦੋਂ ਕਹਿੰਦੇ ਵਾਪਸ ਆਉਂਦੇ ਸੀ ਤੇ ਉਦੋਂ ਨਾਲ ਹੀ ਪੁੱਛ ਲਿਆ, ਕਹਿੰਦੇ ਮਹਾਰਾਜ ਐਗਜ਼ਿਟ ਪੋਲ ਦੇ ਵਿੱਚ ਤੁਹਾਡੀ ਸਰਕਾਰ ਸਰਕੂਰ ਨਹੀਂ ਬਣਦੀ ਕੋਈ ਵੀ। ਉਦੋਂ ਉਹਨੇ ਜਵਾਬ ਕੋਈ ਨਹੀਂ ਦਿੱਤਾ, ਇੱਕ ਗਾਣਾ ਯਾਦ ਕਰਾਤਾ ਵਾ, ਉਹ 17 'ਚ ਆਇਆ ਸੀ ਹੈ ਨਾ, ਵੀ ਕਹਿੰਦੇ ਆਹ ਵੀ ਕਰ ਲਿਆ, ਆਹ ਵੀ ਕਰ ਲਿਆ, ਤੇ ਹੁਣ ਕਿਸਮਤ ਪਈ ਆ ਬੰਦ ਵਿੱਚ ਮਸ਼ੀਨਾਂ ਦੇ। ਹੁਣ ਇਸ ਕਰਕੇ ਉਹਨਾਂ ਨੇ ਉਹ ਵੀ ਗੱਲ ਗੋਲ ਕਰਤੀ ਵੀ ਐਗਜ਼ਿਟ ਪੋਲ ਦਾ ਕੋਈ ਫਰਕ ਨਹੀਂ ਪੈਂਦਾ, ਮਸ਼ੀਨਾਂ ਦੱਸਣਗੀਆਂ ਜੀ। ਫਿਰ ਆਉਂਦਿਆਂ ਕਿਤੇ ਨਿਗਾਹ ਪੈ ਗਈ, ਉਹ ਤੇਰਾ ਭਲਾ ਬੱਕਰੀਆਂ, ਇੱਕ ਡੱਕੂ 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 ਕਹਿੰਦਾ ਬੱਕਰੀ ਚੋ ਕੇ ਦੇਖਦੇ ਹਾਂ। ਹੁਣ ਜਿਹੜੀ ਉਹਨਾਂ ਨੇ ਬੱਕਰੀ ਚੋਂਦਿਆਂ ਨਾਲ ਦੀ ਨਾਲ ਗੱਲ ਕਹੀ ਕਿ ਵੀ ਮੈਂ ਤੇ ਬਹੁਤ ਐਕਸਪਰਟ ਹੈ, ਇੱਕ ਮਿੰਟ ਮਾੜਾ ਜਿਹਾ ਦੋਵਾਂ ਇੱਕ ਕ੍ਰਮ ਨੂੰ ਦੋਵਾਂ ਥਾਂ ਚੋ ਲੈਣ ਦੇ। ਹੁਣ ਮੈਂ ਉਹਨਾਂ ਦੀ ਉਹ ਗੱਲ ਤਾਂ ਠੀਕ ਸੀ, ਪਰ ਮੈਂ ਅਚਾਨਕ ਹੁਣ ਜਿਹੜੇ ਬੰਦੇ ਨੇ ਪਿੰਡਾਂ 'ਚ ਬੱਕਰੀ ਵੇਖੀ ਜਾਂ ਚੋ ਕੇ ਵੇਖੀ, ਹੁਣ ਕਾਰਨ ਹੈ ਵੀ ਜਾਂ ਤੇ ਤੁਸੀਂ ਬਾਲਟੀ ਚੋ ਫਿਰ ਦੋਵਾਂ ਥਾਂ ਚੋਈ ਜਾਊ, ਹੈਗੀ ਤੇ ਬੋਤਲ ਹੈ ਤੇ ਬੋਤਲ ਦਾ ਇੰਨਾ ਕੁ ਮੂੰਹ ਆ ਤੇ ਦੋਵਾਂ ਹੱਥਾਂ ਨਾਲ ਬੱਕਰੀ ਕਿੱਦਾਂ ਚੋਈ ਜਾ ਸਕਦੀ ਉਹਦੇ। ਨਹੀਂ ਉਹਨਾਂ ਨੂੰ ਉਹ ਕਹਿੰਦੇ ਪਰ ਐਕਸਪਰਟ ਬਣਾ ਮੈਂ, ਹੁਣ ਜਾਂ ਤਾਂ ਹੋ ਸਕਦਾ ਹਾਂ ਕੀ ਗੱਲ ਕਰਦੇ ਹੋ ਨਾ ਵੀ ਬੱਕਰੀ ਚੋਣੀ। ਦੇਖੋ ਵਧੀਆ ਹੈ, ਉਹਨਾਂ ਨੂੰ ਕਲਾ ਆਉਂਦੀ ਹੈ, ਬਹੁਤ ਚੰਗੀ ਗੱਲ ਹੈ, ਪਰ ਬੱਕਰੀ ਦਾ ਜੱਲੋਵਾਲ ਕਲੋਨੀ ਦਾ ਬੁੱਗਾ ਅੰਕਲ ਵੀ ਚੋ ਲੈਂਦਾ ਹੈ ਨਾ, ਉਹ ਕਿਉਂਕਿ ਉਹਦੇ ਕੋਲੇ ਉਹੀ ਕੰਮ ਹੈ ਤੇ ਉਹਨੂੰ ਚੋਣੀ ਆਉਂਦੀ ਹੈ ਵਧੀਆ। ਪਰ ਇਧਰਲੇ ਪਾਸੇ ਸਾਨੂੰ ਇਤਰਾਜ਼ ਕੋਈ ਨਹੀਂ ਹੈ, ਕਿਉਂਕਿ ਇਦਾਂ ਮੈਨੂੰ ਐ ਲੱਗਦਾ ਕਿ ਜੇ 5-7 ਕੈਮਰੇ ਆਏ ਹੁਣ ਤਾਂ ਸੰਧਾਲੀਆ ਸਾਹਿਬ ਨੇ ਵੀ ਸਿੱਖ ਲੈਣੀ ਹੈ ਕਿ ਭਾਈ ਹੈ ਨਾ, ਜੇ ਕੈਮਰੇ ਇੰਨਾ ਕੁ ਕੰਮ ਤੇ ਮੈਂ ਪਿੰਡਾਂ ਸਾਰੇ ਕਰ ਲੈ, ਹੋ ਸਕਦਾ ਮੈਂ ਵੀ ਕਦੀ ਪੰਗਾ ਲਿਆ ਬਈ, ਏਡੀ ਗੱਲ ਮੈਂ ਮੁੱਕਰਦਾ ਨਹੀਂ। ਅੱਛਾ ਦੂਜੀ ਚੀਜ਼ ਇਹ ਵੀ ਹੈ, ਉਹ ਇਹ ਨਹੀਂ ਵੀ ਬੱਕਰੀ ਚੋ ਕੇ ਤੇ ਵੈਸੇ ਹੀ ਆ ਗਏ ਜੀ, ਉਹਨਾਂ ਬਕਾਇਦਾ ਕਹਿੰਦੇ 4000 ਰੁਪਈਆ ਵੀ ਦਿੱਤਾ ਉਹਨੂੰ ਹੈ ਨਾ। ਹੁਣ ਉਹ ਗੱਲ ਵਧੀਆ ਸੀਗੀ, ਮੈਂ ਤਾਂ ਇਹ ਸੋਚਦਾ ਸੀ ਬੱਕਰੀ ਵਾਲੇ ਪੁਆਇੰਟ ਆਫ ਵਿਊ ਤੋਂ, ਜਿਹੜਾ ਬੰਦਾ ਵਿਚਾਰਾ ਉਹ ਕਹਿੰਦਾ ਵੀ ਮਹਾਰਾਜ ਕਿਤੇ ਇੱਦਾਂ ਦੇ VIP ਰੋਜ਼ ਹੀ ਬੱਕਰੀ ਚੋਜਿਆ ਕਰਨਗੇ, ਬੱਕਰੀ ਚੋਜਿਆ ਕਰਨ, ਦੁੱਧ ਲੈਂਦਾ ਕਿ ਦੇਗਾ ਇਹਨੇ ਦੁੱਧ ਤੇ ਉਹਨਾਂ ਆਪ ਲੈ ਗਏ ਕਿ ਨਾਲੇ ਉਹਨਾਂ ਨੇ ਪੀਤਾ ਨਾਲੇ ਉਹ ਲੈ ਗਏ। ਵਾਹ ਜੀ ਵਾਹ। ਉਹਦੇ ਥੱਲੇ ਟਿੱਪਣੀਆਂ ਵਾਲੇ ਹੋਰ ਪਾਸੇ ਤੁਰ ਪਏ, ਉਹ ਕਹਿੰਦੇ ਸੈੱਲ ਸੂਲ ਘਟਣ ਦਾ ਕਰਕੇ ਬੱਕਰੀ ਦਾ ਦੁੱਧ ਚੰਗਾ ਹੁੰਦਾ। ਨਹੀਂ ਚਲੋ ਉਹ ਸੈੱਲ ਘਟਣ ਕਰਕੇ ਬੱਕਰੀ ਦਾ ਦੁੱਧ ਪੀਣਾ ਚੰਗਾ ਹੁੰਦਾ, ਚੋਣਾ ਥੋੜੀ ਚੰਗਾ ਹੁੰਦਾ। ਪੀਤਾ ਵੀ, ਹਾਂ ਪੀਤਾ ਵੀ, ਚਲੋ ਨਹੀਂ ਮੈਂ ਨਾਲ ਲੈ ਵੀ ਗਏ।
ਚਲੋ ਮੁੱਖ ਮੰਤਰੀ ਨੇ, ਉਹਨਾਂ ਨੂੰ ਕੋਈ ਵੀ ਚੋ ਕੇ ਦੇ ਸਕਦਾ ਹੈ। ਸੰਧਾਲੀਆ ਸਾਹਿਬ ਗੱਲ ਪਤਾ ਕੀ ਆ, ਦੇਖੋ ਮੈਂ ਤਾਂ ਇਹ ਸੋਚਦਾ ਵੀ ਜਿਹੜੇ ਲਾਗੇ ਖਲੋਤੇ ਹੋਏ ਸਾਹਿਬ ਮਤਲਬ ਅਫਸਰ ਹੀ ਨੇ, ਮੁੱਖ ਮੰਤਰੀ ਡਿਊਟੀ 'ਚ ਲੱਗੇ, ਉਦੋਂ ਕਿਸੇ ਨੂੰ ਫੋਨ ਆ ਗਿਆ ਹੋਇਆ ਤੇ ਵੀ ਮਹਾਰਾਜ ਵੀ ਗੱਲ ਕਰਾਇਓ ਸੀਐਮ ਸਾਹਿਬ, ਇੱਕ ਮਿੰਟ ਰੁਕੋ ਯਾਰ ਸੀਐਮ ਸਾਹਿਬ ਬੱਕਰੀ ਚੋਣ ਦੇ ਵੇਖ ਕਰਾਉਣਾ ਗੱਲ, ਉਹ ਕਿੱਡੀ ਅਜੀਬ ਹਾਲਤ ਹੋਊਗੀ, ਕਿੱਡੀ ਅਜੀਬ ਹਾਲਤ ਹੋਊਗੀ। ਬਾਕੀ ਸੰਧਾਲੀਆ ਸਾਹਿਬ ਦੇਖੋ ਗੱਲ, ਕੋਈ ਉਹਨਾਂ ਨੇ ਕਾਨੂੰਨੋਂ ਬਾਹਰ ਕੰਮ ਨਹੀਂ ਕੀਤਾ। ਵਧੀਆ ਜੇ ਉਹਨਾਂ ਨੂੰ ਭੰਗੜਾ ਵੀ ਆਉਂਦਾ ਹੈ, ਜੇ ਉਹ ਆਮ ਲੋਕਾਂ ਦਾ ਦੁੱਖ ਦਰਦ ਵੀ ਸੁਣਦੇ ਆ, ਜੇ ਉਹ ਸਟੇਜ ਦੇ ਉੱਤੋਂ ਲੋਕਾਂ 'ਚ ਜਾ ਕੇ ਖੜ ਜਾਂਦੇ ਆ, ਜੇ ਉਹ ਸ਼ਗਨ ਦੇ ਦਿੰਦੇ ਆ, ਬਹੁਤ ਚੰਗੀ ਗੱਲ ਹੈ। ਜੇ ਅੱਧੀ ਰਾਤ ਨੂੰ ਲੋਕਾਂ ਨੂੰ ਜਾ ਕੇ ਕੰਬਲ ਵੰਡ ਦਿੰਦੇ ਆ, ਜੇ ਮੁੱਖ ਮੰਤਰੀ ਦੇ ਘਰ ਮੂਹਰੇ ਲੋਕਾਂ ਦਾ ਜਿਹੜਾ ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਇਕੱਠ ਹੁੰਦਾ ਹੈ ਤੇ ਉਹਦੇ ਲਈ ਲੰਗਰ ਪਾਣੀ ਪ੍ਰਸ਼ਾਦੇ ਦਾ ਪ੍ਰਬੰਧ ਕਰ ਦਿੰਦੇ ਆ, ਬਹੁਤ ਚੰਗੀ ਗੱਲ ਹੈ। ਪਰ ਸਵਾਲ ਇਹ ਆ ਨਾ ਕਿ ਇੱਕ ਤੁਹਾਡੀ ਕੁਰਸੀ ਹੈ, ਤੁਹਾਡੇ ਕੋਲੇ ਤਾਕਤ ਹੈ, ਜਿਸੇ ਤਾਕਤ ਦੇ ਆਧਾਰ ਦੇ ਉੱਤੇ ਤੁਸੀਂ ਦੇਸ਼ ਦੇ ਗ੍ਰਹਿ ਮੰਤਰੀ ਸਾਹਿਬ ਨੂੰ ਵੀ ਮਿਲ ਕੇ ਆਏ ਹੋ BBMB ਦੇ ਮੁੱਦੇ ਤੇ, ਉਸ ਤਾਕਤ ਦੀ, ਕਿਉਂਕਿ ਤੁਹਾਡੇ ਕੋਲੇ ਸਮਾਂ ਸੀਮਤ ਹੈ, ਮੈਨੂੰ ਨਹੀਂ ਲੱਗਦਾ ਕਿ ਜੇ ਕੋਡ ਆਫ ਕੰਡਕਟ ਵੀ ਲੱਗਾ ਆ ਜਾਂ ਜੇ ਇਲੈਕਸ਼ਨ ਨੇੜੇ ਵੀ ਆ ਗਈ ਹੈ ਜਾਂ ਕੁਝ ਵੀ ਹੈ ਤੇ ਨਸ਼ੇ ਵਾਲਿਆਂ ਦੇ ਖਿਲਾਫ ਕਾਰਵਾਈ ਕਰਨ ਤੋਂ ਕੋਈ ਤਾਕਤ ਰੋਕਦੀ ਤਾਂ ਨਹੀਂ ਹੋਣੀ ਨਾ। ਉਸ ਮੌਕੇ ਦੇ ਉੱਤੇ ਹੁਣ ਆਪਾਂ ਆਪਣੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਦੀ ਚਿੱਠੀ ਜਿਹੜੀ ਸਾਰੀਆਂ ਪਾਰਟੀਆਂ ਦੇ ਲੀਡਰਾਂ ਨੂੰ ਚਲੇ ਗਏ, ਉਹਦੇ ਉੱਤੇ ਕਾਰਵਾਈ ਕਰਨੀ ਹੈ ਜਾਂ ਫਿਰ ਬੱਕਰੀ ਦਾ ਦੁੱਧ ਚੋਣਾ, ਕਿਹੜੀ ਚੀਜ਼ ਵੱਧ ਇੰਪੋਰਟੈਂਟ ਹੈ, ਉਹਦਾ ਹਿਸਾਬ ਕਿਤਾਬ ਹੁਣ ਲੋਕ ਕਰਨਗੇ। ਜੇ ਉਹ ਮੰਨ ਲਓ ਚਿੱਠੀ ਪਾਉਣ ਦੇ ਵੀ ਹਾਂਜੀ ਨਸ਼ਿਆਂ ਤੇ ਅਸੀਂ ਕਾਰਵਾਈ ਕਰਾਂਗੇ ਜੀ, ਇੰਨੀ ਚਰਚਾ ਥੋੜੀ ਹੋਣੀ ਜਿੰਨੀ ਹੁਣ ਹੋਈ ਹੈ ਨਾ। ਚਲੋ ਕਾਰਨ ਇਹ ਆ ਵੀ ਇਹ ਹੁਣ ਤੱਕ ਤੇ ਇਹ ਗੱਲ ਬੜੀ ਕਲੀਅਰ ਆ ਕਿ ਵੀ ਚੰਨੀ ਸਾਹਿਬ ਦਾ ਇਹ ਸੁਭਾਅ ਆ ਜੀ, ਕਿਉਂਕਿ ਪਹਿਲਾਂ ਲੱਗਦਾ ਵੀ ਬੰਦਾ ਜਿਵੇਂ ਕਰਦਾ ਜਾਣ ਬੁੱਝ ਕੇ, ਪਰ ਹੁਣ ਇਹ ਆ ਵੀ ਸੁਭਾਅ ਆ ਵੀ ਜਿਵੇਂ ਮਨ ਚ ਆ ਗਿਆ ਵੀ ਚੱਲ ਭੰਗੜਾ ਪਾਉਣੇ ਤੇ ਪਾ ਲਿਆ, ਜੇ ਮਨ ਚ ਆਇਆ ਵੀ ਯਾਰ ਆਪਾਂ ਹੁਣ ਆਟੋ ਤੇ ਚੜ੍ਹਨਾ ਤੇ ਆਟੋ ਤੇ ਚੜ੍ਹ ਗਏ, ਜੇ ਮਨ ਚ ਆਇਆ ਵੀ ਲੋਕਾਂ ਨੂੰ ਮਿਲਣਾ ਜੱਫੀ ਪਾ ਕੇ ਲੋਕਾਂ ਨੂੰ ਮਿਲ ਲਿਆ, ਹੁਣ ਮਨ ਚ ਇਸ ਕੰਮ ਨੂੰ ਆਇਆ ਤੇ ਚਲੋ ਇਹ ਵੀ ਕੰਮ ਕਰ ਲਿਆ। ਹੁਣ ਕੰਮ ਪਤਾ ਕੀ ਹੋਣਾ, ਮੈਨੂੰ ਤਾਂ ਇਹ ਵੀ ਲੱਗਦਾ ਇੱਕ ਆਪਣੇ ਉਧਰ ਮਾਲਵੇ 'ਚ ਨਾ ਉਹ ਚੇਚਾ ਮੰਡੀਆਂ ਲੱਗਦੀਆਂ ਬੱਕਰੀਆਂ ਵਾਲੀਆਂ ਜੀ, ਮੈਨੂੰ ਇਹ ਸ਼ੱਕ ਆ ਵੀ ਆਉਣ ਵਾਲੇ ਹਫ਼ਤੇ 10 ਦਿਨਾਂ ਦੇ ਵਿੱਚ ਕਿਤੇ ਉਹੀ ਬੱਕਰੀ ਉਸ ਮੰਡੀ 'ਚ ਨਾ ਆਵੇ ਤੇ ਉਹੀ ਬੰਦੇ ਕਹਿ ਇਹ ਉਹੀ ਬੱਕਰੀ ਜਿਹੜੀ ਮੁੱਖ ਮੰਤਰੀ ਸਾਹਿਬ ਨੇ ਜੋਈ ਸੀ, ਇਹਦਾ ਮੁੱਲ ਦੁੱਗਣਾ ਮੁੱਲ ਹੀ ਇਹਦਾ ਹੈ ਨਾ। ਹੋ ਸਕਦਾ ਇਹ ਹੋ ਜੀ ਵੀ ਨਹੀਂ ਹੋ ਸਕਦਾ, ਇਹ ਆਪਣੇ ਇੱਥੋਂ ਹੀ ਕਿਤੇ ਨਾ ਕਿਤੇ ਖਬਰ ਬਣ ਜਾਣੀ, ਲਓ ਜੀ ਉਹ ਬੱਕਰੀ ਵਿਕੀ ਜਿਹੜੀ ਮੁੱਖ ਮੰਤਰੀ ਸਾਹਿਬ ਨੇ ਜੋਈ ਸੀ ਤੇ ਆ ਉਹੀ ਬੱਕਰੀ ਆ, ਮੈਂ ਕਰਕੇ ਦਿਖਾ ਲੈਣਾ ਵਧੀਆ ਕਰਕੇ। ਅੱਛਾ ਸੰਧਾਲੀਆ ਸਾਹਿਬ, ਇੱਕ ਮੈਨੂੰ ਇੱਥੇ ਹੋਰ ਲੱਗਦੀ ਹੈ ਗੱਲ, ਉਹ ਗੱਲ ਇਹ ਹੈ ਕਿ ਮੁੱਖ ਮੰਤਰੀ ਸਾਹਿਬ ਨੇ ਚਲੋ ਉਹਨਾਂ ਦਾ ਆਪਣਾ ਸੁਭਾਅ ਆ, ਤੇ ਹੁਣ ਕਈਆਂ ਹੋ ਸਕਦਾ ਕਈ ਨਿਆਣਿਆਂ ਦੇ ਕੰਨੋਂ ਫੜ ਕੇ 5-6 ਵਜੇ ਘਰਦਿਆਂ ਨੇ ਠਾ ਲਿਆ ਕਰਨੀਆਂ, ਹੋ ਸਕਦਾ ਉਹ ਕਹਿਣ ਕੱਲ ਚੱਕ ਫੋਨ ਚੱਕ ਰਾਤ ਨੂੰ ਕਹਿਣ ਚਾਰਜ ਤੇ ਲਾ ਕੇ ਸੋਈ ਕੀ ਹੋਇਆ, ਸਵੇਰੇ ਮੈਂ ਬੱਕਰੀ ਚੋਣੀ ਆ ਮੇਰੀ ਵੀਡੀਓ ਬਣਾਈ ਸੋਸ਼ਲ ਮੀਡੀਆ ਦੇ ਉੱਤੇ। ਹੋ ਸਕਦਾ ਜੇ ਕੋਈ ਮੱਝ ਦੀਆਂ ਧਾਰਾਂ ਕੱਢਦਾ ਹੈ, ਗਾਂ ਦੀਆਂ ਧਾਰਾਂ ਕੱਢਦਾ ਹੈ, ਬੱਕਰੀ ਦੀਆਂ ਧਾਰਾਂ ਕੱਢਦਾ, ਤੇ ਹੱਕ ਤਾਂ ਉਹਦੇ ਕੋਲੇ ਵੀ ਹੈਗਾ ਨਾ, ਉਹ ਕਹਿਣ ਭਾਈ ਦੇਖ ਲਓ ਮੇਰੀ ਨਹੀਂ ਉਹ ਠੀਕ ਹੈ ਯੋਗਤਾ ਬਰਾਬਰ ਹੀ ਆ। ਪਰ ਮੈਨੂੰ ਇਹ ਲੱਗਦਾ ਵੀ ਬਹੁਤਾ ਨਾ ਪੰਜਾਬ ਦੇ ਵਿੱਚ ਜਿਹੜੇ ਬਾਪੂ ਹੁੰਦੇ ਆ ਪੰਜਾਬੀ ਬਾਪੂ, ਉਹਨਾਂ ਦਾ ਦਬਕਾ ਇੱਕ ਗੱਲੋਂ ਮਿਸ ਹੋ ਗਿਆ ਜੀ। ਨਹੀਂ ਤੇ ਆਮ ਹੀ ਅਕਸਰ ਘਰਾਂ 'ਚ ਸੁਣਨ ਨੂੰ ਮਿਲਦਾ ਹੈ ਜੀ, ਜੇ ਨਿਆਣੇ ਨੇ ਪੜ੍ਹਨਾ ਨਾ ਤੂੰ ਨਾ ਪੜ੍ਹ, ਤੇਰਾ ਸਿਰ ਬਣਾ ਦੇਣਾ, ਤੈਨੂੰ ਬੱਕਰੀਆਂ ਪਾ ਦੇਣੀਆਂ, ਸਾਰਾ ਦਿਨ ਚਾਰਦਾ ਰਿਹਾ ਕਰੀ, ਹੈ ਨਾ। ਹੁਣ ਹੋ ਸਕਦਾ ਅਗਲਾ ਆਖੇ ਵੀ ਮੈਨੂੰ ਪਾ ਦਿਓ, ਇਹ ਕਿਹੜਾ ਕੋਈ ਨਿੱਕਾ ਕੰਮ ਥੋੜਾ ਹੈਗਾ, ਵੱਡਾ ਕੰਮ ਹੈ। ਹਾਂ ਵੀ ਮੈਂ ਜੋਇਆ ਕਰੂੰ ਬੱਕਰੀਆਂ ਉੱਤੇ, ਹੈ ਨਾ। ਚਲੋ ਸੰਧਾਲੀਆ ਸਾਹਿਬ, ਬਣਦੀ ਗੱਲ ਹੈ ਜਿੱਧਰਲੇ ਪਾਸੇ ਨੂੰ ਮਰਜ਼ੀ ਤੋਰ ਲਈਏ, ਪਰ ਇਹ ਆਪਣੇ ਆਪ ਦੇ ਵਿੱਚ ਬੜਾ ਮਹੱਤਵਪੂਰਨ ਹੈ ਕਿ ਪੰਜਾਬ ਵਾਲਾ ਮਸਲਾ ਜਿਹੜਾ ਨਾ ਥੋੜਾ ਕਰਕੇ ਉਲਝੀ ਜਾਂਦਾ ਹੈ। ਹੁਣ ਲੀਡਰਾਂ ਨੇ ਸਰਕਾਰ ਬਣਾਉਣੀ ਹੈ, ਕਿਹਦੀ ਬਣਦੀ ਹੈ ਕਿਹਦੀ ਨਹੀਂ ਬਣਦੀ, ਉਹ ਤਾਂ ਬਾਅਦ ਦੀਆਂ ਗੱਲਾਂ ਨੇ, ਪਰ ਰੂਸ ਤੇ ਯੂਕਰੇਨ ਵਾਲਾ ਜਿਹੜਾ ਮਸਲਾ ਉਹ ਗੰਭੀਰ ਹੈ। ਉੱਥੇ ਸਾਡੇ 7-8 ਬੱਚੇ ਨੇ ਜਿਨ੍ਹਾਂ ਦਾ ਕਲੀਅਰ ਹੈ, ਤੁਹਾਡੇ ਨਾਲ ਵੀ ਗੱਲ ਹੋਈ, ਮੇਰੇ ਨਾਲ ਵੀ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਦੀ ਗੱਲ ਹੋਈ ਕਿ 7 ਦਿਨ ਹੋ ਗਏ ਉਹ ਕੀਵ ਦੇ ਵਿੱਚ ਸੀ, ਕਿਉਂਕਿ 7 ਦਿਨ ਪਹਿਲਾਂ ਉਹਨਾਂ ਦੇ ਵਿੱਚੋਂ ਇੱਕ ਮੁੰਡੇ ਨਾਲ ਮੇਰੀ ਗੱਲ ਹੋਈ ਸੀ, ਉਹਨਾਂ ਨੇ ਆਪਣਾ ਪਾਸਪੋਰਟ ਡਿਟੇਲ ਭੇਜੀ ਕਿ ਸਾਡੇ ਕੋਲ ਅਜੇ ਕੋਈ ਸੰਪਰਕ ਨਹੀਂ ਹੋਇਆ। ਪਿਛਲੇ 6-7 ਦਿਨ ਤੋਂ ਉਹ ਪਰਿਵਾਰਾਂ ਦੇ ਵੀ ਸੰਪਰਕ 'ਚ ਨਹੀਂ, ਉਹਨਾਂ ਦਾ ਕੋਈ ਟੈਲੀਫੋਨ ਉਹਨਾਂ ਨੂੰ ਨਹੀਂ ਆਇਆ, ਪਰਿਵਾਰ ਦੇ ਮੈਂਬਰਾਂ ਨੂੰ ਕਿਸੇ ਹੋਰ ਪਾਸੇ, ਤੇ ਉਹ ਸਾਰੀ ਪ੍ਰਕਿਰਿਆ ਜਿਹੜੀ ਹੈ ਉਹਦੇ ਕਰਕੇ ਉਹਨਾਂ ਦੇ ਮਾਂ-ਬਾਪ ਬੜੇ ਤੰਗ ਪਰੇਸ਼ਾਨ ਨੇ। ਇੱਕ ਲੜਕੀ ਤਾਂ ਉਹਨਾਂ ਦੇ ਵਿੱਚੋਂ 3 ਮਹੀਨੇ ਪਹਿਲਾਂ ਹੀ ਅਜੇ ਪੜ੍ਹਨ ਗਈ ਸੀ, ਅਜੇ ਛੋਟੀ ਉਮਰ ਦੀ ਹੈ, ਪੜ੍ਹਾਈ ਅਜੇ ਸਟਾਰਟ ਕੀਤੀ ਹੈ। ਹੁਣ ਰੂਸ ਨੇ ਆਪਣੇ ਵੱਲੋਂ ਗੋਲੀਬੰਦੀ ਦਾ ਐਲਾਨ ਕੀਤਾ ਹੋਇਆ 2 ਦਿਨ ਹੋ ਗਏ। ਹਰਦੀਪ ਸਿੰਘ ਪੁਰੀ ਸਾਹਿਬ ਨੇ ਦਾਅਵਾ ਕੀਤਾ ਕਿ ਆਖਰੀ ਸ਼ਹਿਰ ਸੂਮੀ ਜਿਹੜਾ ਉੱਥੇ ਅਸੀਂ ਬੱਸਾਂ ਭੇਜੀਆਂ, ਬੱਸਾਂ ਦੇ ਵਿੱਚ ਬੱਚੇ ਸਾਰੇ ਕੱਢ ਕੇ ਇੱਕ ਸੁਰੱਖਿਅਤ ਸ਼ਹਿਰ 'ਚ ਲੈ ਆਂਦੇ ਆ, ਉੱਥੋਂ ਹੁਣ ਅਸੀਂ ਉਹਨਾਂ ਨੂੰ ਬਾਰਡਰ ਪਾਰ ਕਰਾਵਾਂਗੇ, ਬਾਰਡਰ ਪਾਰ ਕਰਾ ਕੇ ਫਿਰ ਭਾਰਤ ਲੈ ਆਉਣਾ। ਪਰ ਅਜੇ ਵੀ ਖਿੱਚੋਤਾਣ, ਤਬਾਹੀ, ਬੰਬ ਧਮਾਕੇ ਚੱਲੀ ਜਾਂਦੇ ਆ। ਇਹ ਥੋੜਾ ਜਿਹਾ ਕੰਮ ਔਖਾ, ਕਿਉਂਕਿ ਦੇਖੋ ਆਪਾਂ ਸ਼ੁਰੂ 'ਚ ਵੀ ਇਹ ਗੱਲ ਕਹੀ ਸੀ ਵੀ ਇੱਕ ਤਰ੍ਹਾਂ ਹੁਣ ਕਿਉਂਕਿ ਵੱਡੀ ਤਾਦਾਦ ਦੇ ਵਿੱਚ ਨੇ ਬੱਚੇ ਜੀ, ਵੱਡੀ ਤਾਦਾਦ ਦੇ ਵਿੱਚ ਉੱਥੋਂ ਨਿਕਲ ਰਹੇ ਆ, ਜਾਂ ਵੱਡੀ ਤਾਦਾਦ ਦੇ ਵਿੱਚ ਹੀ, ਕਿਉਂਕਿ ਹੁਣ 2 ਮਿਲੀਅਨ ਤੋਂ ਵੱਧ ਹੋ ਗਏ ਜਿਹੜੇ ਰਿਫਿਊਜੀ ਜਿਨ੍ਹਾਂ ਨੇ ਯੂਕਰੇਨ ਛੱਡਿਆ, ਉਹਨਾਂ ਦੇ ਵਿੱਚ ਇਹ ਵੀ ਸੀਗੇ। ਪਰ ਕਾਰਨ ਇਹ ਆ ਵੀ ਜਿਹੜੇ ਉੱਥੇ ਥੋੜੇ ਰਹਿ ਜਾਣੇ ਆ ਨਾ, ਉਹਨਾਂ ਦਾ ਕੰਮ ਔਖਾ ਹੋਣਾ। ਐਂਡ ਹੁਣ ਉਹੀ ਗੱਲਾਂ ਆਉਣ ਲੱਗ ਪਈਆਂ ਵੀ ਕਿਤੇ 6 ਨੇ ਕਿਤੇ 7 ਨੇ ਜੀ, ਕਿਉਂਕਿ ਹੁਣ ਪਰਿਵਾਰ ਨੂੰ ਤੇ ਪਤਾ ਹੀ ਹੈ ਨਾ ਵੀ ਯਾਰ ਸਾਡੇ ਬੱਚੇ ਨਾਲ ਸਾਡਾ ਇਸ ਦਿਨ ਤੋਂ ਬਾਅਦ ਸੰਪਰਕ ਨਹੀਂ ਹੋਇਆ। ਹੁਣ ਜੇ ਸੰਪਰਕ ਨਹੀਂ ਹੋਇਆ ਤੇ ਉੱਥੇ ਕੀ ਘਟਨਾ ਵਾਪਰੀ ਹੈ, ਸਭ ਤੋਂ ਪਹਿਲੀ ਗੱਲ ਤੇ ਜਿਹੜੀ ਦਿਮਾਗ 'ਚ ਆਉਂਦੀ ਵੀ ਯਾਰ ਕੋਈ ਉਹ ਮਾੜੀ ਘਟਨਾ ਨਾ ਵਾਪਰ ਗਈ ਹੋਵੇ। ਪਰ
ਉਹੋ ਜਿਹਾ ਨਹੀਂ ਸੋਚਣਾ ਚਾਹੀਦਾ। ਮੈਨੂੰ ਇਹ ਵੀ ਲੱਗਦਾ ਵੀ ਜੇ ਇਸ ਮੁਲਕ ਦੇ ਵਿੱਚ ਇੰਨੀ ਤਬਾਹੀ ਹੋਈ ਹੋਵੇ, ਹੋ ਸਕਦਾ ਵੀ ਉੱਥੇ ਜੇ ਕੋਈ ਬਿਜਲੀ ਕੱਟੀ ਗਈ ਹੈ ਜਾਂ ਉੱਥੇ ਜੇ ਹੁਣ ਮੰਨ ਲਓ ਨੈਟਵਰਕ ਕੰਮ ਨਹੀਂ ਕਰਦਾ ਜਾਂ ਜੇ ਉਹਨਾਂ ਦੇ ਕੋਲ ਹੀ ਕੋਈ ਫੋਨ ਸੀਗਾ ਉਹਦਾ ਕੋਈ ਚਾਰਜਰ ਨਹੀਂ ਹੈਗਾ, ਜਾਂ ਕਿਸੇ ਵੇਲੇ ਇਹ ਵੀ ਹੁੰਦਾ ਵੀ ਹੁਣ ਉਹਨੂੰ ਰੀਚਾਰਜ ਹੀ ਨਹੀਂ ਕਰਵਾਇਆ ਜਾ ਸਕਦਾ, ਕੋਈ ਆਪਾਂ ਕਾਲਾਂ ਕਰ ਕਰਕੇ, ਕੋਈ ਵੀ ਕਾਰਨ ਹੋ ਸਕਦਾ। ਪਰ ਜਿਹੜਾ ਵੀ ਕਾਰਨ ਹੈ ਉਹ ਸਾਰੇ ਕੁਛ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਫਿਕਰ ਇਹ ਆ ਵੀ ਉੱਥੇ ਜਿਹੜੇ ਰਹਿ ਗਏ ਨੇ, ਚਾਹੇ ਉਹ ਇੱਕ ਵੀ ਕਿਉਂ ਨਾ ਹੋਵੇ, ਉਹਨੂੰ ਵਾਪਸ ਕਿੱਦਾਂ ਲਿਆਂਦਾ ਜਾਣਾ। ਨਹੀਂ, ਉਹ ਸਮੱਸਿਆ ਹੈਗੀ ਆ ਸੰਧਾਲੀਆ ਸਾਹਿਬ। ਦੋ ਤਰ੍ਹਾਂ ਦੇ ਲੋਕ ਉੱਥੇ ਰਹਿ ਜਾਣੇ। ਇੱਕ ਤਾਂ ਇਹ ਵਿਰਲੇ ਟਾਵੇਂ ਜਿਹੜੇ ਬੱਚੇ, ਕਿਉਂਕਿ ਜਦੋਂ 20,000 22,000 ਦੀ ਗਿਣਤੀ ਹੁੰਦੀ ਆ ਤੇ ਉਹਦੇ ਵਿੱਚ 20 ਵਿਰਲੇ ਟਾਵੇਂ ਹੁੰਦੇ ਆ, ਪਰ ਜਿਹੜੇ ਪਰਿਵਾਰ ਦਾ ਜੀ ਉੱਥੇ ਹੈਗਾ ਉੱਥੇ ਉਹਦਾ ਸਾਰਾ ਕੁਝ ਹੀ ਉੱਥੇ ਆ। ਹੁਣ ਫਿਕਰ ਵੀ ਹੁੰਦਾ ਕਿ ਬੱਚੀਆਂ ਨੇ, ਮੁਟਿਆਰਾਂ ਨੇ, ਸਾਡੀਆਂ ਨੌਜਵਾਨ ਨੇ, ਕਿ ਜਦੋਂ ਸੰਪਰਕ ਨਹੀਂ, ਜਿਹੜੇ ਸੰਪਰਕ 'ਚ ਸੀਗੇ ਚਾਹੇ ਉਹ ਰੋਂਦੇ ਕਰਲਾਉਂਦੇ ਸੀ, ਦੁਖੀ ਸੀ, ਪਰ ਪਤਾ ਸੀ ਭਾਈ ਫਲਾਨੀ ਥਾਂ ਤੇ ਆ। ਹੁਣ ਉਹਨਾਂ ਦਾ ਇੱਕ ਤਾਂ ਪਤਾ ਨਹੀਂ ਲੱਗਦਾ। ਦੂਸਰਾ, ਇਹ ਡਾਕਟਰ ਸਵੈਮਾਨ ਹੋਰਾਂ ਨੇ ਵੀ ਮੁੱਦਾ ਚੁੱਕਿਆ ਕਿ ਉੱਥੇ ਡੌਂਕੀ ਲਾ ਕੇ ਜਿਹੜੇ ਯੂਕਰੇਨ 'ਚ ਬੜੇ ਸੀ, ਜਿਨ੍ਹਾਂ ਨੇ ਅੱਗੇ ਯੂਰਪ ਜਾਣਾ ਸੀ, ਹੈ ਤਾਂ ਗੈਰ ਕਾਨੂੰਨੀ ਆ। ਉਹ ਨਾ ਤਾਂ ਯੂਕਰੇਨ ਦੀ ਸਰਕਾਰ ਦੇ ਰਿਕਾਰਡ 'ਚ ਆ, ਨਾ ਭਾਰਤ ਸਰਕਾਰ ਦੇ ਰਿਕਾਰਡ 'ਚ ਆ, ਨਾ ਉਹਨਾਂ ਦੇ ਕੋਲੇ ਕੋਈ ਪੇਪਰ ਆ। ਜਾਣੀ ਕਿ ਉਹਨਾਂ ਦੇ ਵਿੱਚੋਂ ਕਈ ਬੱਚੇ ਉੱਥੇ ਜੇਲ੍ਹਾਂ 'ਚ ਨੇ, ਕੈਂਪਾਂ ਦੇ ਵਿੱਚ ਨੇ, ਕਈ ਇਸ ਕਰਕੇ ਗੁਪਤ ਥਾਵਾਂ ਦੇ ਉੱਤੇ ਉਹ ਫਰਜ਼ੀ ਜਿਹੇ ਟਰੈਵਲ ਏਜੰਟਾਂ ਨੇ ਬਿਠਾਏ ਸੀ ਕਿ ਤੁਹਾਨੂੰ ਡੌਂਕੀ ਲਵਾ ਕੇ ਅੱਗੇ ਪੋਲੈਂਡ, ਰੋਮਾਨੀਆ ਜਾਂ ਹੰਗਰੀ ਤੋਰ ਦਿਆਂਗੇ, ਉੱਥੋਂ ਫਿਰ ਤੁਸੀਂ ਯੂਰਪ ਦੇ ਬਾਕੀ ਮੁਲਕਾਂ ਦੇ ਵਿੱਚ ਚਲੇ ਜਾਓ। ਉਹ ਬੱਚੇ ਬਿਨਾਂ ਰਿਕਾਰਡ ਦੇ ਨੇ, ਉਹਨਾਂ ਦੇ ਕੋਲੇ ਕਾਗਜ਼ ਪੱਤਰ ਕੋਈ ਨਹੀਂ। ਉਹ ਜੇ ਬਾਰਡਰ ਦੇ ਉੱਤੇ ਵੀ ਚਲੇ ਜਾਣਗੇ ਤਾਂ ਬਾਰਡਰ ਦੇ ਉੱਤੇ ਉਹਨਾਂ ਤੋਂ ਕਾਗਜ਼ ਪੱਤਰ ਮੰਗੇ ਜਾਣਗੇ, ਭਾਈ ਤੁਸੀਂ ਕੌਣ ਆ, ਮਾੜੀ ਮੋਟੀ ਕੋਈ ਸ਼ਨਾਖਤ, ਕੋਈ ਆਇਡੈਂਟੀਫਿਕੇਸ਼ਨ ਦਿਖਾਓ। ਉਹਨਾਂ ਦਾ ਮੁੱਦਾ ਵੀ ਗੰਭੀਰ ਹੈ। ਹਾਲਾਂਕਿ ਇਸ ਮੁੱਦੇ ਤੇ ਆਪਾਂ ਸਰਕਾਰ ਤੇ ਉਂਗਲਾਂ ਨਹੀਂ ਚੁੱਕ ਸਕਦੇ, ਤੁਸੀਂ ਕੀਤਾ ਕੁਝ ਨਹੀਂ, ਕਿਉਂਕਿ ਉਹਨਾਂ ਕੋਲ ਰਿਕਾਰਡ ਕੋਈ ਨਹੀਂ ਤੇ ਨਾ ਇਹ ਮੁੱਦਾ ਅਜੇ ਤੱਕ ਚੁੱਕਿਆ ਗਿਆ। ਹੁਣ ਜਦੋਂ ਵਿਦਿਆਰਥੀ ਸਾਰੇ ਨਿਕਲ ਗਿਆ ਤੇ ਜੇ ਉਹਨਾਂ ਦੀ ਵਿਸਾਰ ਲੈ ਲਈ ਜਾਵੇ, ਕਿਉਂਕਿ ਸਾਹ ਲੈਂਦੇ ਨੇ, ਆਪਣੇ ਬਹੁਤੇ ਵਿੱਚੋਂ ਪੰਜਾਬੀ ਨੇ ਤੇ ਰਿਕਾਰਡ ਦੇ ਵਿੱਚ ਉਹਨਾਂ ਦੇ ਕੋਲ ਕਾਗਜ਼ ਪੱਤਰ ਕੋਈ ਨਹੀਂ, ਉਹ ਵੀ ਦੇਖਣਾ ਪਊਗਾ। ਨਹੀਂ, ਨਾਲ ਮੇਰੇ ਖਿਆਲ ਨਾਲ ਜੇ ਉਹਨਾਂ ਦੀ ਸਾਰ ਲਈ ਜਾਵੇ ਤੇ ਹੋ ਸਕਦਾ ਇਹ ਵੀ ਉਹ ਦੱਸ ਦੇਣ ਕਿ ਵੀ ਅਸੀਂ ਕਿਉਂ ਗਏ ਸੀ। ਕੁਛ ਇਹੋ ਜਿਹੇ ਹਾਲਾਤ ਜਿਹੜੇ ਨੇ, ਹੁਣ ਜੇ ਗਾਂ ਨਵੀਂ ਸਰਕਾਰ ਬਣਨੀ ਆ, ਜੇ ਕੋਈ ਬਦਲਾਅ ਵਾਲੀ ਬਣ ਜਾਂਦੀ ਤੇ ਸ਼ਾਇਦ ਉਹ ਕੋਈ ਬਦਲਾਅ ਕਰ ਦੇਣ ਵੀ ਇਸ ਢੰਗ ਤਰੀਕੇ ਨਾਲ ਕਿਸੇ ਨੂੰ ਨਾ ਜਾਣਾ ਪਵੇ ਜੀ। ਕਿਉਂਕਿ ਜੇ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਹਾਂ, ਉਹ ਤੇ ਪ੍ਰਚਾਰ ਹੀ ਇਹ ਕਰਦੇ ਸੀ ਵੀ ਕੈਨੇਡਾ ਵਾਲੇ ਵਾਪਸ ਲੈ ਆਉਣੇ ਆ। ਚਲੋ ਕੈਨੇਡਾ ਵਾਲੇ ਨਾ ਸੀ, ਜਿਹੜੇ ਇਦਾਂ ਰਾਹਾਂ ਗਲੀਆਂ 'ਚ ਵਿਚਾਰੇ ਰੁਲਦੇ ਫਿਰਦੇ, ਘੱਟੋ ਘੱਟ ਉਹ ਤੇ ਆ ਜਾਣਗੇ ਜੀ। ਦੂਜੀ ਗੱਲ ਇਹ ਆ ਕਿ ਵੀ ਇਹਦੇ ਤੋਂ ਸ਼ਾਇਦ ਉਹ ਜਿਹੜਾ ਰਸਤਾ ਚੱਲਦਾ, ਕਿਉਂਕਿ ਕਾਰਨ ਹੈ ਵੀ ਜਿਹਦਾ ਰੋਟੀ ਟੁੱਕ ਚੱਲਦਾ, ਜਿਹਨੂੰ ਲਾਲਚ ਹੈ, ਜਿਹਨੂੰ ਪਤਾ ਵੀ ਹਾਂ ਉਹਦੇ ਲਈ ਤਾਂ ਇੱਕ ਨਾ ਗਿਆ, ਉਹਨੂੰ ਉਹ ਕਦੀ ਨਹੀਂ ਵਰਤਦੇ ਵੀ ਹਾਂਜੀ ਇਹ ਬੰਦਾ, ਉਹ ਸਿਰਫ ਨਾ ਗਿਆ ਵੀ ਇੰਨੇ ਨਾ ਗਿਆ ਤਾਂ ਇੰਨੇ ਨਾਗ ਇੱਥੋਂ ਕੱਢਣੇ ਆ। ਉਹ ਜਿਹੜੇ ਨਗਾਂ ਵਾਲਾ ਕੰਮ ਚੱਲਦਾ, ਘੱਟੋ ਘੱਟ ਉਹਦੇ 'ਚ ਇੰਡੀਆ ਵਾਲਿਆਂ ਦਾ ਨਾਂ ਆਉਣ ਵੜ ਜਾਵੇ। ਕੁਛ ਤਾਂ ਇਹੋ ਜਿਹਾ ਕੀਤਾ ਹੀ ਜਾ ਸਕਦਾ ਨਾ ਵੀ ਅਸੀਂ ਉਹਨਾਂ ਦਾ, ਕਿਉਂਕਿ ਬਗਾਨੀ ਧਰਤੀ 'ਤੇ ਨੇ, ਉਹਨਾਂ ਦਾ ਕੰਮ ਹੈ, ਉਹਨਾਂ ਦਾ ਕਰੀ ਜਾਣਾ। ਪਰ ਹੋ ਸਕਦਾ ਹੋਰਨਾਂ ਦੇਸ਼ਾਂ ਦੇ ਹੋਣ, ਘੱਟੋ ਘੱਟ ਇੰਡੀਆ ਵਾਲੇ ਉਹਦੇ 'ਚ ਨਾ ਹੋਣ, ਕੁਛ ਐਸਾ ਹੀ ਕਰ ਲਏ ਸਰਕਾਰ। ਨਹੀਂ, ਕੁਛ ਨਾ ਕੁਛ ਇੱਧਰਲੇ ਪਾਸੇ ਪ੍ਰਬੰਧ ਕਰਨਾ ਪਊਗਾ। ਬਾਕੀ ਸੰਧਾਲੀਆ ਸਾਹਿਬ 2 ਦਿਨ ਹੀ ਹੋਏ ਗੋਲੀਬੰਦੀ ਹੋਈ ਹੈ, ਤੀਸਰੀ ਵਾਰ ਯੂਕਰੇਨ ਤੇ ਰੂਸ ਦੇ ਅਧਿਕਾਰੀ ਬੈਠੇ ਆ, ਗੱਲਬਾਤ ਜਿਹੜੀ ਹੈ ਉਹ ਅਸਫਲ ਹੋ ਗਈ। ਚੌਥੀ ਵਾਰ ਬੈਠਣਾ ਇਸ ਗੱਲ ਦੇ ਉੱਤੇ ਸਹਿਮਤੀ ਬਣੀ ਹੈ। ਇਹਦੇ ਤੋਂ ਬਾਅਦ ਰੂਸ ਨੇ ਕਹਿਤਾ ਕਿ ਅਸੀਂ ਜਰਮਨੀ ਨੂੰ ਜਾਂਦੀ ਪਾਈਪਲਾਈਨ ਜਿਹੜੀ ਹੈ ਸਪਲਾਈ ਵਾਲੀ, ਉਹ ਬੰਦ ਕਰ ਦੇਣੀ ਹੈ ਕਿ ਜੇ ਤੁਸੀਂ ਯੂਕਰੇਨ ਨੂੰ ਸਹਾਇਤਾ ਦਿੰਦੇ ਰਹੇ, ਧਮਕੀ ਦਿੱਤੀ ਹੈ। ਅਮਰੀਕਾ ਨੇ ਪਾਬੰਦੀ ਲਾਤੀ ਕਿ ਰੂਸ ਤੋਂ ਬਿਲਕੁਲ ਕੋਈ ਤੇਲ, ਗੈਸ, ਕੋਲਾ, ਇਹ 3 ਮੁੱਖ ਚੀਜ਼ਾਂ ਨੇ ਜਿਹੜੀਆਂ ਕਿ ਰੂਸ ਐਕਸਪੋਰਟ ਕਰਦਾ ਹੈ, ਦੂਸਰੇ ਦੇਸ਼ਾਂ ਨੂੰ ਵੇਚਦਾ ਹੈ। ਉਹ ਕਹਿੰਦੇ ਜੀ ਅਸੀਂ ਨਾ ਤੇਲ ਲਵਾਂਗੇ, ਨਾ ਗੈਸ ਲਵਾਂਗੇ, ਨਾ ਕੋਲਾ ਲਵਾਂਗੇ। ਅਮਰੀਕਾ ਨਹੀਂ ਲਊਗਾ ਤਾਂ ਬਹੁਤ ਸਾਰੇ ਹੋਰ ਦੇਸ਼ ਵੀ ਨਹੀਂ ਲੈਣਗੇ। ਤੇ ਨਾਲ ਹੀ ਜੋ ਬਾਈਡਨ ਸਾਹਿਬ ਜਿਹੜੇ ਕਿ ਅਮਰੀਕਾ ਦੇ ਰਾਸ਼ਟਰਪਤੀ ਹੈ, ਉਹਨਾਂ ਨੇ ਇਹ ਵੀ ਕਿਹਾ, ਕਹਿੰਦੇ ਜੀ ਇਤਿਹਾਸ ਦੇ ਵਿੱਚ ਇਹਦੇ ਤੋਂ ਵੱਧ ਸਖਤ ਪਾਬੰਦੀਆਂ ਵਿੱਤੀ ਤੌਰ ਤੇ ਅਸੀਂ ਕਦੇ ਨਹੀਂ ਕਿਸੇ ਤੇ ਲਾਈਆਂ ਤੇ ਇਹਨਾਂ ਪਾਬੰਦੀਆਂ ਦੇ ਨਾਲ ਰੂਸ ਦੀ ਅਰਥ ਵਿਵਸਥਾ ਜਿਹੜੀ ਹੈ ਉਹ ਢਹਿ ਢੇਰੀ ਹੋ ਜਾਣੀ ਹੈ। ਹੁਣ ਜੇ ਇੱਧਰਲੇ ਪਾਸੇ ਪਾਬੰਦੀਆਂ ਲੱਗਣਗੀਆਂ, ਕਿਉਂਕਿ ਜਦੋਂ ਇਹਨਾਂ ਨੇ ਉਹਨਾਂ ਦੇ ਜਹਾਜ਼ਾਂ ਦਾ ਰਸਤਾ ਬੰਦ ਕੀਤਾ ਸੀ, ਉਹਨਾਂ ਨੇ ਵੀ ਕਰਤਾ, ਇਹ ਪਾਬੰਦੀਆਂ ਲਾ ਰਹੇ ਆ, ਕੁਝ ਪਾਬੰਦੀਆਂ ਉਹ ਲਾਉਣਗੇ। ਇਹਦੇ ਨਾਲ ਕੜੱਤਣ ਨਫ਼ਰਤ ਵੱਧ ਰਹੀ ਹੈ ਤੇ ਜਿਹੜੇ ਆਮ ਲੋਕ ਸੁੱਖ ਮੰਗਦੇ ਆ ਕਿ ਭਾਈ ਹੁਣ ਇਹ ਬੰਬਾਂ ਦਾ, ਧਮਾਕਿਆਂ ਦਾ ਖੜਾਕ ਬੰਦ ਹੋਵੇ, ਉਹਨਾਂ ਦੇ ਲਈ ਇਹ ਖਬਰਾਂ ਜਿਹੜੀਆਂ ਥੋੜ੍ਹੀਆਂ ਬੇਚੈਨ ਕਰਨ ਵਾਲੀਆਂ, ਕਿਉਂਕਿ ਤੁਸੀਂ 20 ਲੱਖ ਤੋਂ ਵੱਧ ਲੋਕਾਂ ਨੂੰ ਦੱਸਿਆ ਕਿ ਰਿਫਿਊਜੀ ਬਣ ਗਏ ਆ। ਸੰਧਾਲੀਆ ਸਾਹਿਬ, ਉਹ 20 ਲੱਖ ਤੋਂ 50 ਲੱਖ ਨਾ ਹੋਣ, ਇਹ ਬਹੁਤ ਜ਼ਰੂਰੀ ਹੈ। ਹਾਂ, ਇੰਨੀ ਗੱਲ ਜ਼ਰੂਰ ਹੈ, ਇੱਕ 11 ਕੁ ਸਾਲ ਦਾ ਬੱਚਾ ਉਹ ਉਸ ਸ਼ਹਿਰ ਦੇ ਵਿੱਚ ਸੀ ਜਿੱਥੇ ਉਹ ਐਟਮੀ ਪਲਾਂਟ ਸੀ। ਉਦਣ ਉਸ ਬੱਚੇ ਦੀ ਮਾਂ ਨੇ ਉਹਨੂੰ ਤੋਰ ਦਿੱਤਾ, ਉਹਦੇ ਹੱਥ ਦੇ ਉੱਤੇ ਨਾ ਮਾਰਕਰ ਨਾਲ ਇੱਕ ਟੈਲੀਫੋਨ ਨੰਬਰ ਲਿਖ ਦਿੱਤਾ ਕਿ ਪੁੱਤ ਸਲੋਵਾਕੀਆ ਦੇ ਵਿੱਚ ਰਿਸ਼ਤੇਦਾਰ ਰਹਿੰਦੇ ਨੇ, ਆ ਟੈਲੀਫੋਨ ਨੰਬਰ ਕਿਸੇ ਨੂੰ ਦਿਖਾ ਦੀ। ਟ੍ਰੇਨ 'ਚ ਚਾੜ ਦਿੱਤਾ ਇਸ ਕਰਕੇ ਕਿਉਂਕਿ ਉਹਨਾਂ ਦੇ ਪਰਿਵਾਰ ਦੇ ਵਿੱਚ 2 ਬਜ਼ੁਰਗ ਐਸੇ ਸੀ ਕਿ ਜਿਹੜੇ ਬਜ਼ੁਰਗ ਜਾ ਨਹੀਂ ਸੀ ਸਕਦੇ ਤਾਂ ਉਹਦੀ ਮਾਂ ਕਹਿੰਦੀ ਸੀ ਮੈਂ ਪੁੱਤ ਇਹਨਾਂ ਨੂੰ ਛੱਡ ਕੇ ਨਹੀਂ ਜਾਣਾ। 1100 ਕਿਲੋਮੀਟਰ ਉਸ ਬੱਚੇ ਨੇ ਉਹਨਾਂ ਲੋਕਾਂ ਦੇ ਨਾਲ ਸਫ਼ਰ ਕੀਤਾ ਜਿਹੜੇ ਉਹਨੂੰ ਜਾਣਦੇ ਨਹੀਂ ਸੀ। ਇੱਕ ਹੱਥ ਦੇ ਵਿੱਚ ਚਾਕਲੇਟ ਫੜੀ ਆ, ਵੀਡੀਓ, ਫੋਟੋਜ਼ ਉਹਦੀਆਂ
ਸ਼ੇਅਰ ਹੋ ਰਹੀਆਂ, ਵਾਇਰਲ ਹੋ ਰਹੀਆਂ। ਇੱਕ ਹੱਥ ਦੇ ਵਿੱਚ ਹਲਕਾ ਜਿਹਾ ਲਿਫਾਫਾ ਫੜਿਆ, ਜਿਹਦੇ ਵਿੱਚ ਹੋ ਸਕਦਾ ਕੱਪੜੇ ਹੋਣ। ਹੁੰਦੀ ਨਾ ਨਿਆਣਿਆਂ ਦੇ ਉੱਪਰ ਟੋਪੀ ਪਾ ਦਿੰਦੇ ਸਿਆਲਾਂ ਨੂੰ ਕੱਪੜੇ ਦੀ, ਉਹ ਹੌਲੀ ਹੌਲੀ ਅੱਖਾਂ ਤੇ ਆ ਜਾਂਦੀ ਆ। ਨਿਆਣੇ ਨੂੰ ਇੰਨੀ ਸੁਰਤ ਨਹੀਂ ਹੁੰਦੀ ਕਿ ਉਹਨੂੰ ਉੱਪਰ ਨੂੰ ਕਰ ਲਵੇ, ਤੇ ਉੱਥੋਂ ਮਾਵਾਂ ਜਾਂ ਵੱਡੇ ਪਰਿਵਾਰ ਦੇ ਮੈਂਬਰ ਨੂੰ ਇੱਥੋਂ ਮੱਥੇ ਤੋਂ ਫੜ ਕੇ ਟੋਪੀ ਉੱਪਰ ਨੂੰ ਕਰਦੇ ਹੁੰਦੇ, ਪੁੱਤ ਤੇਰੇ ਅੱਖਾਂ ਤੇ ਟੋਪੀ ਆਈ ਆ। ਉਹ ਵਿਚਾਰਾ ਜਦੋਂ ਸਰਹੱਦ ਦੇ ਕੋਲ ਪਹੁੰਚਿਆ ਨਾ, ਰੋਈ ਜਾਂਦਾ ਸੀ ਉੱਚੀ ਉੱਚੀ, ਅੱਖਾਂ ਦੇ ਉੱਤੇ ਟੋਪੀ ਆਈ ਹੋ ਸੀ, ਮਾਂ ਨੇ ਢੱਕ ਢੁੱਕ ਕੇ ਲਪੇਟ ਕੇ ਭੇਜਿਆ ਸੀ। ਤੁਸੀਂ ਦੇਖੋ, ਇੰਨਾ ਸ਼ੁਕਰ ਹੈ ਕਿ ਰਾਹ 'ਚ ਲੋਕਾਂ ਨੇ ਉਹਨੂੰ ਮਾੜਾ ਮੋਟਾ ਸਾਂਭਿਆ। ਜਦੋਂ ਉੱਥੇ ਸਲੋਵਾਕੀਆ ਦੇ ਬਾਰਡਰ ਦੇ ਉੱਤੇ ਪਹੁੰਚਦਾ ਹੈ, ਉਹਨੂੰ ਉੱਥੇ ਰੇਂਜਰ ਪੁੱਛਦੇ ਆ, ਤੇ ਉਹ ਹੱਥ ਅੱਗੇ ਕਰ ਦਿੰਦਾ ਕਿ ਆਹ ਟੈਲੀਫੋਨ ਨੰਬਰ ਹੈ। ਫਿਰ ਉਹਦੇ ਰਿਸ਼ਤੇਦਾਰਾਂ ਨੂੰ ਟੈਲੀਫੋਨ ਕੀਤਾ, ਉਹ ਆ ਕੇ ਲੈ ਕੇ ਗਏ। ਪਰ ਤੁਸੀਂ ਦੇਖੋ ਕਿ 1100 ਕਿਲੋਮੀਟਰ ਲੰਬਾ ਸਫ਼ਰ ਜੇ ਇੱਕ ਛੋਟੇ ਜਿਹੇ ਬੱਚੇ ਨੂੰ ਇਕੱਲਿਆਂ ਕਰਨਾ ਪਿਆ, ਨਾ ਉਹਦੀ ਮਾਂ ਚਾਹੁੰਦੀ ਸੀ, ਨਾ ਉਹਦਾ ਬਾਪ ਚਾਹੁੰਦਾ ਸੀ, ਨਾ ਪਿੰਡ ਵਾਲੇ ਚਾਹੁੰਦੇ ਸੀ। ਇਹ ਕੌਣ ਨੇ 2-4 ਲੋਕ ਜਿਨ੍ਹਾਂ ਦੀ ਧੌਣ ਦੇ ਵਿੱਚ ਸਰੀਏ ਅੜੇ ਆ ਕਿ ਭਾਈ ਅਸੀਂ ਸਰਪੰਚ ਸਾਰੀ ਦੁਨੀਆ ਦੇ ਆਪ ਹੀ ਬਣਨਾ। ਇੱਕ ਕਹਾਣੀ ਜਿਹੜੀ ਸਾਹਮਣੇ ਆ ਗਈ, ਦੁਨੀਆ 'ਚ ਲੱਖਾਂ ਬੱਚੇ ਇਦਾਂ ਦੇ ਹੋਣਗੇ, ਯੂਕਰੇਨ 'ਚ ਹੀ ਘੁੰਮਦੇ ਹੋਣਗੇ, ਪਤਾ ਨਹੀਂ ਹੁਣ ਪਰਿਵਾਰ ਮੁੜ ਕੇ ਮਿਲਣਾ ਕਿ ਨਹੀਂ ਮਿਲਣਾ। ਇਹ ਤਾਂ ਇੱਕ ਕਹਾਣੀ ਹੈ, ਇਹੋ ਜਿਹੀ ਤਾਂ ਬਹੁਤ ਸਾਰੀਆਂ ਕਹਾਣੀਆਂ ਜੇ ਨਿਕਲਣਗੀਆਂ ਜੀ। ਐਂਡ ਹੋ ਸਕਦਾ ਵੀ ਬਾਅਦ ਦੇ ਵਿੱਚ ਉਹਨਾਂ ਕਹਾਣੀਆਂ ਨੂੰ ਸੁਣਨ ਤੋਂ ਬਾਅਦ ਜਾਂ ਦੇਖਣ ਤੋਂ ਬਾਅਦ ਲੋਕਾਂ ਨੂੰ ਇਹ ਅਹਿਸਾਸ ਹੋਵੇ ਵੀ ਯਾਰ ਆਹ ਕੁਛ ਨਾ ਹੁੰਦਾ ਜੀ, ਜੇ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਦੀ ਈਗੋ ਜਾਂ ਕਿਸੇ ਨਾ ਕਿਸੇ ਦੇ ਕੋਈ ਵੈਸੇ ਜਿਹੜੇ ਕੋਈ ਕਹਿ ਲਓ ਕਿ ਬਿਜ਼ਨਸ ਦੇ ਜਾਂ ਹੋਰ ਕਿਸੇ ਨਾ ਕਿਸੇ ਤਰ੍ਹਾਂ ਦੇ ਜਿਹੜੇ ਲਿੰਕ ਨੇ ਉਹ ਨਾ ਜੁੜੇ ਹੁੰਦੇ। ਜੀ। ਪਰ ਇਹ ਸਾਰੇ ਕੁਛ ਇੱਕ ਚੀਜ਼ ਜਿਹੜੀ ਤੁਸੀਂ ਹੁਣ ਜਿੱਦਾਂ ਜ਼ਿਕਰ ਕੀਤਾ ਵੀ ਤੇਲ ਦੀਆਂ ਕੀਮਤਾਂ ਵਧ ਗਈਆਂ, ਹੁਣ ਇਹ ਬੜਾ ਰੌਲਾ ਇਸ ਚੀਜ਼ ਦਾ ਪੈ ਗਿਆ ਵੀ ਤੇਲ ਦੀਆਂ ਕੀਮਤਾਂ ਵਧ ਗਈਆਂ। ਭਾਰਤ ਦੇ ਵਿੱਚ ਵੀ ਬੜਾ ਰੌਲਾ, ਜੋ ਕਹਿੰਦੇ ਜੀ ਟੈਂਕੀਆਂ ਭਰਾ ਲਓ ਜੀ, ਪੰਪਾਂ ਦੇ ਲਾਈਨਾਂ ਲੱਗੀਆਂ ਜੀ, ਪੈਟਰੋਲ ਪਤਾ ਨਹੀਂ ਮਹਿੰਗਾ ਹੋ ਜਾਣਾ। ਮੈਂ ਸੋਚਦਾ ਵੀ ਸਕੂਟਰ 'ਚ ਪੈਟਰੋਲ ਕਦੇ ਕਿੰਨਾ 2 ਨਹੀਂ 3 ਨਹੀਂ 4 ਲੀਟਰ ਪਾ ਲਓਗੇ, ਜੇ ਮੰਨ ਲਓ 20 ਲੀਟਰ ਵੀ ਮਹਿੰਗਾ, 20 ਰੁਪਏ ਮਹਿੰਗਾ ਹੋ ਗਿਆ। ਅੱਜ ਆਪਣਾ ਉਹਦਾ 100 ਰੁਪਈਆ ਬਚ ਜਾਵੇ ਤੇ ਉਹ ਟੈਂਕੀ ਭਰਾ ਕੇ ਸਕੂਟਰ ਕਿਹੜਾ ਅਮਰ ਹੋ ਗਿਆ, ਚੌਥੇ ਦਿਨ ਉਹਨੇ ਫੇਰ ਮੰਗਣਾ ਵੀ ਲਿਆਓ ਵੀ। ਪਰ ਕਾਰਨ ਇਹ ਆ ਵੀ ਇਹ ਸਾਰੇ ਕੁਛ 'ਚ ਹੁਣ ਹਰਦੀਪ ਸਿੰਘ ਪੁਰੀ ਹੋਰੀ ਕਹਿੰਦੇ, ਉਹ ਕਹਿੰਦੇ ਜੀ ਸਾਡੇ ਕੋਲੇ ਕੱਚਾ ਤੇਲ ਬਹੁਤ ਆ ਤੇ ਤੁਸੀਂ ਪਰਵਾਹ ਨਾ ਕਰੋ, ਅਸੀਂ ਮਹਿੰਗਾ ਨਹੀਂ ਹੋਣ ਦਿੰਦੇ, ਪਰ ਹਾਂ ਸਾਡੀਆਂ ਕੰਪਨੀਆਂ ਡਿਸਾਈਡ ਕਰਨਗੀਆਂ ਵੀ ਕੀ ਰੇਟ ਰੱਖਣਾ। ਜਦੋਂ ਉਹਨਾਂ ਨੇ ਆਹ ਲਾਈਨ ਕਹਿ ਦਿੱਤੀ ਫਿਰ ਆਪਣੇ ਆਪ ਹੀ ਕਲੀਅਰ ਹੋ ਗਿਆ ਕੰਮ। ਪਰ ਹੁਣ ਇਸੇ ਚੀਜ਼ 'ਚੋਂ ਮੋਦੀ ਸਾਹਿਬ ਦਾ ਇੱਕ ਬਿਆਨ ਸੀ, ਬੜਾ ਵਧੀਆ ਮੈਨੂੰ ਲੱਗਿਆ ਵੀ ਉਹਨਾਂ ਨੂੰ ਫਿਕਰ ਆਇਆ। ਉਹ ਕਹਿੰਦੇ ਵੀ ਇਸ ਵਕਤ ਯੂਕਰੇਨ ਤੇ ਰਸ਼ੀਆ ਦਾ ਕਰਕੇ ਦੁਨੀਆ ਦੇ ਵਿੱਚ ਕਣਕ ਦੀਆਂ ਕੀਮਤਾਂ ਵੱਧ ਰਹੀਆਂ, ਕਿਉਂਕਿ ਉੱਥੋਂ ਨਹੀਂ ਆ ਰਿਹਾ ਤੇ ਆਉਣ ਵਾਲੇ ਦਿਨਾਂ 'ਚ ਔਖਾ ਹੋਣਾ। ਹੁਣ ਕਣਕ ਦੀਆਂ ਕੀਮਤਾਂ ਵੱਧ ਰਹੀਆਂ, ਇਸ ਕਰਕੇ ਕਿਸਾਨਾਂ ਦੇ ਕੋਲ ਹੁਣ ਗਾਂ ਕਣਕ ਆਉਣੀ ਆ, ਤੇ ਉਹ ਕਹਿੰਦੇ ਕਿਸਾਨਾਂ ਦੇ ਕੋਲ ਬਹੁਤ ਵਧੀਆ ਮੌਕਾ ਵੀ ਉਹ ਇਸ ਮੌਕੇ ਦਾ ਫਾਇਦਾ ਚੁੱਕਣ, ਵਧੀਆ ਕੁਆਲਿਟੀ ਦੀ ਜਿਹੜੀ ਕਣਕ ਹੈ ਉਹ ਭੇਜਣ। ਹੁਣ ਜਦੋਂ ਉਹਨਾਂ ਨੇ ਆਪਣਾ ਹਿਸਾਬ ਨਾਲ ਰੇਟ ਦੱਸਿਆ, ਉਹ ਕਹਿੰਦੇ ਵੀ ਬੰਦਰਗਾਹਾਂ ਤੱਕ 2400 2450 ਨੂੰ ਪਹੁੰਚਦੀ ਆ ਕਣਕ, ਸਾਰੀ ਟਰਾਂਸਪੋਰਟੇਸ਼ਨ ਪਾ ਕੇ। MSP ਦੇਖੀ ਤੇ 2000 ਦੇ ਲਾਗੇ ਬੰਨੇ ਆ। ਹੁਣ ਮੈਂ ਕੁਦਰਤੀ ਸੋਚਿਆ ਵੀ ਚਲੋ ਦੇਖੀ ਤਾਂ ਸਹੀ ਵੀ ਅੰਤਰਰਾਸ਼ਟਰੀ ਮਾਰਕੀਟ ਕੀ ਕਹਿੰਦੀ ਆ, ਤਾਂ ਮੋਟਾ ਜਿਹਾ ਜੇ ਮੈਂ ਬਾਕੀ ਸਾਰੀ ਚੀਜ਼ਾਂ ਘਟਾ ਵੀ ਲਵਾਂ ਤੇ 33-3400 ਨੂੰ ਬਹਿੰਦੀ ਹੈ ਕਣਕ ਅੰਤਰਰਾਸ਼ਟਰੀ ਮਾਰਕੀਟ ਦੇ ਹਿਸਾਬ ਨਾਲ। ਪਿਛਲੇ ਦਿਨਾਂ ਜਮਾਂ ਪੀਕ ਟੱਚ ਕਰ ਗਈ ਸਿਰਫ ਇਸੇ ਫਿਕਰ ਦਾ ਕਰਕੇ। ਹੁਣ ਜੇ ਅੰਤਰਰਾਸ਼ਟਰੀ ਮਾਰਕੀਟ ਦੇ ਵਿੱਚ 32-33-3400 ਨੂੰ ਆ ਤੇ ਆਪਾਂ ਅਜੇ ਵੀ 2450 ਦੀ ਗੱਲ ਕਰੀ ਜਾਂਦੇ ਆ ਤੇ MSP 2000 ਤੇ ਆ। ਇਹ ਹੁਣ ਨਹੀਂ ਕਿਸੇ ਨੇ ਕਿਹਾ ਵਧਾਉਣ ਦੀ ਗੱਲਬਾਤ, ਮੈਂ ਇਲਜ਼ਾਮ ਕੋਈ ਨਹੀਂ ਲਾ ਰਿਹਾ, ਮੈਂ ਜਸਟ ਇੱਕ ਕੈਲਕੂਲੇਸ਼ਨ ਦੀ ਗੱਲ ਕਰ ਰਿਹਾ। ਜਿੱਦਣ ਇਹ 13-1400 ਨੂੰ ਸੀਗੀ ਉਦੋਂ ਹਰੇਕ ਇਹ ਖੇਤੀ ਅੰਦੋਲਨ ਉਦੋਂ ਚੱਲਣਾ ਸ਼ੁਰੂ ਹੋਇਆ ਸੀ, ਰੌਲਾ ਪਿਆ ਸੀ, ਉਦੋਂ ਹਰ ਬੰਦਾ ਚਰਚਾ ਕਰਦਾ ਸੀ ਜੀ ਇਹ ਕਰੀਏ ਕੀ ਜੀ, MSP ਸਾਨੂੰ ਵੱਧ ਦੇਣੀ ਪੈਂਦੀ, ਉੱਥੇ 13-1400 ਨੂੰ ਮਿਲਦੀ ਆ, ਇੱਥੇ ਅਸੀਂ ਉਦੋਂ 1900 ਨੂੰ ਦਿੰਦੇ ਆ ਜੀ, ਕੋਈ ਕਹਿੰਦਾ 1850 ਨੂੰ ਦਿੰਦੇ ਆ। ਹੁਣ 1850 19 1950 ਦੀ ਚਰਚਾ ਕਰਦੇ ਕਰਦੇ ਅੱਜ ਵੀ ਆਪਾਂ 2024 ਤੇ ਪਹੁੰਚੇ, ਜਦੋਂ ਉਧਰ 32-3300 ਨੂੰ ਹੋ ਗਈ। ਸੰਧਾਲੀਆ ਸਾਹਿਬ, ਗੱਲ ਤਾਂ ਠੀਕ ਹੈ ਪ੍ਰਧਾਨ ਮੰਤਰੀ ਸਾਹਿਬ ਦੀ ਕਿ ਜੇ ਬਾਜ਼ਾਰ ਦੇ ਵਿੱਚ ਵੱਧ ਕੀਮਤ ਮਿਲਦੀ ਆ ਤਾਂ ਕਿਸਾਨ ਨੂੰ ਪੈਸੇ 4 ਵੱਟਣੇ ਚਾਹੀਦੇ ਆ। ਮੰਨ ਲਓ ਤੁਹਾਨੂੰ ਘਰ ਦੇ ਵਿੱਚ ਬੰਦੇ ਦੀ ਲੋੜ ਹੈ, ਕੰਮ ਕਰਾਉਣਾ, ਤੁਸੀਂ ਮਕਾਨ ਛੱਤ ਦਿਓ, ਕੋਈ ਖੇਤੀਬਾੜੀ ਦਾ ਕੰਮ ਹੈ, ਇੱਕ ਦੁਕਾਨ 'ਚ ਕੰਮ ਹੈ, ਆਰਜੀ ਤੌਰ ਤੇ ਤੁਸੀਂ ਬੰਦਾ ਲਿਆਉਣਾ। ਤੁਸੀਂ ਜਾਂਦੇ ਹੋ ਲੇਬਰ ਚੌਂਕ ਦੇ ਵਿੱਚ, ਤੇ ਉੱਥੋਂ ਇਹ ਨਹੀਂ ਕਿ ਕੋਈ ਵੀ ਬੰਦਾ ਆ ਜਾਓ, ਤੁਸੀਂ ਉਹ ਦੇਖਦੇ ਜਿਹੜਾ ਕੰਮ ਕਰਨ ਜੋਗਾ ਹੋਵੇ ਉਹ ਆਉਂਦਾ ਹੀ। ਇਹ ਗੱਲ ਬਿਲਕੁਲ ਠੀਕ ਹੈ ਕਿ ਸਾਡੀ ਕਣਕ ਜਿਹੜੀ ਹੈ ਉਹ ਵਿਦੇਸ਼ਾਂ ਜਾਣੀ ਚਾਹੀਦੀ, ਸਾਡੇ ਕੋਲੇ ਸਟੋਰੇਜ ਜਿੰਨੀ ਹੋਈ ਉਹ ਪਈ ਹੈ, ਸਾਡੇ ਕੋਲੇ ਵਾਧੂ ਹੈ, ਅਸੀਂ ਵੇਚੀਏ। ਪਰ ਸਵਾਲ ਇਹ ਪੈਦਾ ਹੁੰਦਾ ਕਿ ਕੀ ਸਾਡੀ ਕਣਕ ਲੈ ਲੈਣਗੇ ਉਹ ਜਿਹਨਾਂ ਨੂੰ ਅਸੀਂ ਵੇਚਣੀ ਆ 32-3300 ਨੂੰ ਤੁਸੀਂ ਹਿਸਾਬ ਤਾਂ ਲਾ ਕੇ ਦੱਸਿਆ, ਕਿਉਂਕਿ ਅਗਲਿਆਂ ਨੇ ਕਣਕ ਨਹੀਂ ਲੈਣੀ, ਉਹਨਾਂ ਨੇ ਖਾਣ ਵਾਲੀ ਕਣਕ ਲੈਣੀ ਆ। ਤੇ ਕੀ ਉਹ ਅੰਤਰਰਾਸ਼ਟਰੀ ਜਿਹੜਾ ਸਟੈਂਡਰਡ ਹੈ, ਜਿਹੜੇ ਅੰਤਰਰਾਸ਼ਟਰੀ ਮਾਨਕ ਨੇ, ਮਿਆਰ ਨੇ, ਕੀ ਸਾਡੀ ਖਾਦ ਵਾਲੀ ਕੀੜੇ ਮਾਰ ਦਵਾਈ ਵਾਲੀ ਕਣਕ ਜਿਹੜੀ ਹੈ ਉਹਨਾਂ ਦੇ ਉੱਤੇ ਪੂਰਾ ਉਤਰੂਗੀ? ਬੜੀ ਵਾਰੀ ਸਾਡੇ ਜਹਾਜ਼ ਜਿਹੜੇ ਵਾਪਸ ਆਏ ਨੇ ਐਨ ਧੁਰੋਂ ਹੋ ਕੇ, ਉਹ ਵੀ ਹਿਸਾਬ ਕਿਤਾਬ ਲਾਉਣਾ ਪਊਗਾ। ਹਾਂਜੀ ਬਿਲਕੁਲ ਲਾਉਣਾ ਪਊਗਾ, ਕਿਉਂਕਿ ਇਹ ਉਹ ਵਿਸ਼ਾ ਜਿਹਦੇ ਤੇ ਕਦੀ ਡਿਸਕਸ਼ਨ ਨਹੀਂ ਹੋਈ ਸੀ। ਕਿਉਂਕਿ ਖੇਤੀ ਨੂੰ ਤਾਂ ਐਂ ਕਹਿੰਦੇ ਵੀ ਖੇਤੀ ਕਰਮਾ ਸੇਤੀ ਆ, ਬਸ ਕੋਈ ਗੱਲ ਨਹੀਂ ਯਾਰ, ਇਹ ਕੋਈ ਬੰਦੇ ਨੇ। ਇਹ ਤਾਂ ਕੋਵਿਡ ਆਇਆ, ਕੋਵਿਡ ਦੇ ਵਿੱਚ ਜਦੋਂ ਹੋ ਸਕਦਾ ਅਰਥ ਸ਼ਾਸਤਰੀ ਬੈਠੇ ਹੋਣ ਤੇ ਉਹਨਾਂ ਨੂੰ ਸਮਝ ਲੱਗੀ ਹੋਈ ਵੀ ਯਾਰ ਦੁਨੀਆ ਦਾ ਹਰੇਕ ਕਾਰੋਬਾਰ ਡਿੱਗ ਪਿਆ,
ਇਹ ਖੇਤੀ ਸੈਕਟਰ ਹੀ ਆ ਭਾਰਤ ਦੇ ਵਿੱਚ ਜਿਹੜਾ 3-4% ग्रो कर गया। जी फिर हो सकता हर एक दे रडार ते और इसे देखो ना ये अच्छा है, कुछ इसमें पकड़ो, कुछ करते हैं, कुछ कर सकते हैं। ठीक है यार जी सद के हरेक बंदा ਉਹਦੇ ਤੋਂ ਕਮਾਵੇ, ਪਰ ਸਭ ਤੋਂ ਪਹਿਲਾਂ ਉਸ ਬੰਦੇ ਦੇ ਢਿੱਡ ਦਾ, ਉਹਦੇ ਨਿਆਣਿਆਂ ਦਾ ਜਾਂ ਉਹਦੇ ਨਾਲ ਕੰਮ ਕਰਨ ਵਾਲੇ ਪਰਿਵਾਰ ਜਿਹੜੇ ਨੇ ਜੀ ਉਹਨਾਂ ਦਾ ਖਿਆਲ ਜ਼ਰੂਰ ਰੱਖਿਆ ਜਾਵੇ ਵੀ ਯਾਰ ਇਹਨਾਂ ਦਾ ਹੱਕ ਜਿੰਨਾ ਕੁ ਬਣਦਾ ਉਹ ਜ਼ਰੂਰ ਦਿੱਤਾ ਜਾਵੇ। ਹਾਂ ਉਦੋਂ ਬਾਅਦ ਜੋ ਤੁਹਾਡਾ ਮੁਨਾਫਾ ਕਮਾਓ, ਕਿਸੇ ਨੂੰ ਵੀ ਫਰਕ ਪੈਂਦਾ। ਮਜੀਠੀਆ ਸਾਹਿਬ ਦੀ ਗੱਲ ਸੰਧਾਲੀਆ ਸਾਹਿਬ ਕਰ ਲਈਏ। ਬਿਕਰਮ ਸਿੰਘ ਮਜੀਠੀਆ ਹੋਰਾਂ ਨੂੰ 8 ਤਰੀਕ ਤੱਕ ਅਦਾਲਤੀ ਹਿਰਾਸਤ ਵਿੱਚ ਭੇਜਿਆ ਗਿਆ ਸੀ ਪਟਿਆਲੇ ਵਾਲੀ ਜੇਲ੍ਹ 'ਚ। ਫਿਰ ਚਰਚਾ ਚੱਲੀ ਜੀ, ਮੁਲਾਕਾਤਾਂ ਜ਼ਿਆਦਾ ਹੁੰਦੀਆਂ, ਫਿਰ ਹਫ਼ਤੇ ਦੇ ਵਿੱਚ ਬਾਕੀਆਂ ਦੇ ਵਾਂਗੂ 2 ਕਰ ਦਿੱਤੀਆਂ। ਤੇ ਹੁਣ ਬੀਤੇ ਕੱਲ ਉਹਨਾਂ ਦੀ ਪੇਸ਼ੀ ਸੀ ਕਿ ਭਾਈ ਆਓ ਬਿਕਰਮ ਸਿੰਘ ਮਜੀਠੀਆ ਸਾਹਿਬ, ਤੇ ਬਹੁਤੇ ਲੋਕਾਂ ਨੂੰ ਆਸ ਸੀ ਖਾਸ ਤੌਰ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਕਿ ਸ਼ਾਇਦ ਜ਼ਮਾਨਤ ਹੋ ਜਾਏਗੀ। ਉਧਰੋਂ ਸਰਕਾਰੀ ਵਕੀਲ ਸੀ ਜਿਹੜੇ ਕਹਿੰਦੇ ਜੀ ਨਾ, ਇਹਨਾਂ ਦੇ ਵਕੀਲ ਕਹਿੰਦੇ ਸੀ ਜੀ ਹਾਂ ਜ਼ਮਾਨਤ ਹੋਣੀ ਚਾਹੀਦੀ ਹੈ। ਪਰ ਹੁਣ 22 ਤਰੀਕ ਤੱਕ ਬਿਕਰਮ ਸਿੰਘ ਮਜੀਠੀਆ ਹੋਰਾਂ ਨੂੰ ਦੁਬਾਰਾ ਅਦਾਲਤੀ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ, ਜਾਣੀ ਕਿ 14 ਦਿਨ ਹੋਰ। ਇਹਦਾ ਮਤਲਬ ਹੈ ਕਿ ਵੋਟਾਂ ਦੀ ਗਿਣਤੀ ਵੀ ਉਹਨਾਂ ਦੇ ਅੰਦਰ ਬੈਠਿਆਂ ਹੋਊ, ਸਰਕਾਰ ਜਿਹਦੀ ਵੀ ਬਣੀ ਉਹਨਾਂ ਦੇ ਅੰਦਰ ਬੈਠਿਆਂ ਬਣੂ, ਕਿਉਂਕਿ 10-15 ਦਿਨਾਂ 'ਚ ਤਾਂ ਸਹੁੰ ਚੱਕ ਹੀ ਲੈਂਦੇ ਹੁੰਦੇ ਨਾ। ਮੰਤਰੀ ਮੰਡਲ ਦੇ ਵਿੱਚ ਕਿਹਨੇ ਸ਼ਾਮਲ ਹੋਣਾ ਉਹ ਵੀ ਉਹਨਾਂ ਦੇ ਅੰਦਰ ਬੈਠਿਆਂ, ਜੇ ਉਦੋਂ ਤੱਕ ਜ਼ਮਾਨਤ ਦੀ ਅਰਜ਼ੀ ਨਹੀਂ ਲਾਉਂਦੇ। ਪਰ ਹਾਂ ਉਹਨਾਂ ਨੂੰ ਕਾਰ 'ਚ ਲੈ ਕੇ ਆਏ, ਵਧੀਆ ਕਾਰ ਦੇ ਵਿੱਚ, ਤੇ ਉਹਨਾਂ ਨੇ ਫਿਰ ਆਣ ਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਐਂ ਦੋਨੇ ਮੁੱਛਾਂ ਮਰੋੜੀਆਂ, ਬਿਲਕੁਲ ਉਸੇ ਤਰੀਕੇ ਜਿਸ ਤਰੀਕੇ ਜਦੋਂ ਅਰਵਿੰਦ ਕੇਜਰੀਵਾਲ ਹੋਰਾਂ ਨੇ ਮਾਫੀਨਾਮਾ ਅਦਾਲਤ 'ਚ ਦਿੱਤਾ ਸੀ, ਉਦੋਂ ਅੰਮ੍ਰਿਤਸਰ ਮਰੋੜੀਆਂ ਸੀ। ਉਦੋਂ ਵੀ ਮਰੋੜੀਆਂ ਸੀ। ਇੱਕ ਦਿਨ ਮੇਰਾ ਖਿਆਲ ਵਿਧਾਨ ਸਭਾ 'ਚ ਵੀ ਮਰੋੜੀਆਂ ਜਦੋਂ ਆਪਣੇ ਰਾਣਾ ਗੁਰਜੀਤ ਹੋਰਾਂ ਨਾਲ ਰੌਲਾ ਰੱਪਾ ਪਿਆ ਸੀ ਜੀ। ਪਰ ਨਾਲ ਉਹਨਾਂ ਨੇ ਇਹ ਵੀ ਕਿਹਾ, ਉਹ ਕਹਿੰਦੇ ਵੀ ਦੇਖੋ ਆਪਾਂ ਲਾਅ ਅਬਾਈਡਿੰਗ ਸਿਟੀਜ਼ਨ ਆ, ਤੇ ਆਪਾਂ ਨੂੰ ਜਿਵੇਂ ਅਦਾਲਤ ਦਾ ਹੁਕਮ ਹੈ ਜੀ ਆਪਾਂ ਉੱਦਾਂ ਕਰਨਾ। ਤੇ ਅਸੀਂ ਅਦਾਲਤ ਦੇ ਵਿੱਚ ਇਹ ਗੱਲ ਕਲੀਅਰ ਕਰ ਚੁੱਕੇ ਹਾਂ ਵੀ ਸਾਡੇ ਤੇ ਰਾਜਨੀਤਿਕ ਧੱਕੇਸ਼ਾਹੀ ਦਾ ਕਰਕੇ ਸਾਰਾ ਕੁਝ ਕੀਤਾ ਗਿਆ, ਤੇ ਕੋਈ ਚੱਕਰ ਨਹੀਂ ਵੀ ਜਿਵੇਂ ਅਦਾਲਤ ਕਹੂਗੀ ਆਪਾਂ ਮੰਨਣ ਨੂੰ ਤਿਆਰ ਹਾਂ। ਪਰ ਨਾਲ ਕਹਿੰਦੇ ਇੱਕ ਗੱਲ ਇਹ ਵੀ ਹੈਗੀ ਆ ਵੀ ਰੰਧਾਵਾ ਸਾਹਿਬ, ਚੰਨੀ ਸਾਹਿਬ, ਹਨੀ ਜੀ, ਮਨ ਸਿੱਧੂ ਸਾਹਿਬ ਦਾ ਨਾਮ ਹੀ, ਉਹਨਾਂ ਲਈ ਵੀ ਕਹਿੰਦੇ ਅੰਦਰ ਕਮਰੇ ਮੈਂ ਤਿਆਰ ਕਰਦਾ ਪਿਆ ਵੀ ਟਾਈਮ ਆ ਜਾਣਾ ਆ। ਤੇ ਜਦੋਂ ਟਾਈਮ ਆ ਗਿਆ, ਸਰਕਾਰ ਬਦਲ ਗਈ, ਉਦੋਂ ਬਾਅਦ ਫਿਰ ਤੁਸੀਂ ਦੇਖਿਓ ਵੀ ਕੀ ਬਣਦਾ। ਕਲੀ ਕੁਲੀ ਕਰਾ ਕੇ ਆਉਣਾ ਹੀ ਹੈ। ਮੈਨੂੰ ਕਹਿੰਦੇ ਵੀ ਕੋਈ ਗੱਲ ਨਹੀਂ, ਅੱਜ ਮੈਂ ਅੰਦਰ ਆ, ਨਾਲ ਦੇ ਨਾਲ ਆਪਣੇ ਬੰਦੇ ਨੂੰ ਕਿਹਾ, ਉਹ ਹੱਥ ਹੁੱਥ ਵੀ ਮਿਲਾਏ ਉਹਨਾਂ ਦੇ ਨਾਲ। ਹੁਣ ਤੇ ਇਹ ਤੇ ਹੁਣ ਤੁਸੀਂ ਅੱਗੇ ਕਹਿੰਦੇ ਵੀ ਅਫਸਰ ਜਿਹੜੇ ਉਹ ਚੇਂਜ ਹੋ ਗਏ ਆ, ਪਰ ਇਸ ਮਾਮਲੇ ਦੇ ਹਿਸਾਬ ਨਾਲ ਜੇ ਅਫਸਰਾਂ ਦਾ ਅੰਦਾਜ਼ਾ ਲਾਈਏ ਤੇ ਜਿੱਦਾਂ ਉਹਨੂੰ ਲਿਆਂਦਾ ਗਿਆ ਜਾਂ ਜਿੱਦਾਂ ਉੱਥੋਂ ਉਹਨਾਂ ਨੇ ਵਾਪਸ ਜਾਣਾ ਸੀ ਤੇ ਉੱਥੇ ਜੇਲ੍ਹ 'ਚ ਕਹਿੰਦੇ ਤੁਰ ਪਿਆ ਜੀ, ਆ ਗਏ ਜੀ। ਉਧਰ ਕਹਿੰਦੇ ਜੇਲ੍ਹ ਵਾਲੇ ਡੀਕਣ ਵੀ ਯਾਰ ਆਏ ਨਹੀਂ ਬੰਦੇ, ਕਿੱਧਰ ਚਲ ਗਏ, ਟਾਈਮ ਲੱਗ ਗਿਆ ਜੀ। ਆਹੋ ਫਿਰ ਕਹਿੰਦੇ ਦੱਸਿਆ ਵੀ ਉਹ ਰੁਕੇ ਮਾੜਾ ਢਾਬੇ ਤੇ ਰੋਟੀ ਪਾਣੀ ਖਾਂਦੇ ਆ, ਚਾਹ ਚੂ ਪੀਂਦੇ ਆ ਜੀ, ਨਾਲ ਬੰਦੇ ਹੋਰ ਮਿਲਣ ਮੁਲਣ ਵਾਲੇ, ਕੋਈ ਗੱਲ ਨਹੀਂ ਆ ਜਾਣਾ ਜੀ। ਉਹ ਵਾਲੇ ਟ੍ਰੀਟਮੈਂਟ ਤੋਂ ਇਹ ਵੀ ਅੰਦਾਜ਼ਾ ਲੱਗਦਾ ਵੀ ਜੇ ਮਜੀਠੀਆ ਸਾਹਿਬ ਕਹਿੰਦੇ ਵੀ ਕੋਈ ਗੱਲ ਨਹੀਂ ਸਾਡੀ ਸਰਕਾਰ ਆਉਣੀ, ਕਹਿੰਦੇ ਐਗਜ਼ਿਟ ਉਗਜ਼ਿਟ ਪੋਲ ਕੋਈ ਨਹੀਂ, ਇੱਧਰੋਂ ਟ੍ਰੀਟਮੈਂਟ ਵੀ ਠੀਕ ਮਿਲ ਰਿਹਾ, ਤੇ ਇਹ ਨਾ ਹੋਏ ਕਿ ਜਿਹੜਾ ਐਗਜ਼ਿਟ ਪੋਲ ਕੋਈ ਵੀ ਕਹਿੰਦਾ ਵੀ 6 ਸੀਟਾਂ ਮਿਲਣੀਆਂ, ਕੋਈ ਕਹਿੰਦਾ 26 ਸੀਟਾਂ ਮਿਲਣੀਆਂ, ਅਕਾਲੀ ਦਲ ਨੂੰ ਅਗਲੀ 66 ਲੈ ਜਾਣ। ਨਹੀਂ, ਕੁਝ ਵੀ ਹੋ ਸਕਦਾ। ਦੇਖੋ ਐਗਜ਼ਿਟ ਪੋਲ ਤਾਂ ਫੇਲ ਵੀ ਹੁੰਦੇ ਰਹੇ, ਪਾਸ ਵੀ ਹੁੰਦੇ ਰਹੇ। ਨਾਲੇ ਹੁਣ ਦੇਖੋ ਸੰਧਾਲੀਆ ਸਾਹਿਬ, ਇਸ ਵੇਲੇ 8:30 ਹੋਣ ਵਾਲੇ ਭਾਰਤ ਦੇ ਸਵੇਰ ਦੇ, ਕੱਲ ਨੂੰ 6 ਵਜੇ ਤਾਂ ਸਵੇਰੇ ਆਪਾਂ ਬਹਿ ਜਾਣਾ ਹੀ। ਆਹੋ ਇਹ ਤਾਂ ਹੈ ਨਾ, ਸਵੇਰੇ 6 ਵਜੇ ਪ੍ਰਾਈਮ ਏਸ਼ੀਆ TV ਤੇ YouTube ਤੇ Facebook ਤੇ ਆਪਾਂ ਲਾਈਵ ਹੋ ਜਾਣਾ। ਤੇ ਜਦੋਂ ਤੱਕ ਆਖਰੀ EVM ਮਸ਼ੀਨ ਦੇ ਵਿੱਚ ਟੂਨ ਨਹੀਂ ਹੁੰਦੀ ਤੇ ਬੋਰਡ ਦੇ ਉੱਤੇ ਲਿਖ ਨਹੀਂ ਦਿੰਦੇ ਕਿ ਇਸ ਹਲਕੇ ਤੋਂ ਆ ਜੇਤੂ, ਉਨੀ ਦੇਰ ਆਪਾਂ ਬੈਠੇ ਰਹਿਣਾ। ਗੱਲ ਕਿਹੜੀ ਆ, ਨਾਲੇ ਬੰਦੇ ਟੀਮ ਦੇ ਆਪਣੀ ਵਾਰੀ-ਵਾਰੀ ਆਈ ਜਾਣੇ ਤੇ ਪਰਿਵਾਰ ਨਾਲ ਜੁੜਿਆ ਰਹਿਣਾ। ਹਾਂ, ਸੋ ਇਹ ਤੁਸੀਂ ਮਿਸ ਨਾ ਕਰਿਓ ਜੀ। ਸਾਡੀ ਕੋਸ਼ਿਸ਼ ਇਹ ਰਹੂਗੀ ਕਿ ਵੀ 6 ਵਜੇ ਦਾ ਮਤਲਬ ਇਹ ਹੈਗਾ ਵੀ 2 ਘੰਟੇ ਪਹਿਲਾਂ, ਤਾਂ ਜੋ ਆਪਾਂ ਸਾਰਾ ਕੁਝ ਮਾਹੌਲ ਜਿਹਾ ਬਣਾ ਲਈ ਵੀ ਕਿਹੜਾ ਬੰਦਾ, ਕਿੰਨੀਆਂ ਸੀਟਾਂ, ਕਿੰਨੇ ਆਪਣੇ ਮੈਂਬਰ ਖੜੇ ਸੀਗੇ, ਕਿੱਥੋਂ ਕਿਹੜੀ ਕਹਾਣੀ ਚੱਲਦੀ ਆ, ਪਹਿਲਾਂ ਕੀ ਹੋਊਗਾ, ਬੰਦੇ ਥਾਂ ਥਾਂ ਹੀ ਪਹੁੰਚ ਗਏ ਆ, ਜਿੰਦੇ ਖੋਲ੍ਹ ਲਿਆ, ਸੀਲਾਂ ਲੱਗ ਗਈਆਂ। ਜਨਾਬ ਨੇ ਕਹਿਦਾ ਵੀ ਪਾਣੀ ਧਾਣੀ ਪੀ ਕੇ ਫਿਰ ਬਹਿਣਾ, ਜੇ ਹੁਣੇ ਨਾ ਆਖੋ ਵੀ ਇੱਕ ਰਾਂ ਪਾਣੀ ਪੀ ਆਈਏ ਜੀ। ਤੇ ਫਿਰ ਜਦੋਂ ਹੀ 8 ਵਜੇ ਤੋਂ ਕੰਮ ਸ਼ੁਰੂ ਹੋਣਾ, ਨਾਲ ਦੀ ਨਾਲ ਹੀ ਅੰਕੜੇ ਵੀ ਦੇ ਦਿਆਂਗੇ। ਮੈਂ ਉਸੇ ਵੇਲੇ ਅੰਕੜੇ, ਤੇ ਅੰਕੜਿਆਂ ਤੋਂ ਚੇਤਾ ਆਇਆ ਅਖਿਲੇਸ਼ ਯਾਦਵ ਜਿਨ੍ਹਾਂ ਦੀ ਟੱਕਰ ਉੱਥੇ ਯੋਗੀ ਆਦਿੱਤਿਆਨਾਥ ਹੋਰਾਂ ਦੇ ਨਾਲ ਹੈ, ਉਹਨਾਂ ਨੇ ਅੱਜ ਕਿਹਾ, ਉਹ ਕਹਿੰਦੇ ਜੀ ਇੱਕ ਟਰੱਕ ਫੜ ਹੋਇਆ ਤੇ ਵਾਰਾਣਸੀ ਦੇ ਕੋਲ, ਇੱਕ ਟਰੱਕ EVM ਮਸ਼ੀਨਾਂ ਦਾ ਕਹਿੰਦੇ ਫੜ ਹੋਇਆ, ਇੱਕ ਭੱਜ ਗਿਆ ਹੀ ਟਰੱਕ। ਉਹ ਕਹਿੰਦੇ ਤੁਸੀਂ ਦੱਸੋ ਬਿਨਾਂ ਸਿਕਿਉਰਿਟੀ ਤੋਂ EVM ਮਸ਼ੀਨਾਂ ਨੂੰ ਟਰੱਕ ਕਿਵੇਂ ਲਿਜਾ ਰਿਹਾ ਸੀ? ਉਹ ਕਹਿੰਦੇ ਜੀ ਇੱਧਰ ਉੱਧਰ ਕੀਤੀਆਂ ਜਾ ਰਹੀਆਂ EVM ਮਸ਼ੀਨਾਂ, ਗੜਬੜੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਨਾਲ ਹੀ ਉਹਨਾਂ ਨੇ ਵੀ ਕਹਿ ਦਿੱਤਾ, ਉਹ ਕਹਿੰਦੇ ਜੀ ਮੈਂ ਸਮਾਜਵਾਦੀ ਪਾਰਟੀ ਦੇ ਸਾਰੇ ਵਰਕਰਾਂ ਨੂੰ ਬੇਨਤੀ ਕਰਦਾ ਕਿ ਜਿੱਥੇ ਜਿੱਥੇ ਸਟਰੋਂਗ ਰੂਮ ਨੇ EVM ਮਸ਼ੀਨਾਂ ਪਈਆਂ ਉੱਥੇ ਡਟ ਜਾਓ, ਪਹਿਰੇ ਦਿਓ, ਐਦਾਂ ਗੱਲ ਨਹੀਂ ਚੱਲਣੀ। ਜਦੋਂ ਤੱਕ ਵੋਟਾਂ ਦੀ ਗਿਣਤੀ ਨਹੀਂ ਹੋ ਜਾਂਦੀ ਉਨੀ ਦੇਰ ਕੰਮ ਜਿਹੜਾ ਤੁਸੀਂ ਖਿੱਚ ਕੇ ਰੱਖਣਾ, ਆਜ਼ਾਦੀ ਦੇ ਗੀਤ ਗਾਉਣੇ ਆ ਤੇ ਤੁਸੀਂ ਪਰ ਗਿਣਤੀ ਨਹੀਂ ਆਪਦੀ ਘਟਣ ਦੇਣੀ। ਹੁਣ ਮੈਨੂੰ ਇਹ ਲੱਗਦਾ ਕਿ ਇਹਨਾਂ 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਸੰਧਾਲੀਆ ਸਾਹਿਬ ਇਹ ਪਹਿਲਾ ਹੀ ਇਲਜ਼ਾਮ ਹੈ ਸ਼ਾਇਦ। ਪੰਜਾਬ ਦੇ ਵਿੱਚ ਤਾਂ ਕੋਈ ਖਾਸ ਇਲਜ਼ਾਮ ਇਦਾਂ ਦਾ ਲੱਗਾ ਨਹੀਂ। ਉਹ ਮੁੱਖ ਮੰਤਰੀ ਦੇ ਦਾਅਵੇਦਾਰ ਵੀ ਨੇ, 5 ਸਾਲ UP ਦੇ ਮੁੱਖ ਮੰਤਰੀ ਰਹੇ ਵੀ ਨੇ,
ਪਰ ਜਿਸ ਤਰੀਕੇ ਉਹਨਾਂ ਨੇ ਕਿਹਾ ਕਿ ਇੱਕ ਟਰੱਕ ਦੇ ਵਿੱਚ EVM ਮਸ਼ੀਨਾਂ ਰੱਖ ਕੇ ਲਿਜਾਈਆਂ ਜਾ ਰਹੀਆਂ ਸੀ, ਉਹ ਵੱਡਾ ਇਲਜ਼ਾਮ ਹੈ। ਦੂਸਰੀ ਗੱਲ, ਉਹ ਕਹਿੰਦੇ ਕੂੜੇ ਵਾਲੇ ਟਰੱਕ ਦੇ ਵਿੱਚੋਂ ਬੈਲਟ ਪੇਪਰ ਨਿਕਲਿਆ। ਹੁਣ ਇਹਦੇ ਉਹਨਾਂ ਦੇ ਕੋਲੇ ਕੀ ਸਬੂਤ ਨੇ? ਕਿਤੇ ਕੰਪਲੇਂਟ ਦਰਜ ਕਰਾਈ ਕਿ ਨਹੀਂ ਕਰਾਈ, ਚੋਣ ਕਮਿਸ਼ਨ ਨੂੰ ਕੁਝ ਆਖਿਆ ਕਿ ਨਹੀਂ ਆਖਿਆ? ਪਰ ਜਿੱਦਾਂ ਜਿੱਦਾਂ ਦਿਨ ਨੇੜੇ ਆਈ ਜਾਂਦੇ ਆ, ਹੁਣ ਤਾਂ ਦਿਨ ਵੀ ਨਹੀਂ 100 ਘੰਟਿਆਂ ਦੇ ਵਿੱਚ ਹੀ ਕੰਮ ਰਹਿ ਗਿਆ, ਉਹ ਕੰਮ ਨੇੜੇ ਆਈ ਜਾਂਦਾ, ਤਾਂ ਠਾਂ ਦਿਲ ਧੜਕੇ ਹੋਈ ਜਾਂਦਾ। ਨਹੀਂ ਹੋਣਾ, ਪਰ ਮੈਂ ਸਮਝਿਆ ਨਹੀਂ ਵੀ ਅਖਿਲੇਸ਼ ਯਾਦਵ ਸਾਹਿਬ ਪਤਾ ਨਹੀਂ ਕਿਉਂ ਅਣਗਹਿਲੀ ਕਰ ਗਏ ਵੀ ਹੁਣ ਤੇ ਆਮ ਆਦਮੀ ਪਾਰਟੀ ਵਾਲੇ ਵੀ ਉੱਥੇ ਬੜੇ ਚਿਰ ਦੇ ਤੁਰੇ ਫਿਰਦੇ, ਹੋਰ ਕੋਈ ਨਹੀਂ। ਸੰਜੇ ਸਿੰਘ ਹੋਰੀ ਉੱਥੇ UP ਨੇ, ਉਹਨਾਂ ਨੂੰ ਪੁੱਛ ਲੈਂਦੇ ਵੀ ਯਾਰ ਕੀ ਕਰਦੇ ਹੁੰਦੇ ਜੇ ਤੁਸੀਂ? ਉਹਨਾਂ ਨੂੰ ਰਹਿਣ ਦੇਣੀ, ਉਹਨਾਂ ਤੋਂ ਕਿਸੇ ਹੋਰ ਤੋਂ ਪਛਾ ਲਓ, ਤੁਸੀਂ ਉਹਨਾਂ ਤੋਂ ਜ਼ਰੂਰ ਪਛਾਉਣਾ ਵੀ ਆਪਣੇ ਬੰਦਿਆਂ ਨੇ ਰੌਲਾ ਪਾਉਣਾ ਹੀ। ਪਤਾ ਕੀ ਕਾਰਨ, ਉਹ ਬਾਹਰ ਸਲਾਹ ਲੈਣੀ, ਉਹਨਾਂ ਕਿਹੜਾ ਪੰਜਾਬ ਆਉਣਾ। ਸਲਾਹ ਤੇ ਇਹ ਆ ਵੀ ਕਰਦੇ ਕੀ ਹੁੰਦੇ, ਉਹ ਕਹਿੰਦੇ ਵੀ ਬਾਕੀ ਚਲੋ ਗੱਲਾਂ ਠੀਕ ਆ, ਵੀ ਜਿੱਦਣ ਵੋਟਾਂ ਪੈ ਜਾਣੀਆਂ ਤੰਬੂ ਲੈ ਲੈਣਾ, ਉਹ ਰਹਿਬਰ ਠੰਡੇ ਪਾਣੀ ਵਾਲਾ ਭਰਾ ਲੈਣਾ, 5-4 ਗਲਾਸ ਰੱਖ ਲੈਣੇ ਆ ਲਾਗੇ, ਜਾਂ ਤੇ ਕੋਈ ਘਰ ਕਿਸੇ ਦਾ ਨੇੜੇ ਉਹਨੂੰ ਚਾਹ ਕਹਿ ਦੇਣੀ, ਨਹੀਂ ਤੇ ਲਾਗੇ ਖੋਖਲੇ ਨੂੰ ਚਾਹ ਕਹਿ ਦੇਣੀ, ਦਰੀ ਵਿਛਾ ਲੈਣੀ ਆ। ਜੇ ਗਰਮੀ ਵਾਲਾ ਮਾਹੌਲ ਲੱਗੇ ਤੇ ਇੱਕ ਪੱਖਾ ਵੀ ਛੁਰੀਆਂ ਵਾਲਾ ਜਾਂ ਕੋਈ ਜਿਹੜਾ ਕਰੜ ਕਰਕੇ ਚੱਲਦਾ ਹੁੰਦਾ ਉਹ ਲਾ ਲੈਣਾ। ਬੰਦੇ 5-4 ਤੁਹਾਡੇ ਉੱਥੇ ਹੋਣ, ਹੋਰ ਕੁਝ ਹੋਵੇ ਨਾ ਹੋਵੇ, ਵੀ ਮਤਲਬ 10-11 ਵਜੇ ਤੱਕ ਤੇ ਸੀਪ ਹੀ ਖੇਡੀ ਜਾਣ ਨਾ। ਉਦੋਂ ਬਾਅਦ ਸੌਂਦਿਆਂ ਪੈਂਦਿਆਂ ਅਗਲਿਆਂ ਨੂੰ ਵੀ ਲੱਗੇ ਵੀ ਇੱਥੇ ਹੀ ਤੁਰੇ ਫਿਰਦੇ ਯਾਰ, ਅਜੇ ਕੁਛ ਨਾ ਕਰਿਓ, ਹੈ ਨਾ। ਵੀ UP 'ਚ ਕਿਹੜਾ ਇੱਕ ਗੇੜ 'ਚ ਪਈਆਂ, 7 ਗੇੜ ਨੇ, ਵੀ ਜਦੋਂ ਦਾ ਪਹਿਲਾ ਗੇੜ ਸੀ ਦਾ ਹੋ ਸਕਦਾ ਤੁਸੀਂ ਅਜੇ ਪ੍ਰਚਾਰ ਕਰਦੇ ਹੋ ਤੇ ਉਧਰ ਕੋਈ ਇੱਕ ਪੰਜਾਬੀ ਸ਼ਬਦ ਹੁੰਦਾ ਗੇੜ, ਹੋਰ ਕੋਈ ਗੇੜ ਹੋ ਗਿਆ ਹੋਵੇ, ਕੁਛ ਵੀ ਤੁਹਾਡੇ ਹੈ ਨਾ 7 ਗੇੜਾਂ ਦੇ ਚੱਕਰ 'ਚ ਕੋਈ ਹੋਰ ਗੇੜ ਹੋ ਗਿਆ ਹੋਵੇ। ਇਹ ਨਾ ਹੋਵੇ ਵੀ ਜਿਹੜਾ ਟਰੱਕ ਤੁਹਾਨੂੰ ਅੱਜ ਲੱਭਾ ਉਹ ਕਿਤੇ ਪਹਿਲਾਂ ਵੀ ਆਂਦੇ ਹੁਣ ਵੀ ਯਾਰ ਕੋਈ ਨਹੀਂ 7ਵੀਂ ਹੀ ਲੱਭਾ ਹੀ, ਸ਼ੇਰਾਂ ਨਹੀਂ ਜੀ ਪਤਾ ਲੱਗਣ ਦਿੱਤਾ, ਨਹੀਂ ਪਤਾ ਲੱਗਣ ਹੈ ਨਾ। ਅਸੀਂ ਨਹੀਂ ਕਹਿੰਦੇ ਵੀ ਇਦਾਂ ਹੋਇਆ, ਪਰ ਜੇ ਗੱਲ ਤੁਹਾਨੂੰ ਇਹ ਜਾਪਦੀ ਸੀ ਤੇ ਪਹਿਲਾਂ ਕਰਦੇ। ਹੁਣ ਤੇ ਉਹ ਚਿੜੀ ਵੀ ਨਹੀਂ ਲੱਭਣੀ ਹੈ ਨਾ, ਵੀ ਆ ਪਛਤਾਏ ਕਿਆ ਹੋ ਚਿੜੀਆ ਚੁੱਗ ਗਈ ਖੇਤ, ਚਿੜੀਆ ਵੀ ਨਹੀਂ ਲੱਭਣੀ ਹੁਣ ਤੇ ਜ਼ਿਆਦਾ ਜਿਹੜੀ ਚੁੱਗ ਗਈ। ਨਹੀਂ, ਮੁਸ਼ਕਲ ਹੋ ਜਾਣਾ ਜੀ। ਤੇ ਉਧਰੋਂ ਜੇ ਆਈਏ ਤਾਂ ਨਵਜੋਤ ਸਿੰਘ ਸਿੱਧੂ ਹੋਰੀ ਸਰਗਰਮ ਹੋਏ ਆ। ਉਹ ਕਹਿੰਦੇ ਬਿਕਰਮ ਸਿੰਘ ਮਜੀਠੀਆ ਤਾਂ ਤੀਸਰੇ ਨੰਬਰ ਤੇ ਆਉਣੇ ਆ, ਕਿਆ ਗੱਲ ਕਰਦੇ ਆ ਤੁਸੀਂ? ਅੱਛਾ, ਹਾਂ, ਜਾਣੀ ਅੰਮ੍ਰਿਤਸਰ ਪੂਰਬੀ ਤੋਂ ਉਹਨਾਂ ਨੇ ਕਲੀਅਰ ਕਰ ਦਿੱਤਾ ਕਿ ਮਜੀਠੀਆ ਸਾਹਿਬ ਤੀਸਰੇ ਤੇ, ਆਪਾਂ ਜਿੱਤੇ ਪਏ ਆ, ਤੇ ਦੂਸਰੇ ਤੇ ਕਹਿੰਦੇ ਜਿਹੜਾ ਮਰਜ਼ੀ ਆਵੇ ਆਪਾਂ ਨੂੰ ਲੈਣਾ ਦੇਣਾ ਕੋਈ ਨਹੀਂ। ਇਹ ਕਿਤੇ ਉਦਾਂ ਦੇ ਨਹੀਂ, ਅੱਜ ਕੱਲ੍ਹ ਉਹ ਹੱਥਾਂ ਨਹੀਂ ਲਿਖਿਆ ਵੀ ਐ ਹੱਥ ਦੀ ਦੂਰੀ ਬਣਾ ਕੇ ਖੜਾ ਕਰੋ, ਵੀ ਇੱਕ ਬਿਜਲੀ ਕੁਰਸੀ ਜਿਹੜੀ ਖਾਲੀ ਰਹਿਣ ਦੇਣੀ, ਅੱਗੇ ਰਹਿਣਾ। ਮਤਲਬ ਗਿਣਤੀ ਵਾਲੇ ਵੀ ਆਖਣ ਵੀ ਮਹਾਰਾਜ ਜੇ ਉਹ ਪਹਿਲੇ ਤੇ ਸਿੱਧੂ ਸਾਹਿਬ ਨੇ, ਦੂਜੇ ਤੇ ਕਹਣ ਕਹਿੰਦੇ ਕੋਈ ਨਹੀਂ ਹੈਗਾ ਜੀ, ਦੂਜੇ ਛੱਡੋ ਬਣਾ, ਤੀਸਰੇ ਤੇ ਨੇ। ਇਦਾਂ ਹੋ ਗਈ ਸਰ। ਤੇ ਨਾਲ ਹੀ ਨਾਲ ਉਹਨਾਂ ਨੇ ਚਾਰੇ ਕਾਰਜਕਾਰੀ ਪ੍ਰਧਾਨ ਜਿਹੜੇ ਪੰਜਾਬ ਕਾਂਗਰਸ ਦੇ, ਉਹਨਾਂ ਦੀ ਮੀਟਿੰਗ ਸੱਦੀ, ਕੁਝ ਹੋਰ ਬੰਦੇ ਸੀ, ਤੇ ਡਿਜੀਟਲ ਮੈਂਬਰਸ਼ਿਪ ਸ਼ੁਰੂ ਕਰ ਦਿੱਤੀ ਕਾਂਗਰਸ ਪਾਰਟੀ ਦੀ। ਹੁਣ ਪਿਛਲੇ ਦਿਨ ਚਰਚਾ ਚੱਲਦੀ ਸੀ ਨਵਜੋਤ ਸਿੰਘ ਸਿੱਧੂ ਮੀਟਿੰਗ 'ਚ ਹਿੱਸਾ ਨਹੀਂ ਲੈਂਦੇ, ਨਵਜੋਤ ਸਿੰਘ ਸਿੱਧੂ ਹੋਰੀ ਘਰੇ ਬੈਠ ਗਏ ਆ। ਪਰ ਜਿਸ ਤਰੀਕੇ ਇੱਕ ਦਿਨ ਉਹਨਾਂ ਨੇ ਕੁਝ ਨਿਯੁਕਤੀਆਂ ਕਰਤੀਆਂ ਸੀ, ਹੁਣ ਡਿਜੀਟਲ ਮੈਂਬਰਸ਼ਿਪ ਸ਼ੁਰੂ ਕਰ ਦਿੱਤੀ, ਕਾਰਜਕਾਰੀ ਪ੍ਰਧਾਨਾਂ ਦੇ ਨਾਲ ਮੀਟਿੰਗ ਕਰ ਲਈ। ਇਹਦਾ ਮਤਲਬ ਹੈ ਨਤੀਜੇ ਜੋ ਮਰਜ਼ੀ ਹੋਣ, ਜਿਹੜਾ ਰੌਲਾ ਪੈਂਦਾ ਸੀ ਸਿੱਧੂ ਸਾਹਿਬ ਨੇ ਪਤਾ ਨਹੀਂ ਕਿੱਧਰਲੇ ਪਾਸੇ ਚਲੇ ਜਾਣਾ, ਇਸ ਗੱਲ ਨੇ ਤਾਂ ਕਹਿਤਾ ਕਿ ਭਾਈ ਰਹਿਣਾ ਉੱਥੇ ਹੀ ਹੈ। ਕਿਵੇਂ, ਕੌਣ, ਕੋਈ ਕਿੱਦਾਂ ਰਹਿੰਦਾ, ਉਹ ਬਾਅਦ ਦੀ ਗੱਲ ਹੈ। ਇਹ ਪਰ ਅਜੇ ਵੀ ਸਿੱਧੂ ਸਾਹਿਬ ਕਈ ਮੁੱਦੇ ਜਿਹੜੇ ਪਿਛਲੇ ਦਿਨਾਂ ਤੋਂ ਸਰਗਰਮ ਨੇ ਪੰਜਾਬ 'ਚ, ਉਹਨਾਂ ਤੇ ਮੈਂ ਕੋਈ ਬਿਆਨ ਟਵੀਟ ਉਹਨਾਂ ਦਾ ਪੜ੍ਹਿਆ ਨਹੀਂ ਜੀ। ਚਾਹੇ ਉਹ BBMB ਵਾਲਾ ਮੁੱਦਾ ਹੋਵੇ, ਉਹਦੇ ਤੇ ਬੋਲੇ ਨੇ। ਅੱਛਾ, ਉਹਦੇ ਤੇ ਕੀ ਬੋਲੇ ਆਪਾਂ ਉਹ ਵੀ ਦੱਸ ਦਈਏ ਨਾ, ਕਿਉਂਕਿ ਮੇਰੇ ਧਿਆਨ 'ਚ ਆਇਆ ਨਹੀਂ। ਨਹੀਂ, ਉਹਦੇ ਤੇ ਉਹ ਬੋਲੇ ਨੇ ਕਿ ਭਾਈ ਕੇਂਦਰ ਪੰਜਾਬ ਨਾਲ ਧੱਕਾ ਕਰਦਾ, ਤੇ ਜੇ ਇਹ ਧੱਕਾ ਇਸੇ ਤਰੀਕੇ ਉਹਨਾਂ ਨੇ ਜਾਰੀ ਰੱਖਿਆ ਤੇ ਅਸੀਂ ਫਿਰ ਲੜਾਈ ਲੜਾਂਗੇ। ਜਿੱਦਾਂ ਦਾ ਬਿਆਨ ਬਾਕੀਆਂ ਦਿੱਤਾ ਉਦਾਂ ਦਾ ਉਹਨਾਂ ਨੇ ਦਿੱਤਾ। ਨਹੀਂ ਫਿਰ ਇਹ ਆਹ ਤੇ ਫਿਰ ਨਾ ਤਦੇ ਮੇਰੇ ਧਿਆਨ ਚਾਹੁੰਦੇ ਹੋ ਤੁਸੀਂ? ਹੁਣ ਤੱਕ ਉਹ ਹਮੇਸ਼ਾ ਵੱਖਰਾ ਬਿਆਨ ਦਿੰਦੇ ਰਹੇ ਵੀ ਦੇਖੋ ਜੀ, ਤੁਹਾਡੇ ਕਹਿਣ ਦਾ ਮਤਲਬ ਚੰਨੀ ਸਾਹਿਬ ਨਾਲ ਮਿਲਣ ਚੱਲ ਜਾਂਦੇ ਗ੍ਰਹਿ ਮੰਤਰੀ ਸਾਹਿਬ ਨੂੰ। ਨਹੀਂ ਇਦਾਂ ਨਹੀਂ, ਉਹ ਬਕਾਇਦਾ ਅੰਕੜੇ ਦਿੰਦੇ ਹੁੰਦੇ ਆ ਵੀ ਇਸ ਤਰੀਕ ਨੂੰ ਇਦਾਂ ਹੋਇਆ, ਇਤਿਹਾਸ 'ਚ ਨਹੀਂ। ਫਿਰ ਤੁਹਾਡੇ ਕਹਿਣ ਦਾ ਭਾਵ ਵੀ ਚੰਦੂ ਮਾਜਰਾ ਸਾਹਿਬ ਜਦੋਂ ਕਹਿੰਦੇ ਵੀ ਅਕਾਲੀ ਦਲ ਦਾ ਵਫਦ ਜਾਣਾ, ਬਾਕੀ ਨਾਲ ਜਾਣ, ਉਹਨਾਂ ਨੇ ਚੱਲ ਜਾਣਾ। ਯਾਰ ਹੁਣ ਤੁਸੀਂ ਇਹਦੇ ਨਹੀਂ ਫਿਰ ਨਹੀਂ ਤੇ ਫਿਰ ਠੀਕ ਹੀ ਆ, ਫਿਰ ਦਬਾ ਲਓ ਬਿਆਨ। ਫਿਰ ਉਹ ਮਾਰੇ ਅੱਗੇ ਸਾਰੀ ਦੁਨੀਆ ਕਹੀ ਜਾਂਦੀ ਆ ਕਿ ਉਹ ਜ਼ਿਆਦਾ ਬੋਲਦੇ ਫਿਰ ਲੀਡਰ ਔਖੇ ਹੋ ਜਾਂਦੇ। ਹੁਣ ਜਦ ਕਿ ਥੋੜਾ ਬੋਲੇ ਤੁਸੀਂ ਕਹਿੰਦੇ ਬੋਲੇ ਕਿਉਂ ਨਹੀਂ? ਨਹੀਂ ਮੈਂ ਤਾਂ ਸਿਰਫ ਤਾਂ ਕਰਕੇ ਗੱਲ ਕੀਤੀ ਵੀ ਵਾਹਵਾ ਦਿਨ ਲੋਕ ਉਡੀਕਦੇ ਰਹੇ, ਪਰ ਚਲੋ ਠੀਕ ਆ, ਹੁਣ ਉਹ ਸਰਗਰਮ ਹੋਏ ਨੇ ਤੇ ਵਧੀਆ ਗੱਲ ਆ। ਬਾਕੀ ਹੁਣ ਕੱਲ੍ਹ ਤੋਂ ਬਾਅਦ ਸਰਗਰਮੀ ਕਿੱਧਰ ਨੂੰ ਜਾਂਦੀ, ਉਹਦੇ ਤੇ ਜ਼ਿਆਦਾ ਧਿਆਨ ਰਹਿਣਾ। ਦੂਜੀ ਹਰਪਾਲ ਚੀਮਾ ਸਾਹਿਬ ਦਾ ਇਤਰਾਜ਼ ਆਇਆ। ਆ ਜਾਓ। ਚੀਮਾ ਸਾਹਿਬ ਕਹਿੰਦੇ ਵੀ ਦੇਖੋ ਕਾਰਨ ਆ ਵੀ ਕੈਪਟਨ ਸਾਹਿਬ ਵੀ ਗਏ ਤੇ ਚੰਨੀ ਸਾਹਿਬ ਵੀ ਗਏ ਤੇ ਮਿਲ ਕੇ ਆਏ ਅਮਿਤ ਸ਼ਾਹ ਹੋਰਾਂ ਨੂੰ। ਇੱਥੋਂ ਲਗਭਗ ਗੱਲ ਕਹਿੰਦੇ ਕਲੀਅਰ ਹੈ ਵੀ ਇਹ ਪੰਜਾਬ ਦੇ ਦੋਖੀ ਲੋਕ ਨੇ। ਕਹਿੰਦੇ ਵੀ ਦੇਖੋ ਜਿਹੜੇ ਮਸਲਿਆਂ ਦੇ ਉੱਪਰ ਪੰਜਾਬ ਨੂੰ ਵਿਰੋਧ ਕਰਨਾ ਚਾਹੀਦਾ, BJP ਨੇ, ਚਾਹੇ BBMB ਦਾ ਮਸਲਾ ਹੋਵੇ, ਚਾਹੇ ਚੰਡੀਗੜ੍ਹ ਵਾਲਾ ਮਸਲਾ ਹੋਵੇ, ਹੋਰ ਕਈ ਮਸਲੇ ਨੇ, ਕਹਿੰਦੇ ਉਹ ਸਾਰੇ ਕੁਝ ਦੇ ਉੱਪਰ ਕਰਨਾ ਤੇ ਵਿਰੋਧ ਚਾਹੀਦਾ। ਇਹ ਮੁਲਾਕਾਤਾਂ ਕਰਦੇ ਫਿਰਦੇ। ਦੂਜੀ ਗੱਲ ਇਹ ਕਹਿੰਦੇ ਵੀ ਮੁਲਾਕਾਤਾਂ ਐਵੇਂ ਨਹੀਂ ਹੁੰਦੀਆਂ ਫਿਰਦੀਆਂ। ਜਿਹੜਾ ਐਗਜ਼ਿਟ ਪੋਲ ਆਇਆ ਨਾ, ਉਹਦੇ ਤੋਂ ਬਾਅਦ ਇਹ ਸਾਰਿਆਂ ਨੂੰ ਪਤਾ ਲੱਗ ਗਿਆ ਵੀ BJP ਕਹਿੰਦੀ ਵੀ ਕੋਈ ਗੱਲ ਨਹੀਂ, ਅਕਾਲੀ ਕਿਤੇ ਆਪਣੇ ਨੂੰ ਬਾਹਰ ਥੋੜ੍ਹਾ ਨਹੀਂ। ਬਸਪਾ ਵੀ ਤਾਂ ਪਤਾ ਹੀ ਆ ਵੀ ਐਤਕੀ ਭੈਣ ਮਾਇਆਵਤੀ ਹੋਰੀ ਕਿੰਨੇ ਕੁ ਸਰਗਰਮ ਹੋਏ ਨੇ ਜੀ। ਇੱਧਰ ਵੈਸੇ ਗੱਠਜੋੜ ਹੈ, ਢੀਂਡਸਾ ਸਾਹਿਬ ਕਹਿੰਦੇ ਨਾਲ ਆ, ਕੈਪਟਨ ਸਾਹਿਬ ਕਹਿੰਦੇ ਨਾਲ ਆ। ਉਹ ਕਹਿੰਦੇ ਵੀ ਇਹ ਰਲ ਮਿਲ ਕੇ ਹੋਰ ਕੁਝ ਹੋਵੇ ਨਾ ਹੋਵੇ, ਸਿਰਫ ਇਹ ਕਰ ਰਿਹਾ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਬਣਨੀ। ਇਹ ਚੀਮਾ ਸਾਹਿਬ ਨੇ ਫਿਕਰ ਜ਼ਾਹਰ ਕੀਤਾ। ਨਹੀਂ ਦੇਖੋ, ਇੱਕ ਗੱਲ ਤਾਂ ਪੱਕੀ ਹੈ ਕਿ ਆਮ ਆਦਮੀ ਪਾਰਟੀ ਵਾਲੇ ਜੇ ਤਾਂ ਬਹੁਮਤ ਲੈ ਗਏ ਫਿਰ ਤਾਂ ਸਰਕਾਰ ਬਣ ਜੂ।
ਜੇ ਸੀਟਾਂ 3-4 ਵੀ ਘਟ ਗਈਆਂ ਨਾ, ਸਾਨੂੰ ਨਹੀਂ ਪਤਾ ਕੀ ਹੋਣਾ ਹੈ, ਪਰ ਅਗਲੇ ਫਿਰ ਡੱਕਣ ਨੂੰ ਫਿਰਦੇ ਆ। ਨਹੀਂ ਮਤਲਬ ਇਹ ਉਦਾਂ ਹੀ ਆ ਵੀ ਜੇ ਤੇ ਬੱਸ ਦੇ ਵਿੱਚ ਜਗ੍ਹਾ ਮਿਲ ਗਈ ਫੇਰ ਤੇ ਸਵਾਰੀ ਪਹੁੰਚ ਜੂ, ਤੇ ਜੇ ਅਗਲੇ ਨੇ ਆਖਿਆ ਵੀ ਤੂੰ ਬਾਰੀ 'ਚ ਖਲੋ ਜਾ, ਤੇ ਬਾਰੀ 'ਚ ਖਲੋ ਕੇ ਤੇ ਨਹੀਂਗਾ ਕਿਸੇ ਨੇ ਪਹੁੰਚਣਾ ਨਾ। ਤੇ ਜੇ ਕੋਈ ਇਹ ਆਸ ਲਾਈ ਬੈਠਾ ਵੀ ਵੀਰ ਕੋਈ ਨਹੀਂ ਬੰਦੇ ਛਾਤੇ ਹੋ ਜਾਓ, ਉਹ ਫਿਰ ਬੰਦੇ ਛਾਤੇ ਬਿਲਕੁਲ ਨਹੀਂ ਹੋਣੇ। ਜਦੋਂ ਬੈਲਟ ਪੇਪਰ ਤੇ ਵੋਟਾਂ ਪੈਂਦੀਆਂ ਹੁੰਦੀਆਂ, ਜਦੋਂ ਇੱਕ ਅੱਧੀ ਵੋਟ ਤੇ ਕੋਈ ਹਰ ਜਾਣਾ, ਬਾਹਰ ਆਣ ਕੇ ਉਹ ਇੱਕ ਅੱਧੀ ਤਾਂ ਤੂੰ ਖਾ ਹੀ ਲੈਣੀ, ਉਹ ਸੰਗੋ ਹੀ ਅੰਦਰ ਨਿਕਲ ਲੈਂਦਾ। ਉੱਥੇ ਵੀ ਇੱਕ ਅੱਧੀ ਸੀਟ ਦਾ ਐਤਕੀ ਲੱਗਦਾ ਕਿ ਇਦਾਂ ਹੀ ਹੋਣਾ। ਬਾਕੀ ਹੋਇਆ ਹੀ ਆ ਚੰਡੀਗੜ੍ਹ ਕੀ ਹੋਇਆ ਸੀ, ਇਹ ਜਿਹੜਾ ਸੰਘੋ ਵਾਲਾ ਕੰਮ ਸੀਗਾ ਉਹ ਹੋ ਸਕਦਾ ਚੀਮਾ ਸਾਹਿਬ ਨੂੰ ਉਸੇ ਚੀਜ਼ ਦਾ ਗੱਲ ਹੋਵੇ ਵੀ ਯਾਰ ਸ਼ੁਕਰ ਹੈ ਕਿ ਮਸ਼ੀਨ ਨਹੀਂ ਪਾੜ ਦੇਣੀ ਕਿਸੇ ਨੇ। ਬਾਕੀ ਸੰਧਾਲੀਆ ਸਾਹਿਬ ਕਹਿੰਦੇ ਵੋਟ ਹੀ ਪਾਰਟੀ, ਇਹ ਤੇਰਾ ਭਲਾ ਕੀ ਹੋ ਗਿਆ ਜੀ। ਹਾਂ, ਇੱਕ ਗੱਲ ਸੰਧਾਲੀਆ ਸਾਹਿਬ ਹੈਗੀ ਹੈ, ਚੋਣ ਕਮਿਸ਼ਨਰ ਜਿਹੜੇ ਨੇ ਪੰਜਾਬ ਦੇ ਨਾ, ਐਸ ਕਰਨਾ ਰਾਜੂ ਸਾਹਿਬ, ਉਹਨਾਂ ਨੇ ਕਲੀਅਰ ਕੀਤਾ। ਉਹ ਕਹਿੰਦੇ ਜੀ ਮੰਨ ਲਓ ਕਿ ਉੱਥੇ ਫੇਜ਼ ਹੁੰਦੇ ਨਾ ਕਿ 14, 15, 16 ਗੇੜ ਦੀਆਂ ਵੋਟਾਂ ਗਿਣਨੀਆਂ, ਕਿ ਪਹਿਲੇ ਗੇੜ ਦੇ ਵਿੱਚ ਵੋਟਾਂ ਗਿਣੋ ਗਈਆਂ, ਜੇ ਕਿਸੇ ਉਮੀਦਵਾਰ ਨੂੰ ਜਾਂ ਉਹਦੇ ਕਾਊਂਟਿੰਗ ਏਜੰਟ ਨੂੰ, ਜਿਹੜਾ ਉੱਥੇ ਗਿਣਤੀ ਕੇਂਦਰ ਦੇ ਵਿੱਚ ਉਹਦਾ ਉਮੀਦਵਾਰ ਦਾ ਏਜੰਟ ਆ, ਉਹਨੂੰ ਕੋਈ ਇਤਰਾਜ਼ ਹੈ ਕਿ ਭਾਈ ਇੱਥੇ ਕੋਈ ਗੜਬੜੀ ਹੈ, ਤਾਂ ਦੂਸਰੇ ਰਾਊਂਡ ਦੀ ਗਿਣਤੀ ਸ਼ੁਰੂ ਹੋਣ ਤੋਂ ਪਹਿਲਾਂ ਇਤਰਾਜ਼ ਕਰਨਾ। ਇਹ ਨਹੀਂ ਕਿ ਜਦੋਂ 10 ਰਾਊਂਡ ਗਿਣ ਹੋ ਗਿਆ ਜੀ ਮੈਨੂੰ ਪਹਿਲੇ ਤੇ ਇਤਰਾਜ਼ ਆ, ਉਹ ਕਹਿੰਦੇ ਉਦੋਂ ਨਹੀਂ ਕਰ ਸਕਦੇ। ਪਹਿਲੇ ਰਾਊਂਡ ਦੀਆਂ ਵੋਟਾਂ ਜਦੋਂ ਗਿਣ ਹੋ ਗਈਆਂ, ਦੂਸਰੇ ਰਾਊਂਡ ਦੀਆਂ ਸ਼ੁਰੂ ਹੋਣ ਦੇ ਵਿੱਚ ਕੁਝ ਮਿੰਟਾਂ ਦਾ ਵਕਫਾ ਹੁੰਦਾ। ਜੇ ਕਿਸੇ ਵੀ ਬੰਦੇ ਨੂੰ ਇਤਰਾਜ਼ ਹੋਊਗਾ ਕਿ ਭਾਈ ਆ ਜਿਹੜੀ ਕਾਊਂਟਿੰਗ ਹੋਈ ਹੈ ਮੈਂ ਉਹਦੇ ਤੋਂ ਸੰਤੁਸ਼ਟ ਨਹੀਂ, ਉਸੇ ਵੇਲੇ ਦੱਸਣਾ ਹੈ। ਜੇ ਅੱਗੇ ਵੱਧ ਜਾਓਗੇ, ਦੁਬਾਰਾ ਕਹੋਗੇ ਕਿ ਭਾਈ ਪਹਿਲੀਆਂ ਗਿਣੋ, ਫਿਰ ਅਸੀਂ ਗਿਣਨੀਆਂ ਨਹੀਂ। ਇਹ ਅਸੀਂ ਗੱਲ ਅੱਜ ਕਲੀਅਰ ਤਾਂ ਕਰ ਰਹੇ ਹਾਂ। ਕਈ ਵਾਰੀ ਬਾਅਦ ਵਿੱਚ ਇਤਰਾਜ਼ ਹੁੰਦਾ ਜੀ ਗਿਣਤੀ ਨਹੀਂ ਠੀਕ ਹੋਈ, ਅਸੀਂ ਸਾਰੀ ਦੁਬਾਰਾ ਗਿਣਤੀ ਚਾਹੁੰਦੇ ਹਾਂ, ਤੇ ਅਗਲਿਆਂ ਨੇ ਪਹਿਲਾਂ ਕਲੀਅਰ ਕਰ ਦਿੱਤਾ। ਇਸ ਕਰਕੇ ਜਿੰਨੇ ਵੀ ਉਮੀਦਵਾਰ ਸਾਹਿਬਾਨ ਨੇ, ਉਹਨਾਂ ਦੇ ਜਿੰਨੇ ਵੀ ਕਾਊਂਟਿੰਗ ਏਜੰਟ ਨੇ, ਉਹਨਾਂ ਨੂੰ ਪਹਿਲਾਂ ਹਦਾਇਤਾਂ ਦੇ ਦੇਣ ਕਿ ਭਾਈ ਨਿਯਮ ਆਇਆ, ਮੁੜ ਕੇ ਰੌਲਾ ਰੱਪਾ ਨਹੀਂ ਚਾਹੀਦਾ। ਨਹੀਂ ਫਿਰ ਇਹ ਗੱਲ ਕਲੀਅਰ ਹੀ ਹੋ ਗਈ ਹੈ ਕਿ ਮੰਨ ਲਓ ਵੀ ਮੈਨੂੰ ਪਤਾ ਵੀ ਆਪਣੀਆਂ ਉਨੀਆਂ ਕਿ ਨਿਕਲਣੀਆਂ, ਤੇ ਉਧਰੋਂ ਮੈਂ ਬਸ ਡੀਕਣਾ ਵੀ ਹਾਂ ਅੱਛਾ ਜੀ ਹੋ ਗਿਆ ਜੀ ਪੂਰਾ, ਮੈਨੂੰ ਇਤਰਾਜ਼ ਹੈ ਜੀ। ਇਹ ਮਸ਼ੀਨ ਨੰਬਰ ਇੰਨੀ ਤੇ ਇੰਨੀ, ਇਹ ਮੈਨੂੰ ਠੀਕ ਨਹੀਂ ਲੱਗੀ, ਕਿਉਂਕਿ ਜਦੋਂ ਉਹਨਾਂ ਨੇ ਖੋਲੀ ਹੈ ਨਾ ਜੀ 2 ਕਰਨ ਝਮੱਕਾ ਜਾ ਮਾਰ ਕੇ ਫਿਰ ਜਗੀਆਂ ਇਹਦੀਆਂ ਵੋਟਾਂ ਮੇਰੀਆਂ ਸੀ ਉਹ ਚ ਸਾਰੀਆਂ। ਹਾਂ, ਇਹ ਤੇ ਕਲੀ ਉਹਦੇ 'ਚ ਹੀ ਸੀਗੇ ਸਾਡੇ ਵਾਲੇ ਬੂਥ ਸਾਰੇ ਜੀ। ਉਹ ਕਹਿੰਦੇ ਜੀ ਕਹਿੰਦਾ ਕੋਈ ਗੱਲ ਨਹੀਂ ਫਿਰ ਕਰ ਲਓ ਦੁਬਾਰਾ, 'ਚ ਕੀ ਫਰਕ ਪੈਂਦਾ। ਹੁਣ ਜੇ 17 ਗੇੜ ਨੇ ਮੰਨ ਲਓ, ਤੇ ਹਰੇਕ ਗੇੜ ਦੇ ਆਖੇ ਜੀ ਮੈਨੂੰ ਇਤਰਾਜ਼ ਏ, ਤੇ 17 ਇਤਰਾਜ਼ਾਂ ਦੇ ਚੱਕਰ ਦੇ ਵਿੱਚ ਜਿਹੜੇ ਉੱਥੇ ਬੰਦੇ ਬੈਠੇ ਉਹਨਾਂ ਦਾ ਕੀ ਹਾਲ ਹੋਣਾ। ਸੰਧਾਲੀਆ ਸਾਹਿਬ ਕੀ ਰੌਲਾ ਹੋਰ ਆ ਨਾ, ਇੱਕ ਸਵਿਚ ਐ ਨੱਪਣਾ, ਦੂਜਾ ਇਹ ਨਾਲ ਹੀ ਗਿਣਤੀ ਆ ਜਾਣੀ ਆ। ਕੀ ਪਤਾ ਐਲਕੀ ਕਿਹੜਾ ਕੱਲੀ ਪਰਚੀ ਰੱਖਣੀ ਆ ਉੱਥੇ। ਨਹੀਂ ਕੀ ਪਤਾ ਤੁਹਾਡੇ ਵਾਲਾ ਸੌਦਾ ਬਹੁਤੀ ਦੇਰ ਨਹੀਂ ਚੱਲਣਾ ਯਾਰ, ਉਹ ਨਹੀਂ ਫਰਕ ਪੈਂਦਾ। ਉਹ ਭਲਵਾਨ ਕਹਿੰਦੇ ਨਾ ਹਰਦਾ ਹੋਵੇ ਤੇ ਫਿਰ ਵੀ ਐਵੇਂ ਲੱਤਾਂ ਹੀ ਦੜਾਈ ਜਾਣੀ। ਕਈ ਵਾਰੀ ਨਾ ਬੰਦੇ ਤੀਸਰੇ ਗੇੜ ਤੋਂ ਬਾਹਰ ਆਉਂਦੇ, ਓਏ ਉੱਥੇ ਅੰਦਰ ਨਹੀਂ ਕੰਮ ਠੀਕ ਚੱਲਦਾ, ਓਏ ਆ ਜਾਓ ਚੱਲ ਗਏ ਆਪਣੇ ਵਾਲੇ ਬੰਦੇ, ਇਹਨਾਂ ਨੂੰ ਕਹਿ ਲੈਣ ਦੋ। ਚਲੀਏ ਹੁਣ ਆਪਾਂ ਜਾਣਾ ਹੈ। ਬਸ ਇੱਕੋ ਬੇਨਤੀ ਕਿ ਕੱਲ ਨੂੰ ਸਵੇਰੇ 6 ਵਜੇ ਪ੍ਰਾਈਮ ਏਸ਼ੀਆ TV ਤੇ, ਫੇਸਬੁੱਕ ਤੇ, YouTube ਤੇ ਸਾਡੀ ਸਾਰੀ ਟੀਮ ਲਾਈਵ ਹੋਏਗੀ। ਉਨੀ ਦੇਰ ਤੁਹਾਡੇ ਨਾਲ ਲਾਈਵ ਰਹਾਂਗੇ ਜਿੰਨੀ ਦੇਰ ਗਿਣਤੀ ਨਹੀਂ ਹੁੰਦੀ, ਪਰ ਤੁਸੀਂ ਆਪਸ 'ਚ ਲੜਨਾ ਨਹੀਂ, ਕੋਈ ਜਿੱਤ ਜਾਏ ਕੋਈ ਹਾਰ ਜਾਏ, ਆਰਾਮ ਦੇ ਨਾਲ ਭਾਈਬੰਦੀ ਨਾਲ ਵਾਪਸ ਆਉਣਾ ਕਰੋ ਕਰੀ। ਬਹੁਤ ਸ਼ੁਕਰੀਆ ਤੇ ਬਹੁਤ ਧੰਨਵਾਦ ਜੀ। ਸੋ ਇਹ ਇਸ ਗੱਲ ਦਾ ਖਿਆਲ ਰੱਖਿਓ ਵੀ ਜਿਹੜੀ ਚਾਹ ਆਪਾਂ 6:30 ਬਣਾਉਂਦੇ ਸੀ ਉਹ ਹੁਣ 5:30 ਬਣਾਉਣੀ ਪੈਣੀ ਹੈ, ਫਿਰ ਉਦੋਂ ਬਾਅਦ 6 ਵਜੇ ਤੋਂ ਬਾਅਦ ਤੇ ਕੰਮ ਚੱਲ ਪੈਣਾ। ਤੇ ਜੇ ਆਪਾਂ ਇੱਧਰ ਦੇ ਹਿਸਾਬ ਨਾਲ ਵੈਨਕੂਵਰ ਏਰੀਆ ਦੇ ਹਿਸਾਬ ਨਾਲ ਗੱਲ ਕਰੀਏ, ਤੁਸੀਂ ਟਾਈਮ ਦਾ ਆਪ ਹੀ ਅੰਦਾਜ਼ਾ ਲਾ ਲਿਓ ਵੀ 1.5 ਘੰਟੇ ਦਾ ਫਰਕ ਹੈਗਾ। ਜੇ ਆਪਣਾ ਉਨਾ ਕੁ ਦੇਰ ਪਹਿਲਾਂ ਕੰਮ ਚੱਲ ਪੈਣਾ। ਹੁਣ ਦਿਓ ਇਜਾਜ਼ਤ, ਗੁਰਪ੍ਰੀਤ ਸੰਧਾਵਾਲੀਆ ਨੂੰ ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ ਤੁਹਾਡੇ ਲਈ।